शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल। 9:13 होए ने 7 जुलाई का दिन है, वरा 2021 का बुधवार है। 23 हाड़ नानकशे संमत 553 निघा हार्दिक स्वागत है। जीत सिंह गिल शो दे विच पहले हिस्से च नवकिरण सिंह पत्ती देश पंजाब दे झरोखे चों गलबात करनगे, फिर तुहाडी सेहत दे बारे वैद रूबल गल करनगे। दूसरे हिस्से च 10:15 ते पंजाब तो सराजेपाल सिंह बराड़ जिहड़े निगाह रखते ने खास तौर पर जिहड़ी भू राजनीति है, जियो पॉलिटिक्स है, उस ते उन्हां दी बड़ी पकड़ है। लेटली अफगानिस्तान दे विच तालिबान दा जिहड़ा जोर फड़ना ते चीन दे बॉर्डर ते भारत दीयां फौजां ते चीन दीयां फौजां दा जिहड़ा इकट्ठ करना 40-50 हज़ार इकट्ठ नहीं करना, सॉरी मूव करनियां 50-50 हज़ार 60-60 हज़ार के करीब जिहड़े फौजी ने, इहदा कारण की है, ये गल किधर नूं जा रही है। सराजपाल सिंह बराड़ गलबात करनगे 10:10 ते। 204-204-0600 नंबर है, 6042040600 ऑन एयर नंबर है, 6047291224 व्हाट्सएप ते टैक्सट लई जे तुसी कोई सुनेहा भेजना तो 6047291224। धन्यवाद जी, जिथे भी तुसी बैठे हो प्रोग्राम सुन रहे हो। 6042040600 ऑन एयर नंबर रहेगा। सर नवकिरण सिंह पत्ती जी स्वागत, सत श्री अकाल। शुक्रिया जी गिल साहब। सब तो पहला ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗਿਲ ਸਾਹਿਬ। ਧੰਨਵਾਦ ਜੀ। ਤੇ ਫਿਰ ਸੈਂਟਰ ਦੀ ਵਜ਼ਾਰਤ ਦੇ ਵਿੱਚ ਵਾਧਾ ਹੋ ਗਿਆ ਜੀ, ਕਿਹਦਾ ਗੁਣਾ ਪਿਆ ਤੇ ਕੱਢੇ ਵੀ ਨੇ ਕਈ? ਜੀ ਗਿਲ ਸਾਹਿਬ, ਅੱਜ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਵਾਧਾ ਹੋਇਆਗਾ ਜੀ। ਤੋਂ ਕੁਝ ਕੱਢੇ ਵੀ ਗਏ ਨੇ, ਕਈਆਂ ਦੇ ਨੰਬਰ ਵੀ ਲੱਗੇ ਨੇ। ਕਾਫੀ ਅਹਿਮ ਜਿਹੜਾ ਇਹ ਸਮਾਗਮ ਅੱਜ ਹੋ ਨਿਬੜਿਆ। 43 ਮੰਤਰੀਆਂ ਨੇ ਸਹੁੰ ਚੱਕੀ ਹੈ ਜੀ। ਕੁੱਲ ਮੰਤਰੀਆਂ ਦੀ ਗਿਣਤੀ 77 ਹੋ ਗਈ ਹੈ। ਤੋਂ ਵੱਡਾ ਬੋਝ ਹੈਗਾ ਜਿਹੜਾ ਉਹ ਭਾਰਤ ਦੇ ਲੋਕਾਂ ਦੇ ਉੱਤੇ ਪੈ ਗਿਆ। ਜਿੰਨੇ ਮੰਤਰੀ ਵਧਣਗੇ ਉਹਨੇ ਗਨਮੈਨ, ਉਹਨੇ ਦਫ਼ਤਰ, ਉਹਨੇ ਗਿੱਲ ਸਾਹਿਬ ਇਹਨਾਂ ਦੇ ਸਕੱਤਰ ਤੇ ਹੋਰ ਅੱਗੇ ਬੜਾ ਵੱਡਾ ਬੋਝ ਹੈਗਾ ਜਿਹੜਾ ਉਹ ਪੈਂਦਾ ਹੈਗਾ। ਤੋ ਇਸ ਕਰਕੇ 77 ਹੋ ਗਈ ਜੀ ਹੁਣ ਮੰਤਰੀਆਂ ਦੀ ਕੁੱਲ ਗਿਣਤੀ। ਅੱਜ ਜਿਹੜਾ ਸਹੁੰ ਚੁੱਕ ਸਮਾਗਮ ਹੋਇਆ ਉਹ ਤੋਂ ਪਹਿਲਾਂ ਕਰੀਬ 12 ਮੰਤਰੀਆਂ ਨੇ ਉਹਦੇ ਤੋਂ ਅਸਤੀਫਾ ਦਿੱਤਾ। ਕਈ ਵੱਡੇ ਝੜਕੇ ਜੀ। ਸਿਹਤ ਮੰਤਰੀ ਜਿਹਦੇ ਉੱਤੇ ਸਾਰੀ ਕਰੋਨਾ ਮਹਾਮਾਰੀ ਦੌਰਾਨ ਸਾਰੀ ਜ਼ਿੰਮੇਵਾਰੀ ਝਾੜ ਦਿੱਤੀ ਗਈ ਆ, ਸਿਹਤ ਮੰਤਰੀ ਹਰਸ਼ਵਰਧਨ, ਉਹਨਾਂ ਨੂੰ ਅਸਤੀਫਾ ਦੇ ਕੇ ਬਾਹਰ ਹੋਣਾ ਪਿਆ ਜੀ ਮੰਤਰੀ ਮੰਡਲ ਦੇ ਵਿੱਚੋਂ। 2 ਹੋਰ ਵੱਡੇ ਮੰਤਰੀ, ਇੱਕ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ, ਇਹ ਬੜੇ ਅਹਿਮ ਸੀਗੇ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਇਹਨਾਂ ਨੂੰ ਛੁੱਟੀ ਹੋਈ ਹੈ ਜੀ। ਕੁੱਲ 12 ਮੰਤਰੀਆਂ ਦੀ ਇਹਨਾਂ ਸਮੇਤ। ਔਰ ਜਿਨ੍ਹਾਂ ਨੂੰ ਨਵਿਆਂ ਨੂੰ ਥਾਂ ਦਿੱਤੀ ਗਈ ਆ ਉਹ 'ਚ ਕੁਝ ਹੋਰ ਸੀਗੇ ਜਿਹੜੇ ਕਾਂਗਰਸ ਕਨੀਓ ਰੁੱਸ ਕੇ ਆਏ ਸੀ, ਜਿਵੇਂ ਜੋਤੀ ਰਾਦਿੱਤਿਆ ਸਿੰਧੀਆ, ਇੱਕ ਪਸ਼ੂਪਤੀ ਕੁਮਾਰ ਪਾਰਸ, ਇਹ ਉਹ ਆ ਜੀ ਜਿਹੜਾ ਚਾਚਾ ਗਾ ਉਸਦਾ ਲੋਕ ਜਨਸ਼ਕਤੀ ਪਾਰਟੀ ਦੇ ਪਿਛਲੇ ਦਿਨਾਂ ਦੇ ਵਿੱਚ ਰਾਮ ਵਿਲਾਸ ਪਾਸਵਾਨ ਦੀ ਮੌਤ ਹੁੰਦੀ ਹੈ। ਉਹਨਾਂ ਤੋਂ ਬਾਅਦ ਚਿਰਾਗ ਪਾਸਵਾਨ, ਉਹਨਾਂ ਦਾ ਮੁੰਡਾ ਪਾਰਟੀ ਦੀ ਕਮਾਂਡ ਸਾਂਭਦਾ। ਬਿਹਾਰ ਦੀ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਉਹਨੂੰ ਨਿਤਿਸ਼ ਕੁਮਾਰ ਦੇ ਬਰੋਬਰ ਵਾਰਦੀ ਹੈ। ਉਹਦੀ ਬਹੁਤ ਸਾਰੇ ਲੋਕਾਂ ਨੂੰ ਲੱਗ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਜਿਹਨੂੰ ਅੱਗੇ ਵਾਰਦੀ ਹੁੰਦੀ ਹੈ ਉਹਨੂੰ ਬਾਂਹ ਫੜ ਕੇ ਪਿੱਛੇ ਵੀ ਕਰ ਦਿੰਦੀ ਹੈ। ਸੋ ਹੁਣ ਉਹਦੀ ਪਾਰਟੀ 'ਚ ਵੱਡੀ ਭੰਨ ਤੋੜ ਹੋਈ ਆ। ਉਹਦਾ ਚਾਚਾ ਅੱਜ ਕੈਬਨਿਟ ਮੰਤਰੀ ਦੀ ਸਹੁੰ ਚੱਕ ਗਿਆ ਤੇ ਉਹ ਮੁੰਡਾ ਝਾਕਦਾ ਹੀ ਰਹਿ ਗਿਆ। ਇਸ ਤੋਂ ਇਲਾਵਾ ਹੋਰ ਬੜੇ ਦੇ ਨੰਬਰ ਨੇ ਜਿਹੜੇ ਉਹ ਲੱਗੇ ਨੇ। ਕੁਛ ਨੂੰ ਰਾਜ ਮੰਤਰੀ ਤੋਂ ਪ੍ਰਮੋਟ ਕੀਤਾ ਹੈ। ਹਰਦੀਪ ਪੁਰੀ ਜੀ ਪੰਜਾਬ ਨੂੰ ਬਿਲੋਂਗ ਕਰਦੇ ਨੇ, ਸਿੱਖ ਚਿਹਰਾ ਨੇ ਭਾਰਤੀ ਜਨਤਾ ਪਾਰਟੀ ਕੋਲੇ, ਉਹਨਾਂ ਨੂੰ ਰਾਜ ਮੰਤਰੀ ਤੋਂ ਪ੍ਰਮੋਟ ਕਰਕੇ ਕੇਂਦਰੀ ਮੰਤਰੀ ਬਣਾ ਦਿੱਤਾ ਗਿਆ। ਅਨੁਰਾਗ ਠਾਕਰ ਨੂੰ ਕੇਂਦਰੀ ਮੰਤਰੀ, ਕਿਰਨ ਰਿਜੀਜੂ, RK ਸਿੰਘ, ਇਹਨਾਂ ਨੂੰ ਕੇਂਦਰੀ ਮੰਤਰੀ ਬਣਾਇਆ ਗਿਆ ਹੈਗਾ। ਇਸ ਤੋਂ ਇਲਾਵਾ ਅਨੁਪ੍ਰਿਆ ਪਟੇਲ, ਮੀਨਾਕਸ਼ੀ ਲੇਖੀ, ਅਜੇ ਭੱਟ, ਇਹਨਾਂ ਨੂੰ ਵੀ ਜਿਹੜਾ ਉਹ ਕੇਂਦਰੀ ਮੰਤਰੀ ਬਣਾਇਆ ਗਿਆ ਹੈਗਾ। ਸੋ ਕੁੱਲ 15 ਕੈਬਨਿਟ ਤੇ 28 ਰਾਜ ਮੰਤਰੀਆਂ ਨੇ ਸਹੁੰ ਚੱਕੀ ਹੈ ਜੀ। 7 ਮੰਤਰੀਆਂ ਨੂੰ ਰਾਜ ਮੰਤਰੀ ਤੋਂ ਪ੍ਰਮੋਟ ਕਰਕੇ ਕੈਬਨਿਟ ਮੰਤਰੀ ਬਣਾਇਆ ਗਿਆ। 7 ਔਰਤਾਂ ਨੂੰ ਸੰਸਦ ਮੈਂਬਰਾਂ ਨੇ ਜਿਹੜੀਆਂ ਉਹਨਾਂ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ। ਅੱਜ ਭਾਜਪਾ ਦੇ ਸਹਿਯੋਗੀ ਦਲਾਂ ਦੇ 3 ਮੰਤਰੀਆਂ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ ਹੈਗਾ। ਇਸ ਤੋਂ ਇਲਾਵਾ ਮੰਤਰੀ ਮੰਡਲ ਦੇ ਵਿੱਚ ਪਿਛੜੀ ਜਾਤੀ, ਜਨਜਾਤੀ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਜਿਹੜੀ ਆ ਉਹ ਵਿਸ਼ੇਸ਼ ਥਾਂ ਦਿੱਤੀ ਗਈ ਆ ਜੀ ਗਿੱਲ ਸਾਹਿਬ। ਰਵੀ ਸ਼ੰਕਰ ਪ੍ਰਸਾਦ ਤਾਂ ਬਹੁਤ ਉੱਪਰਲੇ ਪੱਧਰ ਦੇ ਨੇਤਾ ਸੀ, ਉਹਨਾਂ ਦੀ ਮਤਲਬ ਜਮਾ ਹੀ ਘਰੇ ਬਿਠਾਤਾ। ਬਿਲਕੁਲ ਜੀ, ਇਹ ਬੜਾ ਮਤਲਬ ਉੱਥੇ
ਦੋ ਹੀ ਬੰਦਿਆਂ ਦੀ ਚੱਲਦੀ ਆ, ਮੰਤਰੀ ਤਾਂ ਹੁਣ 70 ਬਣਾ ਲਏ, ਲੇਕਿਨ ਚੱਲਣੀ ਤਾਂ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦੀ ਆ। ਜੇ ਇਦੋਂ ਗਾਂਹ ਕਿਸੇ ਦੀ ਗੱਲਬਾਤ ਹੋਣੀ ਹੈਗੀ ਤਾਂ ਉਹ ਗਿੱਲ ਸਾਹਿਬ ਇਹਨਾਂ ਦੇ ਜਿਹੜੀ ਅਫਸਰਸ਼ਾਹੀ ਹੈਗੀ ਉਹਦੀ ਹੋਣੀ ਹੈਗੀ, ਹੋਰ ਕਿਸੇ ਮੰਤਰੀ ਦੀ ਹੈ ਜਿਹੜੀ ਉਹ ਨਹੀਂ ਪੁੱਛੀ ਜਾਣੀ। ਸੋ ਇਸ ਕਰਕੇ ਹੁਣ ਮਤਲਬ ਜਿਹੜੇ 2-3 ਚਿਹਰੇ ਬਾਹਰ ਕੀਤੇ ਨੇ ਵਾਕਈ ਬੜੇ ਅਹਿਮ ਨੇ। ਪ੍ਰਕਾਸ਼ ਜਾਵੜੇਕਰ ਵੀ ਬੜਾ ਅਹਿਮ ਮੰਤਰੀ ਆ ਜਿਹੜਾ ਰਿਹਾ, ਸਿਹਤ ਮੰਤਰੀ ਹਰਸ਼ਵਰਧਨ ਉਹ ਵੀ ਇਹਨਾਂ ਦੇ ਬਰੋਬਰ ਦਾ ਹੀ ਰਿਹਾ ਜੀ, ਰਵੀ ਸ਼ੰਕਰ ਪ੍ਰਸਾਦ ਹੋਰਾਂ ਦੇ, ਔਰ ਤਿੰਨਾਂ ਨੂੰ ਸਮੇਤ 12 ਜਣਿਆਂ ਨੂੰ ਬਾਹਰ ਕਰ ਦਿੱਤਾ ਗਿਆ ਜੀ। ਅੱਛਾ, ਪੰਜਾਬ ਦੀ ਰਾਜਨੀਤੀ ਵੱਲ ਆਈਏ ਨਵਕਿਰਨ, ਕੁਛ ਨਹੀਂ ਪਤਾ ਲੱਗ ਰਿਹਾ, ਲੋਕ ਵੀ ਦੁਖੀ ਨੇ। ਮੈਂ 5 ਦੇ ਕਰੀਬ ਇਕੱਠੀਆਂ ਜਿਹੜੀਆਂ ਸੈਗਮੈਂਟਸ ਕੀਤੀਆਂ ਪ੍ਰਗਟ ਸਿੰਘ ਹੋਣਾ ਨਾਲ ਵੀ ਅੱਜ ਦੇ ਪੰਜਾਬ ਦੇ ਸੈਗਮੈਂਟ ਥੱਲੇ ਕਿ ਦੇਖਿਆ ਜਾਵੇ ਜੋੜ ਤੋੜ ਹੋ ਰਿਹਾ। ਮੈਂ ਜੇ ਦੇਖਾਂ ਵੀ ਪ੍ਰਧਾਨ ਬਣਾ ਵੀ ਦੇਣ ਨਵਜੋਤ ਸਿੱਧੂ ਨੂੰ, ਕੀ ਕਰ ਲੂਗਾ ਨਵਜੋਤ ਸਿੱਧੂ ਪ੍ਰਧਾਨ ਬਣ ਕੇ ਰਾਜੇ ਦੇ ਸਾਹਮਣੇ? ਰਾਜੇ ਦੀ ਹੈਂਕੜ ਆ ਜਿਹੜੀ, ਉਸਨੇ ਨਵਜੋਤ ਸਿੱਧੂ ਨੂੰ ਚੱਲਣ ਨਹੀਂ ਦੇਣਾ, ਖਲਾਰਾ ਪਊਗਾ। ਅੱਛਾ, ਦੂਜੀਆਂ ਪਾਰਟੀਆਂ ਜ਼ੋਰ ਫੜ ਰਹੀਆਂ ਨੇ ਥੋੜਾ, ਕੋਈ ਵੀ ਪਾਰਟੀ ਬਣੇ ਪਰ ਪੰਜਾਬ ਦਾ ਭਲਾ ਹੋਵੇ। ਆਮ ਆਦਮੀ ਪਾਰਟੀ ਜਿਹੜੀ ਅੱਗੇ 'ਚ ਆ ਰਹੀ ਹੈ, ਆਮ ਆਦਮੀ ਪਾਰਟੀ ਨੂੰ ਜੇ ਕੋਈ CM ਦਾ ਚਿਹਰਾ ਵਧੀਆ ਮਿਲ ਗਿਆ ਭਗਵੰਤ ਮਾਨ ਤੋਂ ਬਿਨਾਂ, ਭਗਵੰਤ ਮਾਨ ਆਪ ਕਰ ਰਹੇ ਨੇ ਜਾਂ ਨਹੀਂ ਪਤਾ ਨਹੀਂ, ਪਰ ਉਹ ਬੰਦਾ ਜਿਹੜਾ ਸਟੇਟ ਦਾ ਹੈੱਡ ਹੋਣ ਦਾ ਜਿਹੜੇ ਕੋਈ ਮਟੀਰੀਅਲ ਹੋਵੇ ਉਸ ਨੂੰ ਜੇ ਲੈ ਆਉਂਦੇ ਨੇ ਤੇ ਉਹਦੇ ਬਾਅਦ ਜਿਹੜਾ ਕਿਸਾਨ ਸੰਘਰਸ਼ 'ਚ ਜਿਹੜਾ ਉਹ ਖਲਾਰਾ ਜਿਹਾ ਪੈਂਦਾ ਲੱਗਦਾ। ਚੜੂਨੀ ਕਹਿੰਦਾ ਵੀ ਇਲੈਕਸ਼ਨ ਲੜਨੀ ਚਾਹੀਦੀ ਆ, ਫੂਲ ਉਹਨਾਂ ਨੇ ਲੜਨੀ ਨਹੀਂ, ਦਰਸ਼ਨਪਾਲ ਨੇ ਲੜਨੀ ਨਹੀਂ। ਹੋਊਗਾ ਕੀ ਇਵੈਂਚੁਅਲੀ? ਜਿਹੜੀਆਂ ਵੀ ਚੀਜ਼ਾਂ ਆਪਾਂ ਆਲੇ ਦੁਆਲੇ ਕਰਦੇ ਹਾਂ, ਗੱਲਾਂ ਕਰਦੇ ਹਾਂ, ਉਹ ਪੰਜਾਬ ਲਈ ਆ ਪ੍ਰਦੇਸ਼ 'ਚ ਬੈਠੇ ਆ। ਜਿਹੜਾ ਆਉਂਦਾ ਬੇਰੀ ਦੇ ਲੀਲੂ ਬੇਰਾਂ ਵਾਂਗੂ ਝਾੜ ਕੇ ਇੱਥੋਂ ਲੈ ਜਾਂਦਾ ਡਾਲਰ 17 ਦੇ ਵਿੱਚ, ਮਗਰੀਆਂ ਭਰ ਕੇ ਲੋਕ ਪੰਡਾਂ ਭਰ ਕੇ ਡਾਲਰ ਲੈ ਗਏ। ਉਹ ਕੋਈ ਹਿਸਾਬ ਨਹੀਂ ਕਿਤਾਬ ਨਹੀਂ, ਕਿਹਨੇ ਕਿੱਥੇ ਦਿੱਤੇ ਨਾ ਦਿੱਤੇ। ਕੈਸ਼ ਇੱਥੇ ਇਕੱਠ ਹੁੰਦੇ ਸੀ ਬੈਂਕਟ ਹਾਲਾਂ 'ਚ, 20-20 30-30 ਹਜ਼ਾਰ ਕੈਸ਼ ਇਸ ਤਰ੍ਹਾਂ ਇਕੱਠਾ ਹੁੰਦਾ। ਜੇਬਾਂ ਜਿਹੜੀਆਂ ਤੂਸੀਆਂ ਜਾਂਦੀਆਂ, ਇੰਨਾ ਹੇਰਵਾ ਤੇ ਜ਼ਿੰਦਗੀ ਇੰਨੀ ਔਖੀ ਆ ਇੱਥੇ ਦੀ ਬਈ 5 10 20 ਡਾਲਰ ਕੱਢਣੇ ਦਿਹਾੜੀ ਦੇ ਔਖੇ ਨੇ। 5000 ਡਾਲਰ ਚਾਹੀਦਾ ਜ਼ਿੰਦਗੀ ਜਿਉਣ ਨੂੰ, ਜਿਹੜਾ ਮੀਆਂ ਬੀਬੀ ਇੱਥੇ ਕਮਾਉਂਦੇ ਨੇ। ਫਿਰ ਵੀ ਪੰਜਾਬ ਦਾ ਭਲਾ ਲੋਚਦੇ ਲੋਕ ਆਪਣੇ ਅੰਦਰੋਂ ਕਲੂੰਝ ਕੇ ਦਿੰਦੇ ਨੇ। ਪਰ ਪੰਜਾਬ ਚੱਲਿਆ ਕਿੱਧਰ ਨੂੰ ਆ? ਰਾਜਨੀਤੀ ਕੀ ਕਰੂਗੀ? ਕਿਸਾਨ ਮੋਰਚੇ ਵਾਲੇ ਪਾਸੇ ਦੀ ਗੱਲ ਜੇ ਕਰੀਏ, ਚੜੂਨੀ ਕਹਿੰਦਾ ਮੈਂ ਲੜਨੀ ਆ ਇਲੈਕਸ਼ਨ। ਸੋ ਓਵਰਆਲ ਕਿਹੋ ਜਿਹਾ ਸਿਨੈਰੀਓ ਹੈ? ਜੀ ਗਿੱਲ ਸਾਹਿਬ, ਕੱਲ ਵੀ ਆਪਾਂ ਜਿਹੜੀ ਗੱਲਬਾਤ ਕੀਤੀ ਸੀ ਉਹ 'ਚ ਮੈਂ ਐਂਡ ਦੇ ਉੱਤੇ ਇਹ ਗੱਲ ਕਹੀ ਸੀ ਕਿ 2 ਵਿਅਕਤੀ ਨੇ ਕਿਸਾਨ ਮੋਰਚੇ ਦੇ ਵਿੱਚ ਜਿਹੜੇ ਬਹੁਤ ਉੱਭਰ ਗਏ, ਇੱਕ ਰਕੇਸ਼ ਟਕੈਤ ਤੇ ਦੂਜਾ ਗੁਰਨਾਮ ਸਿੰਘ ਚੜੂਨੀ। ਦੋਨਾਂ ਨੇ ਸਿੱਧੇ ਤੌਰ ਦੇ ਉੱਤੇ ਇਲੈਕਸ਼ਨ 'ਚ ਜਾਣਾਗਾ, ਔਰ ਇੱਕ ਪੰਜਾਬ ਵਾਲੀਆਂ ਜਾਂ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਲਈ ਸੋਚਣ ਦਾ ਸਵਾਲ ਛੱਡਣਗੇ। ਤੇ ਕੱਲ ਜ਼ਿਕਰ ਕੀਤਾ, ਅੱਜ ਹੀ ਗੁਰਨਾਮ ਸਿੰਘ ਚੜੂਨੀ ਦਾ ਜਿਹੜਾ ਬਿਆਨ ਆ ਉਹ ਆ ਗਿਆ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਪੰਜਾਬ ਦੀ ਇਲੈਕਸ਼ਨ ਲੜਨੀ ਚਾਹੀਦੀ ਆ, ਪੰਜਾਬ ਦੇ ਵਿੱਚ ਬਦਲ ਦੇਣਾ ਚਾਹੀਦਾ, ਪੰਜਾਬ ਦੇ ਵਿੱਚ ਰਾਜ ਸਥਾਪਿਤ ਕਰਨਾ ਚਾਹੀਦਾ, ਔਰ ਫਿਰ ਦਿਖਾਉਣਾ ਚਾਹੀਦਾ ਕਿ ਇਸ ਤਰੀਕੇ ਦੇ ਨਾਲ ਰਾਜ ਹੈਗਾ ਜਿਹੜਾ ਉਹ ਹੁੰਦਾ ਹੈਗਾ। ਤਾਂ ਉਸ ਤੋਂ ਬਾਅਦ ਗਿੱਲ ਸਾਹਿਬ ਇੱਕ ਬਹੁਤ ਜ਼ਿਆਦਾ ਸਿਆਸੀ ਉਥਲ ਪੁਥਲ ਆ ਜਿਹੜੀ ਦੇਖਣ ਨੂੰ ਮਿਲ ਰਹੀ ਆ, ਕਿਉਂਕਿ ਜਿਹੜਾ ਗੁਰਨਾਮ ਸਿੰਘ ਚੜੂਨੀ ਹੋਰਾਂ ਦਾ ਬਿਆਨ ਆ ਉਹ ਸਿੱਧੇ ਤੌਰ ਦੇ ਉੱਤੇ ਰਾਜਸੀ ਸਿਆਸਤ ਵਾਲੇ ਪਾਸੇ ਨੂੰ ਜਾਂਦਾ ਹੈ। ਭਾਜਪਾ ਵਾਲਿਆਂ ਨੇ ਨਾਲ ਦੀ ਨਾਲ ਹਰਜੀਤ ਗਰੇਵਾਲ ਵਰਗਿਆਂ ਨੇ ਮੀਡੀਆ 'ਚ ਬਿਆਨ ਦੇਣੇ ਸ਼ੁਰੂ ਕਰਤੇ। ਉਹ ਕਹਿੰਦੇ ਇਸ ਤਾਂ ਪਹਿਲਾਂ ਹੀ ਕਹਿੰਦੇ ਸੀ, ਦੇਖਿਆ ਇਹ ਤਾਂ ਰਾਜਨੀਤੀ ਕਰਨ ਆਏ ਨੇ, ਇਹ ਤਾਂ ਰਾਜਨੀਤੀ 'ਚ ਆਉਣਾ ਚਾਹੁੰਦੇ ਨੇ, ਕਿਸਾਨਾਂ ਦੇ ਮੰਗਾਂ ਮਸਲਿਆਂ ਨਾਲ ਇਹਨਾਂ ਦਾ ਕੋਈ ਮਤਲਬ ਨਹੀਂ ਹੈ, ਇਹ ਤਾਂ ਰਾਜਨੀਤਿਕ ਲੋਕ ਨੇ। ਉਹਨਾਂ ਨੂੰ ਇੱਕ ਸਪੇਸ ਮਿਲ ਗਈ, ਉਹਨਾਂ ਨੂੰ ਗੱਲ ਕਹਿਣ ਦਾ ਇੱਕ ਮੌਕਾ ਮਿਲ ਗਿਆ। ਭਾਜਪਾ ਵਾਲਿਆਂ ਨੂੰ ਇੱਕ ਵਾਜਬੀਅਤ ਬਣ ਗਈ ਉਹਨਾਂ ਦੇ ਜਿਹੜੀਆਂ ਤੱਥ ਜਿਹੜੀਆਂ ਦਲੀਲਾਂ ਉਹ ਦਿੰਦੇ ਸੀ ਉਹਨਾਂ ਦੀ। ਔਰ ਅਕਾਲੀ ਦਲ ਵਾਲੇ ਔਖੇ ਹੋ ਗਏ, ਉਹਨਾਂ ਨੂੰ ਇਹ ਲੱਗਿਆ ਵੀ ਅਸੀਂ ਤਾਂ ਇਸ ਮੋਰਚੇ ਦੀ ਸਪੋਰਟ ਕਰ ਰਹੇ ਹਾਂ। ਕਾਂਗਰਸ ਵਾਲਿਆਂ ਨੂੰ ਵੀ ਲੱਗਿਆ, ਆਮ ਆਦਮੀ ਪਾਰਟੀ ਨੂੰ ਲੱਗਿਆ ਵੀ ਅਸੀਂ ਤਾਂ ਇਸ ਮੋਰਚੇ ਦੀ ਗੈਰ ਸਿਆਸੀ ਕਹਿ ਕੇ ਸਪੋਰਟ ਕਰ ਰਹੇ ਹਾਂ, ਵਰਕਰ ਵੀ ਭੇਜੇ ਨੇ। ਹੁਣ ਜੇ ਆਪ ਹੀ ਸਿਆਸਤ ਦੇ ਵਿੱਚ ਉਤਰਿਆ ਏ ਤਾਂ ਫਿਰ ਸਾਡਾ ਕੀ ਬਣੂਗਾ? ਇਸ ਚੀਜ਼ ਨੂੰ ਲੈ ਕੇ ਸਵਾਲ ਖੜੇ ਹੋ ਗਏ। ਇੱਕ ਗੱਲ ਗਿੱਲ ਸਾਹਿਬ ਸਾਫ਼ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਹੀ ਰਹਿਣਾ ਚਾਹੀਦਾ। ਜੇ ਉਹ ਸਿਆਸਤ ਵਾਲੇ ਪਾਸੇ ਆਉਣਗੀਆਂ ਤਾਂ ਉਹਨਾਂ ਦਾ ਜਿਹੜਾ ਇਸ ਰੂਪ ਦੇ ਵਿੱਚ ਸਥਿਤੀ ਬਣੂਗੀ ਕਿ ਸਵਾਲ ਇਹ ਉੱਠਣਗੇ ਕਿ ਭਾਈ ਇਹ ਤਾਂ ਆਈ ਸਿਆਸਤ ਕਰ ਲਈਏ। ਸਭ ਤੋਂ ਪਹਿਲਾਂ ਉਹਨਾਂ ਦਾ ਏਜੰਡਾ ਇੱਕੋ ਹੋਣਾ ਚਾਹੀਦਾ, ਕਿਸਾਨ ਮਸਲੇ ਹੱਲ ਕਰਾਉਣਾ। ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਜਦੋਂ ਤੱਕ MSP ਦੀ ਗਰੰਟੀ ਨਹੀਂ ਹੁੰਦੀ, ਜਦੋਂ ਤੱਕ ਕਿਸਾਨਾਂ ਦਾ ਜਿਹੜਾ ਕਰਜ਼ਾ ਹੈਗਾ ਉਹ ਨਹੀਂ ਚੜ੍ਹਨੋਂ ਹਟਦਾ, ਉਦੋਂ ਤੱਕ ਕਿਸਾਨ ਜਥੇਬੰਦੀਆਂ ਨੂੰ ਸਿਆਸਤ ਵਾਲੇ ਪਾਸੇ ਪੈਰ ਨਹੀਂ ਪੱਟਣਾ ਚਾਹੀਦਾ। ਜੇ ਉਹ ਪੱਟਣਗੀਆਂ ਇਸ ਪਾਸੇ ਨੂੰ ਪੈਰ ਤਾਂ ਉਹ ਸਰਕਾਰ ਦੇ ਲਈ ਇੱਕ ਮਤਲਬ ਕਹਿਣ ਨੂੰ ਮੌਕਾ ਮਿਲ ਜੂ, ਇੱਕ ਦਲੀਲ ਮਿਲ ਜੂਗੀ। ਲੇਕਿਨ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ ਰੱਦ ਕੀਤੀ ਹੈ ਗੁਰਨਾਮ ਸਿੰਘ ਚੜੂਨੀ ਦੀ ਸਟੇਟਮੈਂਟ, ਔਰ ਬਕਾਇਦਾ ਤੌਰ ਤੇ ਬਲਬੀਰ ਰਾਜੇਵਾਲ ਨੇ ਵੀ, ਡਾਕਟਰ ਦਰਸ਼ਨਪਾਲ ਨੇ ਵੀ, ਉਹਨਾਂ ਨੇ ਕਿਹਾ ਹੈਗਾ ਕਿ
ਇਹ ਉਹਨਾਂ ਦਾ ਪਰਸਨਲ ਵਿਊ ਆ, ਉਹਨਾਂ ਦੇ ਨਿੱਜੀ ਵਿਚਾਰ ਨੇ। ਸੰਯੁਕਤ ਮੋਰਚਾ ਇਹਦੇ ਨਾਲ ਸਹਿਮਤ ਨਹੀਂ, 32 ਕਿਸਾਨ ਜਥੇਬੰਦੀਆਂ ਇਹਦੇ ਨਾਲ ਸਹਿਮਤ ਨਹੀਂ ਹੈਗੀਆਂ, ਔਰ ਉਹਨਾਂ ਨੇ ਕਿਹਾ ਕਿ ਅਸੀਂ ਸਿਆਸਤ ਦੇ ਵਿੱਚ ਨਹੀਂ ਆ ਰਹੇ। ਜੇ ਸਿਆਸਤ ਦੇ ਵਿੱਚ ਆਉਣਗੀਆਂ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਇੱਕ ਵਾਰ ਤਾਂ ਲੱਗਦਾ ਵੀ ਵਾਕਈ ਬਦਲ ਹੋ ਜੂ, ਲੇਕਿਨ ਇਹ ਇੱਕ ਵਰਗ ਹੈ, ਇਸ ਇੱਕ ਵਰਗ ਦੀਆਂ ਜਥੇਬੰਦੀਆਂ ਦੇ ਨਾਲ ਲੋਕਾਂ ਦੇ ਹਿੱਤ ਨਹੀਂ ਜੁੜੇ। ਇਸ ਕਰਕੇ ਇਹ ਪੋਲਿਟਿਕਸ ਵਾਲੇ ਪਾਸੇ ਨੂੰ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ, ਤੇ ਉਹਨਾਂ ਨੇ ਕਹਿ ਵੀ ਦਿੱਤਾ ਵੀ ਅਸੀਂ ਨਹੀਂ ਆ ਰਹੇ ਜੀ। ਅੱਛਾ ਜੀ, ਸਿਮਰਨਜੀਤ ਸਿੰਘ ਬੈਂਸ ਤੇ ਫਿਰ ਜਿਹੜਾ ਕੇਸ ਹੁਣ ਚੱਲੂ ਜੀ ਬਲਾਤਕਾਰ ਦਾ। ਜੀ ਗੱਲ ਸਾਹਿਬ, ਦੇਖੋ ਇਸ ਮਸਲੇ ਦੇ ਵਿੱਚ ਪੁਲਿਸ ਕੋਲੇ ਇੱਕ ਔਰਤ 44 ਸਾਲਾਂ ਦੀ ਗਈ ਸੀ। ਉਸਨੇ ਕਿਹਾ ਕਿ ਮੈਂ ਆਪਦਾ ਕੋਈ ਫੈਮਿਲੀ ਦਾ ਮਸਲਾ ਲੈ ਕੇ ਸਿਮਰਨਜੀਤ ਸਿੰਘ ਬੈਂਸ ਹੋਰਾਂ ਕੋਲ ਗਈ ਸੀ, ਔਰ ਸਿਮਰਨਜੀਤ ਸਿੰਘ ਬੈਂਸ ਹੋਰਾਂ ਨੇ ਮੈਨੂੰ ਬਾਰ-ਬਾਰ ਬੁਲਾਇਆ ਔਰ ਉਸ ਤੋਂ ਬਾਅਦ ਜ਼ਬਰ ਜਨਾਹ ਕੀਤਾ। ਉਸਨੇ ਇਹ ਪੁਲਿਸ ਕੋਲੇ ਆਦੀ ਗੱਲ ਲੈ ਕੇ ਗਈ ਸੀ। ਪੁਲਿਸ ਦੇ ਵੱਲੋਂ ਕੇਸ ਨਹੀਂ ਸੀ ਦਰਜ ਕੀਤਾ ਜਾ ਰਿਹਾ, ਜਿਸ ਤੋਂ ਬਾਅਦ ਉਹ ਔਰਤ ਜਿਹੜੀ ਉਹ ਅਦਾਲਤ ਚਲੀ ਗਈ। ਅਦਾਲਤ ਨੇ ਅੱਜ ਇਸ ਵਿਸ਼ੇ ਦੇ ਉੱਤੇ ਪੁਲਿਸ ਨੂੰ ਆਰਡਰ ਕੀਤਾ ਹੈ, ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਉਸ 44 ਸਾਲ ਦੀ ਔਰਤ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਜਿਹੜਾ ਉਹ ਰੇਪ ਦਾ FIR ਆ ਜਿਹੜੀ ਉਹ ਦਰਜ ਕੀਤੀ ਜਾਵੇ। ਔਰ ਇਹ ਜਿਹੜੀ ਅਦਾਲਤ ਹੈ ਲੁਧਿਆਣਾ ਦੀ ਐਡੀਸ਼ਨਲ ਚੀਫ ਜਸਟਿਸ ਸ਼੍ਰੀ ਹਰਸਿਮਰਨਜੀਤ ਸਿੰਘ, ਉਹਨਾਂ ਦੀ ਅਦਾਲਤ ਨੇ ਜਿਹੜਾ ਉਹ ਲੋਕਲ ਪੁਲਿਸ ਨੂੰ ਕਿਹਾਗਾ ਕਿ ਸਿਮਰਨਜੀਤ ਸਿੰਘ ਬੈਂਸ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ। ਸੋ ਬੈਂਸ ਦੀਆਂ ਮੁਸ਼ਕਲਾਂ ਵਧਣ ਗਈਆਂ ਜੀ। ਹੁਣ ਤੱਕ ਮਤਲਬ ਜਿਹੜੇ ਵਕੀਲ ਨੇ ਉਹ ਇਹ ਕਹਿ ਰਹੇ ਸੀਗੇ ਕਿ ਸਿਮਰਨਜੀਤ ਸਿੰਘ ਬੈਂਸ ਨੂੰ ਕਾਂਗਰਸ ਪਾਰਟੀ ਸਪੋਰਟ ਕਰ ਰਹੀ ਸੀ ਅੰਦਰ ਖਾਤੇ, ਜਿਸ ਕਰਕੇ ਕੇਸ ਦਰਜ ਨਹੀਂ ਸੀ ਹੋ ਰਿਹਾ। ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ, ਕਿੱਡਾ ਕੁ ਸੱਚ ਹੈ? ਭਾਰਤ ਭੂਸ਼ਣ ਆਸ਼ੂ ਦੇ ਉੱਤੇ ਵੀ ਦੋਸ਼ ਲੱਗਦੇ ਨੇ ਕਿ ਉਹ ਸ਼ੈਲਟਰ ਕਰ ਰਿਹਾ ਸੀ ਇਸ ਮਸਲੇ ਨੂੰ, ਤਾਂ ਇਹ ਤਾਂ ਪਤਾ ਨਹੀਂ। ਲੇਕਿਨ ਹੁਣ ਜਦੋਂ ਇੱਕ ਵਾਰ FIR ਹੁੰਦੀ ਆ ਤਾਂ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ 'ਚ ਪੁੱਛ ਪੜਤਾਲ ਵੀ ਹੋ ਸਕਦੀ ਆ। ਸੋ ਇਲੈਕਸ਼ਨ ਸਿਰ ਤੇ ਨੇ, ਤਾਂ ਕਿਤੇ ਨਾ ਕਿਤੇ ਇਸ ਮਸਲੇ ਦੀ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਗੂੰਜ ਦਿਖਾਈ ਦੇਊਗੀ। ਔਰ ਔਰਤ ਦਾ ਮਸਲਾ ਹੈਗਾ, ਔਰਤ ਜੇ ਦੋਸ਼ ਲਾ ਰਹੀ ਆ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਨਾ ਕੋਈ ਗੱਲ ਆ ਜਿਹੜੀ ਉਹ ਹੋ ਸਕਦੀ ਆ ਜੀ। ਅੱਛਾ, ਨਾਲ ਹੀ ਇਹ ਦੱਸਿਓ ਕਿ ਬਿਜਲੀ ਸੰਕਟ ਦਾ ਕੀ ਹੋ ਰਿਹਾ? ਬਿਜਲੀ ਸੰਕਟ ਦੇ ਨਾਲ ਹੀ ਇੱਕ ਕੁਲਵੀਰ ਨਰੂਆਣਾ ਮੁੰਡਾ ਜਿਹੜਾ ਗੈਂਗਸਟਰ, ਉਹਦਾ ਕਤਲ ਹੋਇਆ ਜੀ। ਜੀ ਗੱਲ ਸਾਹਿਬ, ਦੇਖੋ ਬਿਜਲੀ ਸੰਕਟ ਤਾਂ ਬਹੁਤ ਗਰਮਾਇਆ ਹੋਇਆ ਪੰਜਾਬ 'ਚ, ਬਿਜਲੀ ਪੂਰੀ ਨਹੀਂ ਹੋ ਰਹੀ। ਔਰ ਜਿਹੜੇ ਪ੍ਰਾਈਵੇਟ ਥਰਮਲ ਨੇ, ਪ੍ਰਾਈਵੇਟ ਕੰਪਨੀਆਂ ਨਾਲ ਜਿਹੜੇ ਅਕਾਲੀ ਭਾਜਪਾ ਸਰਕਾਰ ਦੇ ਕੀਤੇ ਹੋਏ ਸਮਝੌਤੇ ਨੇ, ਜਿਹੜੇ ਕਪਤਾਨ ਸਾਹਿਬ ਨੇ ਰੱਦ ਨਹੀਂ ਕੀਤੇ, ਉਹ ਸਮਝੌਤਿਆਂ ਦੇ ਕਰਕੇ ਹੁਣ ਕਿਸਾਨ ਆ ਜਿਹੜੇ ਨਾ ਤਾਂ ਮੋਟਰਾਂ ਤੇ 8 ਘੰਟੇ ਬਿਜਲੀ ਪੂਰੀ ਹੋ ਰਹੀ ਆ, ਨਾ ਪਿੰਡਾਂ 'ਚ 24 ਘੰਟੇ ਬਿਜਲੀ ਪੂਰੀ ਹੋ ਰਹੀ ਆ। ਸ਼ੈਲਰਾਂ ਨੂੰ, ਫੈਕਟਰੀਆਂ ਨੂੰ, ਕਾਰਖਾਨਿਆਂ ਨੂੰ ਕਹਿਤਾ ਵੀ ਤੁਸੀਂ ਬੰਦ ਰੱਖੋ ਕੁਛ ਘੰਟੇ, 12 ਐਤਵਾਰ ਦੀ ਬਿਲਕੁਲ ਛੁੱਟੀ ਕਰੋ, AC ਸਰਕਾਰੀ ਦਫ਼ਤਰਾਂ 'ਚ ਲਾਉਣੇ ਨਹੀਂ ਹਨ। ਤਾਂ ਇਸ ਦੇ ਬਾਵਜੂਦ ਵੀ ਬਿਜਲੀ ਪੂਰੀ ਨਹੀਂ ਹੋ ਰਹੀ। ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਟਵੀਟ ਕੀਤੇ ਨੇ ਧੜਾ ਧੜ, ਉਹਨਾਂ ਨੇ ਕਿਹਾਗਾ ਕਿ ਦਿੱਲੀ ਵਾਲਾ ਮਾਡਲ ਵੀ ਨਹੀਂ ਚਾਹੀਦਾ, ਪੰਜਾਬ ਵਾਲਾ ਜਿਹੜਾ ਇਹ ਸਮਝੌਤੇ ਹੋਏ ਨੇ ਇਹ ਵੀ ਨਹੀਂ ਚਾਹੀਦਾ, ਪੰਜਾਬ ਨੂੰ ਇੱਕ ਨਵੇਂ ਪਾਸੇ ਨੂੰ ਤੁਰਨਾ ਚਾਹੀਦਾ। ਸੋਲਰ ਐਨਰਜੀ ਹੈ, ਪਾਣਾ ਐਨਰਜੀ ਹੈ, ਇਸ ਪਾਸੇ ਨੂੰ ਤੁਰਨਾ ਚਾਹੀਦਾ। ਜਿੱਥੋਂ ਤੱਕ ਦੇਖੋ ਗਿੱਲ ਸਾਹਿਬ, ਕੁਲਵੀਰ ਸਿੰਘ ਨਰੂਆਣਾ ਦਾ ਮਾਮਲਾ ਹੈਗਾ। ਕੁਲਵੀਰ ਸਿੰਘ ਨਰੂਆਣਾ ਪੰਜਾਬ ਦਾ A ਕੈਟਾਗਰੀ ਦਾ ਪੁਲਿਸ ਦੇ ਅਨੁਸਾਰ ਗੈਂਗਸਟਰ ਰਿਹਾ ਗਾ। ਪਿਛਲੇ ਸਮੇਂ ਦੇ ਵਿੱਚ ਕੁਲਵੀਰ ਨਰੂਆਣਾ ਦੇ ਖਿਲਾਫ ਦਰਜਨ ਤੋਂ ਵੱਧ ਮਾਮਲੇ ਦਰਜ ਰਹੇ ਨੇ। ਹੁਣ ਇਸ ਵਕਤ ਉਹ ਸਮਾਜ ਸੇਵਾ ਵਾਲੇ ਪਾਸੇ ਪਿਆ ਹੋਇਆ ਸੀਗਾ। ਉਹਦੇ ਆਪਦੇ ਹੀ ਮਿੱਤਰ ਮਨਪ੍ਰੀਤ ਉਰਫ ਮੰਨਾ, ਜਿਹੜਾ ਉਹਦੇ ਨਾਲ ਰਹਿੰਦਾ ਸੀ ਪਿਛਲੇ 12 ਸਾਲਾਂ ਤੋਂ ਹਮੇਸ਼ਾ, ਉਸ ਨੇ ਹੀ ਗੋਲੀਆਂ ਮਾਰ ਕੇ ਕੁਲਵੀਰ ਨਰੂਆਣਾ ਦੀ ਹੱਤਿਆ ਕਰਤੀ। ਇੱਕ ਉਹਦੇ ਨਾਲ ਸੀਗਾ ਉਹਦਾ ਹੋਰ ਮਿੱਤਰ ਰਿਸ਼ਤੇਦਾਰ ਵੀ, ਉਹਦੀ ਵੀ ਹੱਤਿਆ ਕਰਤੀ। 2 ਕਤਲ ਨੇ ਜਿਹੜੇ ਉਹ ਕੀਤੇ ਨੇ। ਉਹਦੇ ਆਪਦੇ ਵੀ ਜਿਹੜੇ ਕਾਤਲ ਹੈ ਮੰਨਾ, ਉਹਦੇ ਆਪਦੇ ਵੀ ਪੱਟ ਦੇ ਵਿੱਚ ਗੋਲੀ ਵੱਜੀ, ਲੇਕਿਨ ਉੱਥੋਂ ਗੱਡੀ ਲੈ ਕੇ ਫਿਰ ਵੀ ਫਰਾਰ ਹੋ ਗਿਆ ਸੀ। ਰਸਤੇ ਦੇ ਵਿੱਚ ਉਹ ਡਿੱਗ ਪਿਆ ਕਿਉਂਕਿ ਪੁਲਿਸ ਅਨੁਸਾਰ ਉਹਨੇ ਨਸ਼ਾ ਵੀ ਕੀਤਾ ਹੋਇਆ ਸੀਗਾ, ਔਰ ਉੱਥੋਂ ਉਹਨੂੰ ਘੁੱਦਾ ਹਸਪੀਟਲ ਲਿਜਾਇਆ ਗਿਆ। ਉੱਥੋਂ ਬਠਿੰਡਾ ਦੇ ਸਿਵਲ ਹਸਪੀਟਲ ਦੇ ਵਿੱਚ ਉਹ ਜੇਰੇ ਇਲਾਜ ਦੱਸਿਆ ਜਾਂਦਾ ਹੈਗਾ। ਸੋ ਇਹ ਅਸਲ ਦੇ ਵਿੱਚ ਗੱਲ ਸਾਹਿਬ ਮਸਲਾ ਇਹੀ ਹੈਗਾ ਕਿ ਜਿਹੜੇ ਗੈਂਗਸਟਰ ਉੱਠੇ, ਉਹ ਕਿਉਂ ਉੱਠੇ? ਸਿਆਸਤਦਾਨਾਂ ਦੇ, ਪੁਲਿਸ ਦੇ ਗੱਠਜੋੜ ਦੇ ਪੈਦਾ ਕੀਤੇ ਹੋਏ ਨੇ। ਇਹਨਾਂ ਦੀ ਕੋਈ ਸੋਚ ਨਹੀਂ, ਕੋਈ ਸਮਝ ਨਹੀਂ ਹੈ। ਇਹਨਾਂ 'ਚੋਂ ਬਹੁਤੇ ਇੱਕ ਦੂਜੇ ਨੇ ਮਾਰੇ ਨੇ, ਜੇ ਦੇਖਿਆ ਜਾਵੇ। ਬਹੁਤਿਆਂ ਨੇ ਇੱਕ ਦੂਜੇ ਦੀਆਂ CIDਆਂ ਪੁਲਿਸ ਨੂੰ ਕੀਤੀਆਂ ਨੇ। ਬਹੁਤਿਆਂ ਨੇ ਮਤਲਬ ਸਿਆਸਤਦਾਨਾਂ ਦੇ ਹੱਥ ਠੋਕੇ ਬਣ ਕੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਨੇ। ਸੋ ਜਦੋਂ ਕੋਈ ਵਿਚਾਰਧਾਰਾ ਨਹੀਂ ਹੁੰਦੀ, ਕੋਈ ਸੋਚ ਨਹੀਂ ਹੁੰਦੀ, ਹਥਿਆਰ ਆ ਜਾਂਦੇ ਨੇ, ਫਿਰ ਉਹ ਹਥਿਆਰ ਜਿੱਧਰ ਨੂੰ ਚੱਲਦੇ ਨੇ ਉੱਧਰ ਨੂੰ ਚਲਾਉਂਦੇ ਨੇ, ਆਪਣਿਆਂ ਦੇ ਖਿਲਾਫ ਵੀ ਚਲਾਉਂਦੇ ਨੇ। ਸੋ ਯਾਰੀਆਂ, ਦੋਸਤੀਆਂ, ਇਸ ਪਾਸੇ ਜਿਹੜੇ ਮਤਲਬ ਬਹੁਤੇ ਕਤਲ ਇੱਕ ਦੂਜੇ ਦੇ ਕਰਨੇ, ਇਹ ਮੰਦਭਾਗਾ ਵਰਤਾਰਾ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਾਪਰਦਾ ਆਇਆ ਹੈਗਾ। ਸੋ ਹੁਣ ਕੁਲਵੀਰ ਨਰੂਆਣਾ ਦੇ ਉੱਤੇ ਪਿੱਛੇ ਜੇ ਵੀ ਹਮਲਾ ਹੋਇਆ ਸੀ, ਉਦੋਂ ਉਹਦੀ ਗੱਡੀ ਬੁਲਟ ਪ੍ਰੂਫ ਹੋਣ ਕਰਕੇ ਬਚ ਗਿਆ ਸੀ ਉਹ, ਲੇਕਿਨ ਅੱਜ ਉਸ ਦਾ ਜਿਹੜਾ ਕਤਲ ਆ ਉਹ ਹੋ ਗਿਆ ਹੈਗਾ ਜੀ।
ਮੋਗੇ ਜ਼ਿਲ੍ਹੇ 'ਚ ਮਖੌਲ ਕਰਦੇ ਜ਼ਹਿਰ ਖਾ ਲਈ ਮੀਆਂ ਬੀਬੀ ਨੇ, ਇਹ ਕਿਹੜਾ ਕੰਮ ਹੋਇਆ ਬਈ? ਜੀ ਜੀ ਗਿੱਲ ਸਾਹਿਬ, ਇਹ ਵੀ ਦੇਖੋ ਬੜਾ ਮਤਲਬ ਮਖੌਲ ਕਰਦੇ ਕਰਦੇ ਪਤੀ ਪਤਨੀ ਨੂੰ ਮਜ਼ਾਕ ਦੇ ਵਿੱਚ ਪਤਾ ਲੱਗਿਆ ਗਾ ਕਿ ਕਹਿੰਦਾ ਪਤਨੀ ਕਹਿੰਦੀ ਤੂੰ ਮੇਰੇ ਲਈ ਕੀ ਕਰ ਸਕਦਾ, ਉਹ ਕਹਿੰਦਾ ਮੈਂ ਤੇਰੇ ਲਈ ਜ਼ਹਿਰ ਖਾ ਸਕਦਾ। ਉਹਨੂੰ ਪੁੱਛਿਆ ਵੀ ਤੂੰ ਮੇਰੇ ਲਈ ਕੀ ਕਰ ਸਕਦੀ ਆ, ਉਹ ਕਹਿੰਦੀ ਮੈਂ ਵੀ ਤੇਰੇ ਲਈ ਜ਼ਹਿਰ ਖਾ ਸਕਦੀ ਆ। ਉਹ ਕਹਿੰਦਾ ਲੈ ਖਾ ਕੇ ਦਿਖਾ। ਉੱਥੇ ਗਿੱਲ ਸਾਹਿਬ ਪਰਿਵਾਰ ਦੇ ਬੰਦੇ ਵੀ ਕੋਲੇ ਨੇ, ਉਸ ਮਤਲਬ ਪਾਣੀ ਦੇ ਵਿੱਚ ਕੋਲਡ ਡਰਿੰਕ ਦੇ ਵਿੱਚ ਜਿਹੜਾ ਉਹ ਜ਼ਹਿਰ ਮਿਲਾਇਆ ਜਾਂਦਾ ਗਾ। ਇਹ ਘਟਨਾ ਸਮਾਲਸਰ, ਮੋਗਾ ਜ਼ਿਲ੍ਹੇ ਦੇ ਵਿੱਚ ਸਮਾਲਸਰ ਥਾਣੇ ਦੇ ਨਾਲ ਪਿੰਡ ਪੈਂਦਾ ਬੈਰੋਕੇ ਦੀ ਦੱਸੀ ਜਾਂਦੀ ਹੈ। ਔਰ ਜ਼ਹਿਰੀਲੀ ਦਵਾਈ ਪਾ ਕੇ ਜਿਹੜੀ ਉਹ ਹਾਸੀ ਮਜ਼ਾਕ ਦੇ ਵਿੱਚ ਵੀ ਪੀ ਲੇਗਾ, ਉਹ ਕਹਿੰਦੀ ਹਾਂ ਪੀ ਲੂੰ, ਉਹ ਕਹਿੰਦਾ ਤੂੰ ਪੀ ਲੇਗਾ। ਇਸ ਤਰੀਕੇ ਦੇ ਨਾਲ ਹੀ ਕਹਿੰਦੇ ਪੀ ਗਏ। ਉਹਦੇ ਚੋਂ ਪਤਨੀ ਦੀ ਜਿਹੜੀ ਉਹ ਮੌਤ ਹੋ ਗਈ ਹੈ, ਔਰ ਉਹਦਾ ਪਤੀ ਹੈ ਜਿਹੜਾ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਿਹਾ ਹੈਗਾ ਜੀ। ਦਲੀਪ ਕੁਮਾਰ ਦਾ ਜੀ ਫਿਰ ਰੁਖਸਤ ਹੋ ਗਏ ਇੱਥੋਂ ਦਲੀਪ ਕੁਮਾਰ ਜੀ? ਜੀ ਜੀ ਗਿੱਲ ਸਾਹਿਬ, ਅੱਜ ਫਿਲਮੀ ਅਦਾਕਾਰ ਦਲੀਪ ਕੁਮਾਰ ਦਾ ਜਿਹੜਾ 98 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਉਹਨਾਂ ਨੇ ਕਈ ਦਹਾਕੇ ਹਿੰਦੀ ਫਿਲਮਾਂ ਦੇ ਵਿੱਚ ਇੱਕ ਮਕਬੂਲ ਅਦਾਕਾਰ ਦੇ ਤੌਰ ਦੇ ਉੱਤੇ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ। ਪਾਕਿਸਤਾਨ ਦੇ ਵਿੱਚ ਜਨਮੇ ਸੀਗੇ ਜੀ, ਬੇਸਿਕਲੀ ਉਹ ਮੁਸਲਿਮ ਬਰਾਦਰੀ ਨੂੰ ਬਿਲੋਂਗ ਕਰਦੇ ਸੀਗੇ। ਇੱਧਰ ਆਏ, ਫਿਲਮਾਂ ਦੇ ਵਿੱਚ ਉਹਨਾਂ ਨੇ ਆਪਣਾ ਫਿਲਮੀ ਨਾਂ ਗਾ ਜਿਹੜਾ ਉਹ ਦਲੀਪ ਕੁਮਾਰ ਰੱਖਿਆ, ਔਰ ਉਹਨਾਂ ਦਾ ਨਾਮ ਦਲੀਪ ਕੁਮਾਰ ਦੇ ਤੌਰ ਦੇ ਉੱਤੇ ਮਸ਼ਹੂਰ ਹੋਇਆ। ਸੋ ਅੱਜ ਉਹਨਾਂ ਨੂੰ ਜਿਹੜਾ ਸਰਕਾਰੀ ਸਨਮਾਨਾਂ ਦੇ ਨਾਲ ਮੁੰਬਈ ਦੇ ਵਿੱਚ ਜਿਹੜਾ ਉਹ ਸਪੁਰਦੇ ਖਾਕ ਕੀਤਾ ਗਿਆ। ਉਹਨਾਂ ਨੂੰ ਕਈ ਅਵਾਰਡ ਮਿਲੇ, ਬੜਾ ਮਾਣ ਸਤਿਕਾਰ ਜਿਹੜਾ ਉਹਨਾਂ ਦਾ ਕੀਤਾ ਜਾਂਦਾ ਸੀ ਪਾਕਿਸਤਾਨ ਦੇ ਵਿੱਚ ਵੀ, ਭਾਰਤ ਦੇ ਵਿੱਚ ਵੀ ਜੀ। ਧੰਨਵਾਦ ਜੀ, ਕੱਲ ਨੂੰ ਸਵੇਰੇ ਗੱਲਬਾਤ ਕਰਦੇ ਹਾਂ ਫਿਰ। ਸ਼ੁਕਰੀਆ ਗੱਲ। ਹੇਸ਼ੀਅਨ ਰਾਸ਼ਟਰਪਤੀ ਜੁਵੇਨਲ ਮੋਈਸ ਜਿਹੜਾ ਹੈ ਘਰ ਦੇ ਵਿੱਚ ਗਾਰਡਸ ਦੇ ਹੁੰਦਿਆਂ ਹੋਇਆਂ ਮਾਰ ਕੱਟਿਆ। ਬੰਦੇ ਅੰਦਰ ਵੜ ਗਏ। 53 ਵਰ੍ਹਿਆਂ ਦਾ, 2 ਸਾਲ ਹੋ ਗਏ ਰਾਸ਼ਟਰਪਤੀ ਬਣੇ ਨੂੰ। ਤੇ ਕਮਾਲ ਹੋ ਗਈ, ਸਟੇਟ ਦਾ ਹੈੱਡ ਹੈ ਤੇ ਇਲੈਕਸ਼ਨਸ ਨਹੀਂ ਹੋ ਸਕੀਆਂ ਤੇ ਪਿਛਲੇ 2 ਸਾਲਾਂ ਤੋਂ ਰਾਸ਼ਟਰਪਤੀ ਬਣਿਆ ਹੋਇਆ ਸੀ। ਐਂਟਰਮ ਪ੍ਰੀਮੀਅਰ ਵੀ ਹੈ ਉੱਥੇ ਤੇ ਪ੍ਰਾਈਵੇਟ ਰੈਜ਼ੀਡੈਂਸ ਦੇ ਵਿੱਚ ਜਦ ਬੜੇ ਤੇ ਗੋਲੀਆਂ ਮਾਰੀਆਂ ਤੇ ਘਰ ਵਾਲੀ ਨੂੰ ਵੀ ਗੋਲੀ ਲੱਗੀ ਹੋਈ ਹੈ। ਸੋ ਇਹ ਜਿਹੜੀ ਹੁਣ ਇਹ ਦੇਸ਼ ਨੇ ਜਿਹੜੇ ਲੋਕਤੰਤਰ ਦੇ ਥੱਲੇ ਆਉਂਦੇ ਨੇ, ਯੂਨਾਈਟਿਡ ਨੇਸ਼ਨ ਦੇ ਜੇ ਤੇ ਬਹੁਤ ਗੱਲਾਂ ਚਲਦੀਆਂ ਨੇ, ਪਰ ਮਾੜੇ ਦੇਸ਼ 'ਚ ਤੁਸੀਂ ਰਾਜ ਨਹੀਂ ਕਰ ਸਕਦੇ। ਕੱਲ੍ਹ ਦੀ ਗੱਲ ਆਪਾਂ ਕਰਾਂਗੇ ਅੱਗੇ। ਅੱਜ ਅਜੇਪਾਲ ਸਿੰਘ ਬਰਾੜ ਉਹਨਾਂ ਨਾਲ ਵੀ ਇਹ ਗੱਲ ਹੋਣੀ ਹੈ ਕਿ 20 ਵਰ੍ਹੇ ਰਹਿ ਕੇ 2021 ਦੇ ਵਿੱਚ ਇੱਕ ਦੇ ਗਏ ਹੋਏ ਅਮਰੀਕਨ ਹੁਣ ਖਾਲੀ ਖੁੱਲ੍ਹਾ ਛੱਡ ਕੇ ਤਾਲਿਬਾਨਾਂ ਲਈ ਅਫਗਾਨਿਸਤਾਨ ਜਿਹੜਾ ਉਹ ਛੱਡਿਆ ਹੈ। ਇਹੀ ਹੁੰਦਾ ਦੇਸ਼ਾਂ ਦੇ ਆਪਣੇ, ਦੇਸ਼ਾਂ ਦੇ ਰਾਸ਼ਟਰਪਤੀ, ਦੇਸ਼ਾਂ ਦੇ ਆਪਣੇ ਸਟੇਟਸ ਦੇ ਆਪਣੇ ਜਿਹੜੇ ਨੇ ਇਸ਼ੂਜ਼ ਨੇ ਉਹਨਾਂ ਨੂੰ ਆਪਣੇ ਠੀਕ ਕਰਨੇ ਚਾਹੀਦੇ ਨੇ। ਇਹ ਬਹੁਤ ਵੱਡੀ ਨਬਜ਼ ਜਿਹੜੀ ਟੋਹੀ ਹੋਈ ਸੀ ਬਾਈਡਨ ਨੇ ਕਿ ਲੋਕ ਨਹੀਂ ਚਾਹੁੰਦੇ, ਉਹ ਕਹਿੰਦੇ ਤੁਸੀਂ ਆਪਣਾ ਰਹੋ ਯਾਰ, ਅਸੀਂ ਕੀ ਕਰਨਾ, ਕਿੱਥੇ ਕਿੱਥੇ ਠੇਕਾ ਲਿਆ ਹੋਇਆ। ਹੁਣ ਜਿਹੜੀ ਦੂਜਾ ਜਿਹੜਾ 1947 ਦੀ ਗੱਲ ਹੈ, ਦੂਸਰੀ ਵਿਸ਼ਵ ਯੁੱਧ ਤੋਂ ਬਾਅਦ ਤੇ ਜਦ ਦੇਖਿਆ ਕਿ ਵੀ ਨਸਲ ਹੋ ਜੂ ਖਰਾਬ, ਨੀਲੀਆਂ ਅੱਖਾਂ ਭੂਰੀਆਂ ਹੋ ਜਾਣਗੀਆਂ, ਜਨਾਨੀਆਂ ਵੱਧ ਗਈਆਂ, ਬੰਦੇ ਘਟ ਗਏ। ਇੰਗਲੈਂਡ ਵਾਲੇ ਕਹਿੰਦੇ ਚਲੋ ਇਕੱਠਾ ਕਰੋ ਸਮਾਨ, ਹੁਣ ਬਹੁਤ ਸਾਲ 200 ਸਾਲ ਕਰ ਲਿਆ ਰਾਜ, ਢੋ ਲਿਆ ਸਾਰਾ ਕੁਛ, ਹੀਰੇ ਜਵਾਹਰਾਤ ਤੇ ਰਾਜਿਆਂ ਦੇ ਬਹਿਣ ਵਾਲੇ ਤਖਤ ਨੇ ਜਿਹੜੇ ਉਹ ਲੈ ਆਂਦੇ ਵੀ ਚੱਲੀਏ ਹੁਣ ਘਰ ਨੂੰ ਮੁੜੇ ਚੱਲੀਏ। ਸੋ ਉਸ ਸਮੇਂ ਫਿਰ ਇਹ ਚੰਗੀਆਂ ਗੱਲਾਂ ਆ ਜਾਂਦੀਆਂ ਨੇ ਬਈ ਇਹ ਹੈ ਜੀ, ਵੋ ਹੈ, ਵੀ ਆਰ ਗੋਇੰਗ ਬੈਕ, ਐਂਡ ਇਹ ਤਾਂ ਸਭ ਕੁਛ ਜਿਹੜਾ ਇਸ ਤਰ੍ਹਾਂ ਹੀ ਚੱਲਦਾ ਹੈ। ਹੁਣ ਪ੍ਰੈਜ਼ੀਡੈਂਟ ਦੇ ਘਰੇ ਵੜ ਕੇ ਬੰਦਿਆਂ ਦਾ ਕਤਲ ਕਰ ਦੇਣਾ ਪ੍ਰੈਜ਼ੀਡੈਂਟ ਨੂੰ, ਚਲੋ ਬਾਹਰ ਕਿਸੇ ਕਨਵਾਈ ਦੇ ਵਿੱਚ ਹੋਵੇ, ਕਿਸੇ ਸੰਮੇਲਨ 'ਚ ਹੋਵੇ ਬੰਦਾ ਤਾਂ ਮੰਨ ਸਕਦੇ। ਸੋ ਹੇਸ਼ੀਅਨ ਰਾਸ਼ਟਰਪਤੀ ਜਿਹੜਾ ਹੇਟੀ ਦੇ ਵਿੱਚ ਸ਼ੇਰੇ ਪੰਜਾਬ ਨੇ ਤੁਹਾਨੂੰ ਪਤਾ ਹੈ ਕਿ ਮਿਲੀਅਨਸ ਡਾਲਰ ਆਪਾਂ ਇਕੱਠੇ ਕਰਕੇ ਜਦ ਭੁਚਾਲ ਆਇਆ ਸੀ ਭੇਜੇ ਸੀ ਪੈਸੇ। ਤੇ ਪ੍ਰੈਜ਼ੀਡੈਂਟ ਜਿਹੜਾ ਪੈਲਸ ਹੈ, ਪੈਲਸ ਦੇ ਵਿੱਚ ਜਿਹੜਾ ਮਤਲਬ ਅੰਦਰ ਇਹ ਖੈਰ ਪ੍ਰਾਈਵੇਟ ਰੈਜ਼ੀਡੈਂਸ ਦੇ ਵਿੱਚ ਸੀ
ਪੈਲਸ ਦੇ ਵਿੱਚ ਇਹ ਕਿਉਂ ਨਹੀਂ ਸੀ ਉਸ ਸਮੇਂ, ਕਾਰਨ ਕੀ ਸੀ, ਰੱਬ ਜਾਣਦਾ ਕੀ ਕਹਾਣੀ ਹੋਈ ਹੈ। ਤੇ ਕੰਸਪੀਰੇਸੀਜ਼ ਜਦ ਹੁੰਦੀਆਂ ਨੇ ਫਿਰ ਉਹ ਇਸ ਤਰ੍ਹਾਂ ਹੀ ਗੱਲਾਂ ਰਹਿ ਜਾਂਦੀਆਂ ਨੇ, ਅੱਗੇ ਤੋਂ ਅੱਗੇ ਇਹ ਚੱਲਦੀ ਹੈ। ਵੱਡਿਆਂ ਦੇਸ਼ਾਂ 'ਚ ਹੋ ਜਾਂਦੀਆਂ। ਤੁਹਾਡੇ ਸਾਹਮਣੇ ਜਿਹੜਾ ਕੈਨੇਡੀ ਦਾ ਕਤਲ ਹੋਇਆ ਹੀ ਸੀ, ਸ਼ਰੇਆਮ ਜਿਹੜਾ ਅਗਲੇ ਨੇ ਫੜਕਾ ਸੁੱਟਿਆ, ਫਿਰ ਜਿਹਨੇ ਗੋਲੀ ਮਾਰੀ ਉਹਦੇ ਕਿਸੇ ਨੇ ਮਾਰਤੀ। ਇਹ ਤਾਂ ਜਿਹੜੇ ਮਰਸਨਰੀਜ਼ ਨੇ ਤੇ ਦੁਨੀਆ 'ਚ ਬਹੁਤ ਕੁਝ ਚੱਲਦਾ ਹੈ ਜਿਹੜਾ ਅੰਡਰ ਦਾ ਟੇਬਲ। ਤਾਂ ਹੀ ਆ ਜਿਹੜੇ ਤੁਸੀਂ ਦੇਖੋਗੇ ਰਾਸ਼ਟਰਪਤੀ ਜਦ ਚੱਲਦੇ ਨੇ, ਪੁਤਿਨ ਦਾ ਦੇਖਿਓ ਕਾਰਵਾਂ, ਤੇ ਬਾਈਡਨ ਉਹਨਾਂ ਦਾ ਦੇਖਿਓ, ਤੇ ਐਰਡੋਆਨ ਦਾ ਦੇਖਿਓ ਤੁਰਕੀ ਵਾਲੇ ਦਾ, 4-4 ਲਿਮੋਜ਼ੀਨਾਂ ਇੱਕੋ ਹੀ ਰੰਗ ਦੀਆਂ, ਇੱਕੋ ਹੀ ਕਾਗਜ਼ ਪੱਤਰ, ਸੌਰੀ ਇਹੋ ਜਿਹੀ ਬਾਹਰੋਂ ਰੰਗ ਕਿਹਦੇ 'ਚ ਬੈਠਾ ਹੈ ਪਤਾ ਨਹੀਂ, ਆਲੇ ਦੁਆਲੇ ਗੱਡੀਆਂ। ਜਿਹੜੇ ਸਿਕਿਉਰਿਟੀ ਗਾਰਡ ਨੇ ਉਹਨਾਂ ਨੇ ਆਪਣੀ ਸ਼ੀਲਡ ਸਰੀਰ ਦੀ ਮੂਹਰੇ ਦੇ ਦੇਣੀ ਆ ਜਦ ਕੋਈ ਸਮਾਂ ਆਉਂਦਾ ਇਹੋ ਜਿਹਾ। ਸੋ ਐਨੀਵੇਜ਼ ਇਹ ਦੁਨੀਆ ਦਾ ਇੱਕ ਲੋਕਤੰਤਰ ਨੂੰ ਇਹ ਕੋਝਾ ਮਜ਼ਾਕ ਹੈ ਕਿ ਇਸ ਤਰ੍ਹਾਂ ਕਹਾਣੀ ਜਿਹੜੀ ਉਹ ਚੱਲਦੀ ਹੈ। ਤੁਹਾਡੀ ਸਿਹਤ ਦੇ ਬਾਰੇ ਗੱਲ ਕਰ ਲਈਏ। ਵੈਦ ਰੂਬਲ ਜੀ ਪੰਜਾਬ ਨੇ ਹੁਸ਼ਿਆਰਪੁਰ, ਤੇ ਵੱਡੀ ਇੱਕ ਫੈਕਟਰੀ ਜਿਹੜੀ ਹੈ ਗਗਰੇਟ ਦੇ ਵਿੱਚ, ਪਹਿਲੀ ਇੱਕ ਫੈਕਟਰੀ ਸੀ ਦਵਾਈਆਂ ਬਣਾਉਣ ਦੀ, ਉਹਨਾਂ ਨੂੰ ਇੱਕ ਹੁਣ ਬਹੁਤ ਵੱਡੇ ਲਾਰਜ ਸਕੇਲ 'ਤੇ ਉਹਨੂੰ ਮੂਵ ਕਰ ਰਹੇ ਨੇ। ਦਵਾਈਆਂ ਜਿਹੜੀਆਂ ਅਪਰੂਵ ਸਾਰੀਆਂ ਇੱਥੇ ਕੈਨੇਡਾ ਸਰਕਾਰ ਨੇ ਦਵਾਈਆਂ ਅਪਰੂਵ ਕੀਤੀਆਂ ਨੇ, ਉਹ ਨੰਬਰ ਲੱਗ ਕੇ ਦਵਾਈਆਂ ਆ ਰਹੀਆਂ ਨੇ। ਕਲੀਨਿਕ ਸਰੀ ਦਾ ਚੱਲ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੈਦ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਵੇਰ ਦੀ ਪਿਆਰ ਭਰੀ ਨਿੱਘੀ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਨੂੰ ਵੀਡੀਓ ਜਿਹੜੀ ਤੁਸੀਂ ਭੇਜੀ ਫੈਕਟਰੀ ਵਾਲੀ, ਇਹ ਫੈਕਟਰੀ ਤਾਂ ਬਹੁਤ ਲਾਰਜ ਸਕੇਲ ਤੇ ਲੱਗ ਰਹੀ ਹੈ ਜੀ, ਬਹੁਤ ਵੱਡੀ ਲੱਗ ਰਹੀ ਹੈ। ਹਾਂਜੀ 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 ਬਿਲਕੁਲ ਜੀ, ਕਿਉਂਕਿ ਇਸ ਪ੍ਰੋਡਕਟ ਜਿਹੜੇ ਆ ਬਹੁਤ ਜ਼ਿਆਦਾ ਜਿਹੜੇ ਆ ਉਹ ਆਪਣੇ ਇੱਥੇ ਕੈਨੇਡਾ ਦੇ ਵਿੱਚ ਪਾਸ ਹੋਏ ਆ ਤੇ ਅਮਰੀਕਾ ਦੇ ਵਿੱਚ FDA ਅਪਰੂਵਡ ਵੀ ਹੋ ਗਏ। ਵੈਰੀ ਗੁੱਡ। ਉਸ ਕਰਕੇ ਸਾਨੂੰ ਫਿਰ ਇਹ ਸਾਰਾ ਸਿਸਟਮ ਇਹ ਜਿਹੜਾ ਕੈਨੇਡੀਅਨ ਸਟਾਈਲ ਕੋਲੈਬੋਰੇਸ਼ਨ ਦੇ ਹਿਸਾਬ ਦੇ ਨਾਲ ਇਹ ਵੱਡੀ ਕਰਨੀ ਪਈ। ਮੈਂ ਹੈਰਾਨ ਹੋ ਗਿਆ ਵੀ ਆਯੁਰਵੇਦ ਦੇ ਵਿੱਚ ਉਖਲੀਆਂ ਮੋਹਲਿਆਂ ਤੋਂ ਚੱਲ ਕੇ ਮਾਮਜਿਸਤਿਆਂ ਤੋਂ ਅੱਜ ਆਹ ਲੈਵਲ ਤੇ ਗੱਲ ਚਲੇ ਗਈ। ਇਹ ਇੱਥੇ ਤੱਕ ਕਰਤਾ ਜੀ ਕਿ ਜਿਹੜੀਆਂ ਬੋਤਲਾਂ ਜਿੰਨੀਆਂ ਵੀ ਬੋਟਲਸ ਹੈਗੀਆਂ, ਪੈਟ ਬੋਟਲ ਤੇ HDP ਜਿੰਨੀਆਂ ਵੀ ਬੋਤਲਾਂ, ਉਹ ਵੀ ਬਣਾਉਣ ਵਾਸਤੇ ਆਪਣਾ ਹੀ ਪਲਾਂਟ ਲੱਗ ਰਿਹਾ। ਵੈਰੀ ਗੁੱਡ, ਵੈਰੀ ਗੁੱਡ। ਉਹ ਬੋਤਲਾਂ ਵੀ ਆਪਣੀਆਂ ਬਣਨੀਆਂ ਤੇ ਹਰ ਚੀਜ਼ ਜਿਹੜੀ ਹੈ ਉਹ ਪ੍ਰੋਪਰ ਢੰਗ ਦੇ ਨਾਲ ਜਿਹੜੀ ਉਹ ਤਿਆਰ ਹੋ ਰਹੀ ਹੈ। ਸੋ ਇੱਧਰ ਨੂੰ ਆ ਰਹੀ ਹੈ ਤਾਂ ਕਿ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆਵੇ ਤੇ ਨਾਲ ਸਾਨੂੰ ਵੀ ਨਾ ਆਵੇ, ਕਿਉਂਕਿ ਸਹੀ ਕੰਮ ਕਰਨ ਦੇ ਨਾਲ, ਸਹੀ ਚੀਜ਼ਾਂ ਬਣਾਉਣ ਦੇ ਨਾਲ ਮਰੀਜ਼ ਜਿਹੜਾ ਠੀਕ ਹੁੰਦਾ, ਜਦੋਂ ਠੀਕ ਹੁੰਦਾ ਤੇ ਰੱਬ ਖੁਸ਼ ਹੁੰਦਾ ਤੇ ਫਿਰ ਸਾਰੇ ਖੁਸ਼ ਹੁੰਦੇ। ਅੱਛਾ ਵੈਦ ਸਾਹਿਬ, ਜਿਹੜੀ ਇੱਥੇ ਵਾਲੀ ਸਰੀ ਵਾਲਾ ਕਲੀਨਿਕ ਹੈ, ਹੁਣ ਲੋਕਾਂ ਦੇ ਮਨ 'ਚ ਆ ਵੀ ਤੁਸੀਂ ਹੈ ਨਹੀਂ ਤੇ ਤੁਹਾਡੀ ਜਗ੍ਹਾ ਹੁਣ ਫਿਰ ਦਵਾਈ ਜਿਹੜਾ ਡਾਇਗਨੋਜ਼ ਕੌਣ ਕਰ ਰਿਹਾ ਜੀ? ਜੀ ਬਿਲਕੁਲ, ਇਹ ਬਹੁਤ ਵਧੀਆ ਗੱਲ ਹੈ। ਸੋ ਇਹ ਜਿਹੜੇ ਸਾਡੇ ਬਲਵਿੰਦਰ ਜੀ ਇੱਥੇ ਹੈਗੇ ਆ, ਇਹ ਟੋਰਾਂਟੋ ਦੇ ਵਿੱਚ ਹੈਗੇ। ਸੋ ਟੋਰਾਂਟੋ ਦੇ ਵਿੱਚੋਂ ਤੋਂ ਪਹਿਲੇ ਇੱਥੇ ਸਾਡੇ ਮੇਰੇ ਕਲੀਨਿਕ ਦੇ ਵਿੱਚ ਇੰਡੀਆ ਦੇ ਵਿੱਚ ਵੀ ਇਹ ਕੰਮ ਕਰਦੇ ਰਹੇ ਆ। ਸੋ 10 ਸਾਲ ਇਹਨਾਂ ਨੇ ਟੋਰਾਂਟੋ ਦੇ ਕਲੀਨਿਕ ਦੇ ਵਿੱਚ ਕੰਮ ਕੀਤਾ ਤੇ ਹੁਣ ਇਹਨਾਂ ਨੂੰ ਮੈਂ ਥੋੜਾ ਸੌਂਪਿਆ ਕਿ ਮੈਨੂੰ ਥੋੜੀ ਜਿਹੀ ਇਜਾਜ਼ਤ ਦਿਓ ਤਾਂ ਕਿ ਮੈਂ ਥੋੜਾ ਜਿਹਾ ਬਾਹਰਲਾ ਕੰਮ ਜਿਹੜਾ ਉਹਨੂੰ ਚੰਗੀ ਤਰ੍ਹਾਂ ਨਜਿੱਠ ਕੇ ਤੇ ਫਿਰ ਤੁਹਾਡੀ ਸੇਵਾ ਦੇ ਵਿੱਚ ਸਰੀ ਦੇ ਵਿੱਚ ਬਹੁਤ ਜਲਦੀ ਜਿਹੜਾ ਮੈਂ ਹਾਜ਼ਰ ਹੋ ਜਾਣਾ ਜੀ। ਔਰ ਇਹ ਤਜਰਬੇਕਾਰ ਹੈ ਔਰ ਪ੍ਰੋਪਰ ਜਿੱਦਾਂ ਮੈਂ ਡਾਇਗਨੋਜ਼ ਕਰਦਾ, ਜਿੱਦਾਂ ਗੁਰਵਿੰਦਰ ਜੀ ਟੋਰਾਂਟੋ ਕਰਦੇ ਆ, ਉਦਾਂ ਹੀ ਇਹ ਵੀ ਡਾਇਗਨੋਜ਼ ਕਰਦੇ ਆ। ਡਾਇਗਨੋਜ਼ ਕਰਕੇ ਪ੍ਰੋਪਰ ਟ੍ਰੀਟਮੈਂਟ ਕਰਦੇ ਆ। ਜੇ ਕੋਈ ਗੱਲਬਾਤ ਦੀ ਗੱਲ ਹੁੰਦੀ ਹੈ ਤੇ ਹਰ ਇੱਕ ਜਣਾ ਮੇਰੇ ਨਾਲ ਸਲਾਹ ਕਰਦੇ ਆ ਕਿ ਜੀ ਇੱਦਾਂ ਦੀ ਗੱਲਬਾਤ ਹੈ ਤੇ ਆਪਾਂ ਕੀ ਕੀਤਾ ਜਾ ਸਕਦਾ। ਤੇ ਕੋਈ ਦਿੱਕਤ ਵਾਲੀ ਗੱਲ ਨਹੀਂ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਪੇਸ਼ੈਂਟ ਜਿਹੜੇ ਆ ਲਗਾਤਾਰ ਆ ਰਹੇ ਆ। ਇਹਨਾਂ ਕੋਲ ਵੀ, ਬਲਵਿੰਦਰ ਜੀ ਕੋਲ ਵੀ ਇੰਨਾ ਟਾਈਮ ਨਹੀਂ ਹੈਗਾ, ਹੈਵੀ ਰਸ਼ ਚੱਲ ਰਿਹਾ। ਸੋ ਕੋਈ ਇੱਦਾਂ ਦੀ ਕੋਈ ਗੱਲ ਨਹੀਂ ਘਬਰਾਉਣ ਵਾਲੀ ਕਿ ਇਹ ਨਵੇਂ ਬੰਦੇ ਨਹੀਂ ਹੈਗੇ, ਇਹ ਪੁਰਾਣੇ ਬੰਦੇ ਹੈ ਜੀ। ਉਹ ਤਜਰਬੇਕਾਰ ਹੈ। ਜਦੋਂ ਤੁਸੀਂ ਇੱਥੇ ਇੱਕ ਵਾਰੀ ਜਾਓਗੇ ਤੁਹਾਡੀ ਪੂਰੀ ਬਾਇਓਡਾਟਾ ਸਾਰਾ ਇਹਨਾਂ ਨੇ ਦੱਸ ਦੇਣਾ ਆਪਣੇ ਨਵੇਂ ਫੜ ਕੇ ਕਿ ਆਹ ਪ੍ਰੋਬਲਮ ਹੈ। ਸੋ ਉਸ ਪ੍ਰੋਬਲਮ ਦਾ ਨਾਲ ਹੀ ਹੱਲ ਜਿਹੜਾ ਉਹ ਹੋ ਜਾਂਦਾ। ਅੱਛਾ ਵੈਦ ਜੀ, ਅੱਜ ਕੱਲ੍ਹ ਗਿੱਲ ਸਾਹਿਬ ਜੀ, ਸੌਰੀ ਮੈਂ ਇੱਕ ਸਵਾਲ ਇਹਦੇ ਨਾਲ ਇਹ ਪੁੱਛਣਾ, ਜਿੱਦਾਂ ਅੱਜ ਕੱਲ੍ਹ ਨੂੰ ਤੁਸੀਂ ਆ ਰਹੇ ਸੀ,
ਹੁਣ ਇਸ਼ੂ ਕਰੋਨਾ ਤੋਂ ਬਾਅਦ ਇੱਕੋ ਹੀ ਗੱਲ ਦਾ ਹੋ ਗਿਆ ਕਿ ਕਰੋਨਾ ਜਿਹਨੂੰ ਹੋ ਗਿਆ ਉਹਦੇ ਬਾਅਦ ਉਹਦੀ ਸਿਹਤ ਜਿਹਦੀ ਐਡੀ ਡਿੱਗੜ ਹੋ ਜਾਂਦੀ ਆ, ਬੰਦਾ ਨਾਰਮਲ ਨਹੀਂ ਹੁੰਦਾ 7-7 8-8 ਮਹੀਨੇ। ਸੋ ਇਹਦੇ ਬਾਰੇ ਖਾਸ ਦੱਸੋ ਵੀ ਸਰੀ ਵਾਲੇ ਕਲੀਨਿਕ ਜਾਂ ਹੋਰ ਕਲੀਨਿਕਾਂ ਦੇ ਵਿੱਚ ਦਵਾਈ ਇਹਦੀ ਕਿਹੜੀ ਹੈ? ਬਿਲਕੁਲ ਜੀ ਬਿਲਕੁਲ, ਇਹਦੇ ਵਾਸਤੇ ਤੁਸੀਂ ਸਾਡੀ ਜਿਹੜੀ ਹੈਗੀ ਹੈ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ 303 ਨੰਬਰ ਗੋਲੀ, ਜਿਹੜੀ ਕੰਪਾਊਂਡ 303 ਦੀ ਗੋਲੀ ਹੈਗੀ ਹੈ, ਉਹਦੇ ਵਿੱਚ ਅਸੀਂ ਗਲੋ, ਤੁਲਸੀ, ਅਸ਼ਵਗੰਧਾ ਤੇ ਸ਼ਤਾਵਰ ਸਪੈਸ਼ਲ ਕਰੋਨਾ ਨੂੰ ਫਾਈਟ ਕਰਦਾ ਉਹ ਕਾੜਾ ਕਰੋਨਾ ਦੇ ਦਿਨਾਂ ਦੇ ਵਿੱਚ ਅਸੀਂ ਆਪ ਵੀ ਬਣਾ ਕੇ ਪੀਂਦੇ ਰਹੇ। ਸੋ ਉਹ ਗੋਲੀ ਅਸੀਂ ਹੈਲਥ ਕੈਨੇਡਾ ਕੋਲੋਂ ਪਾਸ ਕਰਾਤੀ ਹੈ। ਸੋ ਉਹ ਗੋਲੀ ਜਿਹੜੀ ਹੈ ਤੁਹਾਨੂੰ ਮਿਲ ਸਕਦੀ ਹੈ। ਉਹਦੇ ਨਾਲ ਜਿਨ੍ਹਾਂ ਨੂੰ ਕਰੋਨਾ ਹੋਇਆ ਉਹਨਾਂ ਦੇ ਸਾਈਡ ਇਫੈਕਟ ਜਿਹੜੇ ਹੁਣ ਬਾਅਦ ਦੇ ਵਿੱਚ ਆ ਰਹੇ ਆ ਸਾਹਮਣੇ, ਕਿ ਦੇਖੋ ਇੰਡੀਆ ਦੇ ਵਿੱਚ ਮੈਂ ਦੇਖਦਾ ਪਿਆ ਕਿ 3-4 ਕੇਸ ਆ ਗਏ ਕਿ ਉਹਨਾਂ ਦੀਆਂ ਹੱਡੀਆਂ ਹੀ ਗਲਣੀਆਂ ਸ਼ੁਰੂ ਹੋ ਗਈਆਂ। ਸੋ ਇਹ ਬੜੀ ਚਿੰਤਾ ਦਾ ਵਿਸ਼ਾ ਬਣਦਾ ਪਿਆ। ਪਰ ਜਿਹਨਾਂ ਦਾ ਇਮਿਊਨ ਸਿਸਟਮ ਸਟਰੋਂਗ ਹੈ ਉਹਨਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ, ਟੀਕੇ ਜ਼ਰੂਰ ਲਵਾ ਲਓ, ਟੀਕਿਆਂ ਦੀ ਅਣਗਹਿਲੀ ਨਹੀਂ ਕਰਨੀ। ਸੋ ਜਿਨ੍ਹਾਂ ਨੇ ਨਹੀਂ ਲਵਾਏ ਉਹ ਟੀਕੇ ਜ਼ਰੂਰ ਲਵਾਉਣ, ਤਾਂ ਕਿ ਜਿਹੜੀ ਵੈਕਸੀਨ ਹੈ ਜਦੋਂ ਲੱਗ ਗਈ ਤਾਂ ਉਸ ਤੋਂ ਬਾਅਦ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ। ਸੋ ਕਰੋਨਾ ਜੇ ਹੋ ਗਿਆ ਘਬਰਾਉਣ ਦੀ ਲੋੜ ਕੋਈ ਨਹੀਂ। ਗਲੋ, ਤੁਲਸੀ ਦੀਆਂ ਗੋਲੀਆਂ ਜਿਹੜੀਆਂ ਸਾਡੀਆਂ ਹੈਗੀਆਂ ਉਹ ਤੁਸੀਂ ਲੈ ਕੇ ਖਾਣੀਆਂ ਸ਼ੁਰੂ ਕਰ ਦਿਓ, ਜਾਂ ਘਰ ਹੀ ਤੁਸੀਂ ਗਲੋ ਤੁਲਸੀ ਦਾ ਜੂਸ ਬਣਾ ਕੇ ਪੀਣਾ ਸ਼ੁਰੂ ਕਰ ਦਿਓ। ਉਹਦੇ ਨਾਲ ਵੀ ਇਹ ਸਾਰਾ ਪ੍ਰੋਪਰ ਜਿਹੜਾ ਸਿਸਟਮ ਜਿਹੜਾ ਠੀਕ ਹੋ ਜਾਂਦਾ, ਇਮਿਊਨ ਸਿਸਟਮ ਜਿਹੜਾ ਸਟਰੋਂਗ ਹੋ ਜਾਂਦਾ। ਸੋ ਕੋਈ ਦਿੱਕਤ ਨਹੀਂ ਰਹਿੰਦੀ, ਘਬਰਾਉਣਾ ਨਹੀਂ ਇਹਦੇ ਵਾਸਤੇ, ਕਿਉਂਕਿ ਮਹਾਂਮਾਰੀ ਆਉਂਦੀ ਹੈ ਚਲੀ ਜਾਂਦੀ ਹੈ। ਅੱਜ ਨਹੀਂ, ਸੈਂਕੜੇ ਸਾਲ ਪਹਿਲੇ ਵੀ ਆ ਰਹੀਆਂ ਮਹਾਂਮਾਰੀਆਂ, ਸੋ ਆ ਕੇ ਜਾ ਰਹੀਆਂ, ਦੁਨੀਆ ਵਿੱਚੋਂ ਚਲੀ ਜਾਂਦੀ ਹੈ, ਕੁਛ ਦੁਨੀਆ ਰਹਿ ਜਾਂਦੀ ਹੈ, ਦੁਨੀਆ ਫਿਰ ਵੱਧ ਜਾਂਦੀ ਹੈ। ਸੋ ਜਿਹੜੇ ਚਲੇ ਗਏ ਉਹ ਮੁੜ ਕੇ ਨਹੀਂ ਆਉਣੇ, ਉਹਨਾਂ ਦਾ ਮੇਲ ਮਿਲਾਪ ਸਾਡਾ ਇੰਨਾ ਹੀ ਸੀ। ਸੋ ਫਿਰ ਵੀ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਕਿ ਜਿੰਨੀ ਪਬਲਿਕ ਹੈਗੀ ਹੈ ਉਹ ਸਾਰੀ ਤੰਦਰੁਸਤ ਰਹੇ, ਠੀਕ ਠਾਕ ਰਹੇ, ਤੇ ਇਸ ਮਹਾਂਮਾਰੀ ਦਾ ਮੁਕਾਬਲਾ ਡਟ ਕੇ ਹੋਵੇ। ਸੋ ਮਹਾਂਮਾਰੀ ਜਿਹੜੀ ਹੁਣ ਉਹ ਜਾ ਰਹੀ ਹੈ, ਤੀਸਰੀ ਜਿਹੜੀ ਲਹਿਰ ਹੈ ਉਹ ਆਏਗੀ, ਬਟ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਹੁਣ ਸਾਰੇ ਲੋਕਾਂ ਨੂੰ ਸਿਆਣੇ ਹੋ ਗਏ ਹੈ, ਸੋ ਇਹਦਾ ਮੁਕਾਬਲਾ ਪੂਰਾ ਡਟ ਕੇ ਕਰਨਗੇ ਜੀ। ਅੱਛਾ, ਇੱਕ ਥੋੜਾ ਜਿਹਾ ਮੈਂ ਗੱਲ ਤੁਹਾਡੇ ਤੋਂ ਪੁੱਛਣੀ ਆ ਜੀ। ਅੱਜ ਕੱਲ ਨਾ YouTube ਤੇ ਨੁਸਖੇ ਬੜੇ ਪੈ ਰਹੇ ਨੇ, YouTube ਤੇ ਬਹੁਤ ਨੁਸਖੇ ਪੈ ਰਹੇ ਨੇ, ਬਣੇ ਬਣਾਏ ਜਿਹੜੇ ਨੇ ਵੈਦ ਬੈਠੇ ਨੇ, ਕੋਈ ਸਿੱਖੀ ਸਰੂਪ 'ਚ ਬੈਠੇ ਨੇ, ਉਹ ਸਾਹਮਣੇ ਭਖੜਾ ਪਾਕ ਬਣਾ ਕੇ ਦੇ ਰਹੇ ਨੇ। ਇੱਕ ਡਾਕਟਰ ਸਾਹਿਬ ਨੇ ਜਗਦੀਪ ਹੁਣੀ ਉਹ ਬਣਾ ਰਹੇ ਨੇ ਅਸ਼ਵਗੰਧਾ ਦਾ ਉੱਪਰ ਕੋਈ ਨਾਂ ਲਿਖ ਕੇ ਹੋਰ ਰੱਖਿਆ ਹੋਇਆ, ਸਮਝਾ ਰਹੇ ਨੇ, ਤੇ ਲੋਕ ਉਸ ਨੂੰ ਦੇਖ ਕੇ ਅਗਲਾ ਕਹਿੰਦਾ ਲੈ ਮੈਂ ਗੋਲੀਆਂ ਮੈਂ ਵੱਟ ਲੈਣਾ। ਇਹਦੇ ਬਾਰੇ ਦੱਸਿਓ ਜੀ, ਇਹ ਭਸਮਾਂ ਜਿਹੜੀਆਂ ਨੇ ਇਹ ਇਸ ਤਰ੍ਹਾਂ ਕਿਵੇਂ ਖਾਧੀਆਂ ਜਾਣਗੀਆਂ ਬਿਨਾਂ ਕਿਸੇ ਡਾਕਟਰ ਤੋਂ, ਬਿਨਾਂ ਸਾਰ ਤੋਂ, ਬਿਨਾਂ ਆਯੁਰਵੇਦ ਦੇ ਕਿਸੇ ਵੈਦ ਤੋਂ? ਇਸ ਤਰ੍ਹਾਂ ਚੀਜ਼ ਚੱਕ ਕੇ ਮੂੰਹ 'ਚ ਪਾਉਣੀ ਠੀਕ ਹੈ? ਦੇਖੋ, ਭਸਮਾਂ ਜਿਹੜੀਆਂ ਹੈਗੀਆਂ ਇਹ ਤੇ ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਤਰੀਕ ਦੇ ਵਿੱਚ ਬੜੀਆਂ ਖਤਰਨਾਕ ਹੈ, ਕਿਉਂਕਿ ਭਸਮ ਨੂੰ ਭਸਮ ਹੀ ਨਹੀਂ ਹੁੰਦੀ। ਜਿਹੜੀ ਭਸਮ ਹੈ, ਜਿੱਦਾਂ ਲੋਹੇ ਦਾ ਭਸਮ ਹੈ, ਲੋਹ ਭਸਮ ਹੈ, ਲੋਹ ਨੂੰ ਭਸਮ ਕਰਨ ਵਾਸਤੇ 101 ਵਾਰੀ ਅੱਗ ਦੀ ਪੁੱਠ ਦਿੱਤੀ ਜਾਂਦੀ ਹੈ। ਸੋ ਜਦੋਂ ਅਸੀਂ ਬਣਾਉਂਦੇ ਹੁੰਦੇ ਸੀ, ਸਾਡੇ ਬਜ਼ੁਰਗ ਬਣਾਉਂਦੇ ਸੀ, ਤੇ ਲੋਹਾ ਜਿਹੜਾ ਖਰਾਬ ਦੇ ਵਿੱਚੋਂ ਧਾਰੀਆਂ ਜੀਆਂ ਨਿਕਲਦੀਆਂ, ਉਹ ਲੈ ਕੇ ਕੁੱਜੇ ਦੇ ਵਿੱਚ ਪਾ ਕੇ ਵੱਡੀ ਸਾਰੀ ਚਾਟੀ ਦੇ ਵਿੱਚ, ਤੇ ਵਿੱਚ ਗਲਗਲ ਦਾ ਰਸ, ਜਿਹੜੀ ਗਲਗਲ ਆ ਉਹਦਾ ਰਸ 1 ਸਾਲ ਪਾਉਂਦੇ ਰਹਿਣਾ, ਜਦੋਂ ਸੁੱਕ ਜਾਣਾ ਫਿਰ ਪਾ ਦੇਣਾ। ਉਹਦੇ ਤੋਂ ਬਾਅਦ 101 ਅੱਗ ਦੇਣੀ, ਤੇ ਫਿਰ ਉਹ ਲੋਹ ਭਸਮ ਪਾਣੀ ਦੇ ਉੱਤੇ ਤਰਦਾ ਸੀ। ਜੇ ਤਰਦਾ ਸੀ ਤਾਂ ਭਸਮ ਹੋ ਗਿਆ, ਜੇ ਬਹਿ ਗਿਆ ਤੇ ਭਸਮ ਨਹੀਂ ਹੋਇਆ, ਤੇ ਬੰਦਾ ਭਸਮ ਹੋ ਗਿਆ ਖਾ ਕੇ। ਸੋ ਇਹ ਏਦਾਂ ਸ਼ਿੰਗਰਫ ਹੈ। ਹੁਣ ਸ਼ਿੰਗਰਫ ਦਾ ਜਿਹੜਾ ਨਾਂ ਹੈਗਾ ਉਹ ਸਾਰੇ ਜਾਣਦੇ ਆ, ਪਰ ਇਹਨੂੰ ਭਸਮ ਕਰਨਾ ਬੜਾ ਔਖਾ। ਸੋ ਭਸਮ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਅੱਜ ਦੇ ਜ਼ਮਾਨੇ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੈਗਾ, ਕਿਸੇ ਨੂੰ ਤਜਰਬਾ ਨਹੀਂ ਹੈਗਾ ਕਿ ਭਸਮ ਜਿਹੜੀ ਹੈ ਕਿੱਦਾਂ ਹੋਣੀ ਹੈ। ਸੋ ਭਸਮਾਂ ਤੋਂ ਬਚ ਜਾਓ। ਭਸਮਾਂ ਦੇ ਨਾਂ ਦੇ ਉੱਤੇ ਲੁੱਟ ਜ਼ਰੂਰ ਚੱਲ ਰਹੀ ਹੈ, ਤੇ ਉਸ ਲੁੱਟ ਤੋਂ ਬਚੋ। ਭਸਮਾਂ ਨਾ ਖਾਓ, ਚਾਂਦੀ ਦੀ ਭਸਮ, ਸੋਨੇ ਦੀ ਭਸਮ, ਹੀਰੇ ਦੀ ਭਸਮ, ਫਲਾਨੀ ਭਸਮ, ਇਹ ਟੀਕੇ ਦੀ ਭਸਮ। ਸੋ ਇਹਨਾਂ ਭਸਮਾਂ ਤੋਂ ਬਚ ਜਾਓ। ਇਹ ਸੋਨੇ ਦੇ ਨਾਂ ਦੇ ਉੱਤੇ, ਚਾਂਦੀ ਦੇ ਨਾਂ ਦੇ ਉੱਤੇ ਸਾਡੀ ਜੇਬ ਨੂੰ ਟਾਂਕਾ ਲੱਗ ਰਿਹਾ, ਤੇ ਕੋਈ ਸੋਨੇ ਦੀ ਭਸਮ ਨਹੀਂ, ਕੋਈ ਚਾਂਦੀ ਦੀ ਭਸਮ ਨਹੀਂ ਮਿਲਦੀ ਪਈ, ਨਾ ਕੋਈ ਸ਼ੁੱਧ ਮਾਰਦਾ ਪਿਆ। ਸੋਨੇ ਦੀ ਭਸਮ ਜੇ ਤੁਸੀਂ ਘਰ ਬਣਾਉਣੀ ਹੋਵੇ ਤਾਂ ਤੁਹਾਨੂੰ 2 ਲੱਖ ਰੁਪਏ ਦੀ 10 ਗ੍ਰਾਮ ਪੈਣੀ ਹੈ, ਤੇ ਉਹਦੇ ਉੱਤੇ ਵੀ ਤੁਹਾਨੂੰ 6 ਮਹੀਨੇ ਮਿਹਨਤ ਕਰਨੀ ਪੈਣੀ ਹੈ।
ਅੱਛਾ, ਇੱਕ ਸਵਾਲ ਆਇਆ ਆਪਣੇ ਦੋਸਤ ਨੇ, ਚੌਹਾਨ ਸਾਹਿਬ, ਤੁਹਾਡੇ ਪਿੰਡਾਂ ਦੇ ਟਾਂਡੇ ਕੋਲ ਦੇ, ਇੱਥੇ ਇੰਡੀਆਨਾ 'ਚ ਰਹਿੰਦੇ ਨੇ। ਉਹ ਕਹਿੰਦੇ ਵੀ ਜਿਹੜੀਆਂ ਇਹ ਅਪਰੂਵਡ ਦਵਾਈਆਂ ਨੇ, ਜਿਵੇਂ DEA ਜਾਂ FDA ਨੇ, ਜਿਹੜੀਆਂ ਫਿਰ ਸਾਈਟ ਇਨਸਪੈਕਸ਼ਨਸ ਫਿਰ ਇਹ ਲੋਕਲ ਆ ਕੇ ਕਰਦੇ ਨੇ ਜੀ, ਜਿਹੜੀਆਂ ਅਪਰੂਵ ਹੁੰਦੀਆਂ ਦਵਾਈਆਂ ਫਿਰ? ਬਿਲਕੁਲ ਜੀ, ਦੇਖੋ ਜਿਹੜੀਆਂ ਅਪਰੂਵ ਦਵਾਈਆਂ ਸਾਡੀਆਂ ਹੁੰਦੀਆਂ, ਇਹਨਾਂ ਦੇ ਉੱਤੇ NPN ਨੰਬਰ ਲੱਗਦੇ ਆ, ਨੈਚੁਰਲ ਪ੍ਰੋਡਕਟ ਨੰਬਰ। ਸੋ ਜਦੋਂ ਸਾਡੀ ਬਿਲਿੰਗ ਜਿਹੜੀ ਹੈ, ਪਹਿਲੇ ਜਿਹੜੀ ਹੈ ਉਹ ਕਸਟਮ ਵਿਭਾਗ ਕੋਲ ਜਾਂਦੀ ਹੈ, ਕਸਟਮ ਵਾਲੇ ਹੈਲਥ ਨੂੰ ਭੇਜਦੇ ਆ ਕਿ ਇਹ ਦਵਾਈਆਂ ਆ ਰਹੀਆਂ। ਸੋ ਉੱਥੇ ਹੀ ਉਹ ਰੈਂਡਮਲੀ ਕੋਈ 2 ਡੱਬੇ ਕੱਢ ਲਏ, 2 ਡੱਬੇ ਕੱਢ ਕੇ ਉਹਦੇ 'ਚ ਚੈੱਕ ਕਰ ਲਈਆਂ, ਟੈਸਟ ਕਰ ਲਈਆਂ, ਤੇ ਉਹ ਜਿਹੜੀਆਂ ਅੱਗੇ ਰਿਲੀਜ਼ ਕਰ ਦਿੱਤੀਆਂ ਜਾਂਦੀਆਂ। ਪਰ ਟੈਸਟਿੰਗ ਜ਼ਰੂਰ ਹੁੰਦੀ ਹੈ, ਇੱਦਾਂ ਹੀ ਨਹੀਂ ਤੋਰਦੇ। ਕਿ ਆਯੁਰਵੈਦਿਕ ਤੇ ਹਰਬਲ ਦੇ ਨਾਂ ਦੇ ਉੱਤੇ ਕਈ ਕੁਛ ਹੀ ਹੁੰਦਾ ਸੀ, ਉਹ ਸਾਰਾ ਜਿਹੜਾ ਸਟ੍ਰਿਕਟ ਕਰ ਦਿੱਤਾ, ਕਿਉਂਕਿ ਹਰਬਲ ਦੇ ਨਾਂ ਦੇ ਉੱਤੇ ਨਸ਼ਾ ਵੀ ਆਉਂਦਾ ਰਿਹਾ ਬਹੁਤ ਜ਼ਿਆਦਾ। ਸੋ ਹੁਣ ਵੀ ਆਉਂਦਾ ਹੋਏਗਾ, ਪਰ ਫਿਰ ਵੀ ਜਿਹੜੀ ਗਵਰਨਮੈਂਟ ਹੈ, ਹੈਲਥ ਕੈਨੇਡਾ ਹੈਗੀ ਆ, ਉਹ ਬਹੁਤ ਸਖਤ ਹੈ। ਤੋ ਉਹਦੇ ਨੂੰ ਮੁੱਖ ਰੱਖਦੇ ਅਸੀਂ ਹਰ ਚੀਜ਼ ਨੂੰ ਇੱਥੋਂ ਜਦੋਂ ਅਸੀਂ ਤੋਰਦੇ ਹਾਂ, 3 ਲੈਬੋਰਟਰੀਆਂ ਦੇ ਵਿੱਚੋਂ ਸਾਡੀ ਟੈਸਟਿੰਗ ਹੁੰਦੀ ਹੈ। ਮੋਗੇ ਵੱਡੀ ਲੈਬੋਰਟਰੀ ਹੈ, ਦਿੱਲੀ ਲੈਬੋਰਟਰੀ ਹੈ, ਬਠਿੰਡੇ ਲੈਬੋਰਟਰੀ ਹੈ। ਸੋ ਤਿੰਨਾਂ ਦੀਆਂ ਰਿਪੋਰਟਾਂ ਨੂੰ ਮੇਲ ਖਾਂਦੀਆਂ ਜਦੋਂ, ਤੇ ਫਿਰ ਅਸੀਂ ਜਿਹੜਾ ਮਾਲ ਆ ਕਸਟਮ ਵਿਭਾਗ ਨੂੰ ਅੱਗੇ ਦਿੰਦੇ ਹਾਂ। ਜਦੋਂ ਤੱਕ ਰਿਪੋਰਟਾਂ ਨਹੀਂ ਆਉਂਦੀਆਂ ਉਦੋਂ ਤੱਕ ਅਸੀਂ ਵੀ ਨਹੀਂ ਕਰਦੇ। ਸੋ ਇਹਨਾਂ ਰਿਪੋਰਟਾਂ ਨੂੰ ਦੇਖ ਕੇ ਫਿਰ ਉਹ ਅੱਗੇ ਟੈਸਟਿੰਗ ਕਰਨ ਲਈ ਜਾਂਦੇ, ਕਰਦੇ ਆ, ਟੈਸਟ ਕਰਕੇ ਤੇ ਅੱਗੇ ਰਿਲੀਜ਼ ਕਰ ਦਿੰਦੇ ਦਵਾਈਆਂ। ਸੋ ਲੰਬਾ ਪ੍ਰੋਸੈਸ ਹੈ। ਸੋ ਪਰ ਇਹ ਹੈ ਕਿ ਚੰਗੀ ਗੱਲ ਹੈ ਕਿ ਜਦੋਂ ਇਹੋ ਜਿਹੀ ਪੂਰਾ ਟੈਸਟਿੰਗ ਹੋਵੇ ਤੇ ਬੰਦੇ ਨੂੰ ਪਤਾ ਰਹਿੰਦਾ ਕਿ ਮੈਂ ਜੋ ਖਾ ਰਿਹਾ ਉਹ ਸਹੀ ਖਾ ਰਿਹਾ। ਅੱਛਾ ਗਿੱਲ ਸਾਹਿਬ, ਹੁਣ ਜੀ ਦੱਸੋ, ਅਖੀਰ ਦੇ ਵਿੱਚ ਕੰਟੈਕਟ ਵੀ ਦੇ ਜਿਓ। ਜੀ, ਸੋ ਮੈਂ ਗੱਲ ਕਰਨ ਲੱਗਾ ਸੀ ਕਿ ਗਰਮੀ ਦਾ ਸਮਾਂ ਹੀ ਟੈਂਪਰੇਚਰ 17, 18, 20, 25 ਤੱਕ ਜਾ ਰਿਹਾ। ਸੋ ਜੇ ਤੁਹਾਡਾ ਗਰਮੀ ਦੇ ਵਿੱਚ ਪ੍ਰੋਬਲਮ ਬੜੀ ਆ ਰਹੀ ਹੈ, ਲੋਕਾਂ ਨੂੰ ਬਹੁਤ ਜ਼ਿਆਦਾ ਫੋਨ ਆ ਰਹੇ ਆ ਕਿ ਜੀ ਪੇਟ ਖਰਾਬ ਹੋ ਗਿਆ, ਗਰਮੀ ਹੋ ਗਈ, ਗਰਮੀ ਦੇ ਨਾਲ ਬਵਾਸੀਰ ਹੋ ਗਈ, ਗਰਮੀ ਦੇ ਨਾਲ ਅਲਸਰ ਵੱਧ ਗਿਆ, ਤਾਂ ਘਬਰਾਉਣ ਦੀ ਲੋੜ ਕੋਈ ਨਹੀਂ। ਘਰੇ ਫਾਰਮੂਲਾ ਵਰਤ ਲਿਆ ਕਰੋ, ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਜੌਆਂ ਦਾ ਰਾਤ ਨੂੰ ਜਿਹੜੇ ਆ 100 ਗ੍ਰਾਮ ਜੌਂ, 50 ਗ੍ਰਾਮ ਲੈ ਕੇ ਉਹਨੂੰ ਪਾਣੀ ਦੇ ਵਿੱਚ ਭਿਉਂ ਦਿਓ। 50 ਗ੍ਰਾਮ ਜਿਹੜੇ ਜੌਂ ਪਾਣੀ 'ਚ ਰਾਤ ਨੂੰ ਭਿਉਂ ਕੇ ਸਵੇਰੇ ਉਹਨੂੰ ਉਬਾਲ ਕੇ ਠੰਡਾ ਕਰਕੇ ਪੀਓ, ਪਿਸ਼ਾਬ ਖੁੱਲ ਕੇ ਆਏਗਾ, ਅਲਸਰ ਠੀਕ ਹੋ ਜਾਏਗਾ, ਬਵਾਸੀਰ ਠੀਕ ਹੋ ਜਾਏਗੀ। ਜੇ ਕਿਡਨੀਆਂ ਦੇ ਵਿੱਚ, ਗੁਰਦਿਆਂ ਦੇ ਵਿੱਚ ਪੱਥਰੀ ਹੈਗੀ ਆ, ਤੇ ਇਹਨੂੰ ਰੋਜ਼ ਸਵੇਰੇ ਖਾਲੀ ਪੇਟ 50 ਗ੍ਰਾਮ ਜੌਆਂ ਦਾ ਪਾਣੀ ਪੀਣਾ ਸ਼ੁਰੂ ਕਰ ਦਿਓ। 10-15 ਦਿਨ ਪੀਣ ਦੇ ਨਾਲ 10 mm ਤੱਕ ਜਿਹੜੀਆਂ ਪੱਥਰੀਆਂ ਬਾਹਰ ਆ ਜਾਣਗੀਆਂ ਔਰ ਫਸਟ ਕਲਾਸ ਠੀਕ ਹੋ ਜਾਓਗੇ। ਜੇ ਪਿੱਤੇ ਦੇ ਵਿੱਚ ਪੱਥਰੀ ਹੈ ਤੇ ਇਹ ਜਿਹੜਾ ਪਾਣੀ 50 ਗ੍ਰਾਮ ਦਾ ਆਪਾਂ ਬਣਾਉਣਾ, ਇਹਦੇ ਵਿੱਚ 50 ਗ੍ਰਾਮ ਓਲੀਵਲ ਪਿਓਰ ਆਇਲ ਲੈਣਾ, ਓਲੀਵਲ ਜੈਤੂਨ ਦਾ ਤੇਲ 50 ਗ੍ਰਾਮ, ਉਹ ਤੇ 50 ਗ੍ਰਾਮ ਦਾ ਪਾਣੀ ਇਹ ਕੱਢ ਕੇ ਤੇ ਇਹਨੂੰ ਮਿਕਸ ਕਰਕੇ ਸਵੇਰੇ ਤੁਸੀਂ 3 ਦਿਨ ਪੀਣਾ ਖਾਲੀ ਪੇਟ, ਤੇ 90% ਜਿਹੜੀ ਪਿੱਤੇ ਦੀ ਪੱਥਰੀ ਆ ਉਹ ਵੀ ਬਾਹਰ ਆ ਜਾਂਦੀ ਹੈ ਗਲ ਕੇ। ਸੋ ਇਹ ਅਜਮਾਏ ਹੋਏ ਨੁਕਸੇ ਆ, ਘਰੇ ਹੀ ਬੈਠੇ ਤੁਸੀਂ ਕਰ ਸਕਦੇ ਆ, ਇੱਧਰ ਉੱਧਰ ਭੱਜਣ ਦੀ ਲੋੜ ਨਹੀਂ। ਗਰਮੀ ਦੇ ਵਿੱਚ ਜਿਹੜਾ ਜੌਂ ਹੈਗਾ, ਬਾਰਲੀ ਹੈਗਾ, ਇਹ ਇੱਕ ਤੋਹਫਾ ਹੈਗਾ। ਸੋ ਇਹ ਆਪਣੇ ਉਧਰ ਇਲਾਕੇ ਦੇ ਵਿੱਚ ਇਹ ਦੇਖੋ ਕਿ ਇਹਦਾ ਸੱਤੂ ਦਾ ਜਿਹੜਾ ਜੂਸ ਹੈ, ਸੱਤੂ ਦਾ ਬਣਾ ਕੇ ਸ਼ਰਬਤ ਪੀਂਦੇ ਆ। ਉਹਦੇ ਨਾਲ ਗਰਮੀ ਨਹੀਂ ਹੁੰਦੀ, ਲੂ ਨਹੀਂ ਹੁੰਦੀ, ਉਹਦੇ ਨਾਲ ਜਰਕਾਨ ਨਹੀਂ ਹੁੰਦਾ, ਪੀਲੀਆ ਨਹੀਂ ਹੁੰਦਾ। ਸੋ ਜੇ ਤੁਸੀਂ ਜੌਂ ਜਿਹੜੇ ਆ ਇਹ ਖਾਂਦੇ ਆ, ਇਹਦਾ ਆਟਾ ਖਾਂਦੇ ਆ, ਤੇ ਇਹ ਗਲੂਟਨ ਫ੍ਰੀ ਹੈ। ਸੋ ਗਲੂਟਨ ਫ੍ਰੀ ਜਦੋਂ ਤੁਸੀਂ ਖਾਂਦੇ ਆ, ਸਭ ਕੁਝ ਡਾਈਜੈਸਟ ਹੁੰਦਾ। ਇਹਦੇ ਵਿੱਚ ਆਇਰਨ, ਕੈਲਸ਼ੀਅਮ, ਜ਼ਿੰਕ, ਫਾਸਫੋਰਸ, ਮੈਗਨੀਸ਼ੀਅਮ, ਕਾਪਰ, B1, B6, ਵਿਟਾਮਿਨ C, ਇਹ ਸਾਰੀਆਂ ਚੀਜ਼ਾਂ ਜੌਂ ਦੇ ਵਿੱਚ ਹੈਗੀਆਂ। ਸੋ ਇਹ ਖਾਣ ਦੇ ਨਾਲ ਜਾਂ ਇਹਦਾ ਆਟਾ ਖਾਣ ਦੇ ਨਾਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਪੇਟ ਦੀ ਆਉਂਦੀ, ਬਿਲਕੁਲ ਪਿਸ਼ਾਬ ਖੁੱਲ ਕੇ ਆਉਂਦਾ, ਔਰ ਤੁਹਾਡਾ ਪੇਟ ਹਲਕਾ ਫੁਲਕਾ ਤੇ ਐਨ ਤੰਦਰੁਸਤ ਹੋ ਜਾਂਦਾ। ਸੋ ਫਿਰ ਵੀ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਸਾਡੇ ਕਿਸੇ ਵੀ ਕਲੀਨਿਕ ਦੇ ਉੱਤੇ ਇਹ ਜਾ ਕੇ ਤੇ ਗੱਲਬਾਤ ਕਰ ਸਕਦੇ ਆ। ਸਰੀ ਦਾ ਨੰਬਰ ਜਿਹੜਾ ਹੈਗਾ 7789170444। ਇੱਥੇ ਬਲਵਿੰਦਰ ਰੂਬਲ ਜੀ ਹੈ ਤੇ ਟੋਰਾਂਟੋ ਗੁਰਵਿੰਦਰ ਰੂਬਲ ਜੀ ਹੈ। ਸੋ ਗੁਰਵਿੰਦਰ ਰੂਬਲ ਜੀ ਨੂੰ ਜੇ ਮਿਲਣਾ 905-874-3333 ਤੇ ਫੋਨ ਕਰ ਲਿਆ ਕਰੋ। WhatsApp ਦੇ ਉੱਤੇ ਤੁਸੀਂ ਸਰੀ ਵਾਲੀ ਦੇ ਉੱਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਆ, ਜਾਂ ਮੇਰਾ ਫੋਨ ਨੰਬਰ 7574-000005 0 ਪਿੱਛੇ 7574। ਸੋ ਇਹ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਆ। ਤੇ ਬਾਕੀ ਆਪਣੀ ਸਿਹਤ ਦਾ ਖਿਆਲ ਰੱਖੋ, ਕਰੋਨਾ ਤੋਂ ਡਰਨ ਦੀ ਲੋੜ ਨਹੀਂ। ਕਰੋਨਾ ਜਿਹੜਾ ਹੈਗਾ ਉਹ ਆ ਕੇ ਜਾ ਰਿਹਾ,
ਸੋ ਰੱਬ ਮਿਹਰ ਕਰੇ, ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਧੰਨਵਾਦ ਜੀ, ਬਹੁਤ ਬਹੁਤ, ਤੇ ਸ਼ੁਭ ਸ਼ਾਮਾਂ ਬੈਦ ਸਾਹਿਬ, ਖਿਆਲ ਰੱਖੋ ਆਪਣਾ ਵੀ। ਥੈਂਕ ਯੂ, ਮਿਹਰਬਾਨੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਅਜੇਪਾਲ ਸਿੰਘ ਬਰਾੜ, ਉਹਨਾਂ ਨੂੰ ਤੁਸੀਂ ਸਦਾ ਸੁਣਦੇ ਆਏ ਹੋ ਪ੍ਰੋਗਰਾਮਾਂ 'ਚ। ਬਰਾੜ ਸਾਹਿਬ ਨੂੰ ਜਦ ਵੀ ਆਵਾਜ਼ ਮਾਰੀਏ ਤਾਂ ਸ਼ਾਮਲ ਹੁੰਦੇ ਨੇ ਪਿਛਲੇ 3 ਸਾਲਾਂ ਤੋਂ, ਅਤੇ ਧੰਨਵਾਦ ਹੈ ਉਹਨਾਂ ਦਾ। ਜਦ ਵੀ ਉਹਨਾਂ ਨੂੰ ਕਦੇ ਬੇਨਤੀ ਕਰਦੇ ਹਾਂ ਸ਼ਾਮਲ ਹੁੰਦੇ ਨੇ। ਉਹਨਾਂ ਦੀ ਪਕੜ ਅਤੇ ਸੰਪੂਰਨਤਾ ਕਿਸੇ ਕੋਲ ਨਹੀਂ, ਆਪਾਂ ਸਾਰਾ ਆਪਣਾ ਆਪਣੇ ਐਫਰਟਸ ਕਰਦੇ ਨੇ ਇੱਕ ਚੀਜ਼ ਨੂੰ ਕਿਹੜੇ ਕੋਣ ਤੋਂ ਵੇਖਣ ਦਾ। ਹਰ ਇੱਕ ਦਾ ਨਜ਼ਰੀਆ ਅਤੇ ਹਰ ਇੱਕ ਦੇ ਵਿਚਾਰ ਨੇ ਉਹ ਸਤਿਕਾਰਤ ਨੇ, ਜਿਵੇਂ ਵੀ ਤੁਸੀਂ ਚੀਜ਼ਾਂ ਨੂੰ ਵੇਖਦੇ ਹੋ। ਹਰ ਇੱਕ ਇਨਸਾਨ ਨੂੰ ਅਲੱਗ ਸਾਂਚੇ 'ਚ ਪਾ ਕੇ ਪਰਵਰਦਗਾਰ ਨੇ ਬਣਾਇਆ, ਅਤੇ ਹਰ ਇੱਕ ਦੀ ਆਪਣੀ ਸੋਚਣ ਦੀ ਗੱਲ। ਫਿਰ ਵੀ ਨੁਕਤਿਆਂ 'ਤੇ ਰਹਿ ਕੇ ਗੱਲਬਾਤ ਕਰਨੀ, ਇੱਕ ਬੌਧਿਕ ਪੱਧਰ 'ਤੇ ਰਹਿ ਕੇ ਗੱਲ ਕਰਨੀ, ਸਰਦਾਰ ਅਜੇਪਾਲ ਸਿੰਘ ਬਰਾੜ ਦੇ ਹਿੱਸੇ ਚੀਜ਼ਾਂ ਆਈਆਂ ਨੇ। ਬਰਾੜ ਸਾਹਿਬ ਸਤਿਕਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ। 2 ਮੁੱਦਿਆਂ 'ਤੇ ਮੈਂ ਤੁਹਾਡੇ ਅੱਜ ਵਿਚਾਰ ਲੈਣੇ ਆ ਜੀ। ਇੱਕ ਜੇ ਪਹਿਲੀ ਗੱਲ, ਚਲੋ ਇੱਕ ਤਾਂ ਔਨ ਗੋਇੰਗ ਹੈ, ਇੱਕ ਜਿਹੜੀ ਕਹਾਣੀ ਹੋ ਰਹੀ ਹੈ ਜੀ, ਮੈਨੂੰ ਇਹ ਲੋਕਾਂ ਨੂੰ ਸਮਝਾਇਓ। ਕੱਲ੍ਹ ਕਿਸੇ ਨੇ ਸਵਾਲ ਕੀਤਾ, ਮੈਂ ਵੀ ਇੱਥੇ ਡਿਸਕਸ਼ਨ ਕੀਤੀ ਕਿ 20 ਵਰ੍ਹੇ ਲਾ ਕੇ ਅਫਗਾਨਿਸਤਾਨ 'ਚ ਲੱਖ ਦੇ ਕਰੀਬ ਸਿਵਲੀਅਨ ਅਤੇ ਅਫਗਾਨ ਪੁਲਿਸ ਅਤੇ 3500 ਦੇ ਕਰੀਬ ਇੰਟਰਨੈਸ਼ਨਲ ਜਿਹੜੇ ਸੋਲਜਰਸ ਨੇ ਉਹਨਾਂ ਨੂੰ ਸ਼ਹੀਦ ਕਰਾ ਕੇ $1 ਟ੍ਰਿਲੀਅਨ ਦੇ ਕਰੀਬ ਅਮਰੀਕਾ ਨੇ ਖਰਚ ਕੇ ਹੁਣ 20 ਵਰ੍ਹਿਆਂ ਬਾਅਦ ਉੱਥੋਂ ਆ ਰਹੇ ਨੇ। ਤਾਲਿਬਾਨ ਨੇ ਵੱਡਾ ਮੇਨ ਸ਼ਾਹ ਮਾਰਗ ਅਤੇ ਬਾਰਡਰ ਜਿਹੜਾ ਏਸ਼ੀਆ ਨੂੰ ਜੋੜਦਾ, ਤਾਜਿਕਸਤਾਨ ਦਾ ਕੰਡੂਜ਼ ਦੇ ਏਰੀਏ ਦਾ, ਉਹ ਕੰਟਰੋਲ ਕਰਤਾ। ਗਜ਼ਨੀ 'ਤੇ ਬਹਿ ਗਏ, ਕਾਬਲ ਵੱਲ ਨੂੰ ਚੜ੍ਹਾਈ ਕੀਤੀ ਹੋਈ ਹੈ। ਉਸੇ ਤਰ੍ਹਾਂ ਹੀ ਜਿਹੜੇ ਵਾਰ ਲੌਰਡਸ ਨੇ ਉਹਨਾਂ ਨੇ ਕਲਾਸ਼ਨੀਕੋਵਾਂ ਕੱਢ ਲਈਆਂ, ਤੂੜੀ ਵਾਲਿਓ ਤਿਆਰੀ ਕਰ ਲਈ, ਅਤੇ ਖਾਨਾ ਜੰਗੀ ਵੱਲ ਨੂੰ ਦੇਸ਼ ਫੇਰ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਵਰਕਆਊਟ ਹੁੰਦਾ ਬਰਾੜ ਸਾਹਿਬ? ਬਈ ਤੁਸੀਂ ਹੁਣ ਉੱਥੇ ਹੀ ਜੈਸੇ ਥੇ, ਜਿਵੇਂ NCC 'ਚ ਕਰਦੇ ਸੀ, ਉੱਥੇ ਹੀ ਗੱਲ ਛੱਡ ਕੇ ਦੁਬਾਰਾ ਅਮਰੀਕਾ ਅਤੇ ਵੈਸਟਰਨ ਐਲਾਈਜ਼ ਉੱਥੋਂ ਆ ਰਹੀਆਂ ਨੇ। ਫਿਰ ਅਚੀਵ ਕੀ ਕੀਤਾ 20 ਸਾਲ ਦੇ ਵਿੱਚ ਜੀ? ਵੈਸੇ ਤਾਂ ਜੀ ਅਮਰੀਕਨ ਜਿਹੜੀ ਪਾਲਿਸੀ ਆ ਉਹ ਆਲਮੋਸਟ ਫੇਲ ਰਹੀ ਆ ਉੱਥੇ। ਰਾਦਰ ਫੇਲੀਅਰ ਉੱਥੇ ਇੱਕ ਤਾਂ ਰੂਸ ਨੂੰ ਤਾਂ ਉਹਨਾਂ ਨੇ ਢਾਉਣ ਦੀ ਕੋਸ਼ਿਸ਼ ਕੀਤੀ ਸੀ 1980 ਤੋਂ, ਬਟ ਬਾਅਦ 'ਚ ਉੱਥੋਂ ਹੀ ਉਹ ਪ੍ਰੋਬਲਮਸ ਉਹਨਾਂ ਦੀਆਂ ਰਪਟ ਹੋ ਰਹੀਆਂ ਲਗਾਤਾਰ। ਪਰ ਉੱਥੇ ਹਫੜਾ ਦਫੜੀ ਰੱਖਣੀ, ਉੱਥੇ ਪ੍ਰੋਬਲਮ ਚੱਲਦੀ ਰੱਖਣੀ ਦਾ ਵੀ ਉਹਨਾਂ ਦਾ ਇੰਟਰਸਟ ਹੁੰਦਾ। ਇਹ ਨਹੀਂ ਕਿਉਂਕਿ ਅਫਗਾਨਿਸਤਾਨ ਬੜਾ ਇੰਪੋਰਟੈਂਟ ਹੈਗਾ, ਉੱਥੋਂ ਸੈਂਟਰਲ ਏਸ਼ੀਆ ਕੰਟਰੋਲ ਹੁੰਦਾ, ਉੱਥੋਂ ਦੱਖਣ ਏਸ਼ੀਆ ਕੰਟਰੋਲ ਹੁੰਦਾ ਜੀ, ਉੱਥੋਂ ਮਿਡਲ ਈਸਟ ਉੱਤੇ ਅਸਰ ਪੈਂਦੇ ਆ। ਤਾਂ ਜਦੋਂ ਹੁਣ ਕਾਸਟ ਬਹੁਤ ਵੱਧ ਗਈ ਸੀ, ਤਾਂ ਹੁਣ ਜਿਹੜਾ ਅਮਰੀਕਾ ਨੇ ਜਿਹੜੀ ਉੱਥੇ ਗੇਮ ਖੇਡੀ ਆ ਉਹ ਥੋੜੀ ਡਿਫਰੈਂਟ ਹੈਗੀ ਆ। ਉਹ ਆਪਾਂ ਨੂੰ ਲੱਗ ਰਿਹਾ ਕਿ ਉਹਨਾਂ ਨੇ ਹਾਰ ਦਾ ਮੂੰਹ ਵੇਖਿਆ, ਪਰ ਉਹਨਾਂ ਨੇ ਇੱਕ ਤਰ੍ਹਾਂ ਉੱਥੇ ਵੈਕਿਊਮ ਕ੍ਰੀਏਟ ਕੀਤਾ, ਤੇ ਚਾਂਸਿਸ ਆ ਕਿ ਵੀ ਉੱਥੇ ਸਿਵਲ ਵਾਰ ਵਰਗੀ ਸਿਚੁਏਸ਼ਨ ਹੋਊਗੀ। ਇਹ ਪਹਿਲਾਂ ਉੱਥੋਂ ਬੈਠ ਕੇ ਜੇ ਆਪਾਂ ਵੇਖੀਏ ਤਾਂ ਬਾਹਰ ਨੂੰ ਉਹ ਧੱਕਾ ਮਾਰਦੇ ਸੀ। ਹੁਣ ਉਹਨਾਂ ਨੇ ਜਿਹੜੀ ਉੱਥੇ ਵੈਕਿਊਮ ਛੱਡੀ ਆ, ਉਹਦੇ ਨਾਲ ਆਸੇ ਪਾਸੇ ਵਾਲੇ ਮੁਲਕਾਂ ਦਾ ਉੱਥੇ ਡਰਾ ਇਨ ਹੋ ਜਾਣਾ ਦਾ ਬਹੁਤ ਜ਼ਿਆਦਾ ਚਾਂਸ ਹੈ, ਜਿਹੜੇ ਕਿ ਜੇ ਉੱਥੇ ਫਸ ਗਏ ਇੱਕ ਵਾਰੀ ਆ ਕੇ ਤਾਂ ਉੱਥੇ ਨਿਕਲਿਆ ਨਹੀਂ ਜਾਊਗਾ ਜੀ ਉਹਨਾਂ ਤੋਂ। ਤੇ ਉਹਨਾਂ ਦੀ ਡਰਾ ਇਨ ਹੋਣਾ ਮਜਬੂਰੀ ਵੀ ਬਣ ਜੂਗੀ। ਜਿਵੇਂ ਹੁਣ ਚੀਨ ਹੈ, ਜੇ ਡਰਾ ਇਨ ਨਹੀਂ ਹੁੰਦਾ ਉਸ ਏਰੀਏ 'ਚ, ਜੇ ਉੱਥੇ ਅਸਰ ਰਸੂਖ ਨਹੀਂ ਦਿਖਾਉਂਦਾ, ਤਾਂ ਉਹਦੇ ਜਿਹੜਾ ਉਗਰ ਏਰੀਆ ਹੈਗਾ, ਜਿਹੜਾ ਸ਼ਿਨਜੀਆਂਗ ਦੀ ਪ੍ਰੋਵਿੰਸ ਆ, ਉਹਦੇ 'ਤੇ ਅਸਰ ਪੈਣਾ ਸ਼ੁਰੂ ਹੋ ਜੂ ਉਲਟਾ। ਇਸੇ ਤਰੀਕੇ ਨਾਲ ਭਾਰਤ ਵੀ ਉਹਦੇ ਵਿੱਚ ਉੱਥੇ ਜਾ ਕੇ ਫਸੂਗਾ ਕਿਤੇ ਨਾ ਕਿਤੇ, ਬਿਕਾਜ਼ ਭਾਰਤ ਦੇ ਅੱਜ ਜੈ ਸ਼ੰਕਰ ਜਿਹੜੇ ਹੈਗੇ ਆ ਉਹ ਤਹਿਰਾਨ ਹੁੰਦੇ ਹੋਏ ਰੂਸ ਚਲੇ ਗਏ ਆ, ਕਿਉਂਕਿ ਉਹਨਾਂ ਨੂੰ ਬੜੀ ਚਿੰਤਾ ਹੈ ਕਿ ਦੱਖਣ ਏਸ਼ੀਆ ਦੇ ਵਿੱਚ ਤਾਲਿਬਾਨ ਦਾ ਜਿਹੜਾ ਵਾਧਾ ਅਸਰ ਹੈਗਾ ਅਫਗਾਨਿਸਤਾਨ 'ਚ, ਉਹਦਾ ਦੱਖਣ ਏਸ਼ੀਆ ਤੇ ਕੀ ਅਸਰ ਪਊਗਾ। ਸੋ ਭਾਰਤ ਵੀ ਉੱਥੇ ਇੱਕ ਤਰ੍ਹਾਂ ਦਾ ਦਲਦਲ ਆ ਉਹਦੇ ਵਿੱਚ ਫਸ ਸਕਦੇ ਆ, ਕਿਉਂਕਿ ਉੱਥੇ ਉਹਨੂੰ ਵੈਕਿਊਮ ਹੈਗਾ ਜੀ। ਸੋ ਇਹ ਆਪਾਂ ਨੂੰ ਕੁਝ ਸਾਲਾਂ ਬਾਅਦ ਹੀ ਪਤਾ ਲੱਗੂਗਾ ਕਿ ਉੱਥੇ ਜਿੱਤ ਹਾਰ ਕੀ ਹੋਈ, ਕੀ ਗੇਮ ਖੇਡੀ ਗਈ। ਅੱਛਾ ਬਰਾੜ ਸਾਹਿਬ, ਇੱਕ ਹੋਰ ਦੁਨੀਆ ਦੇ ਵਿੱਚ ਵਾਇਲੈਂਸ ਨੂੰ ਹੁਣ ਯੂਨਾਈਟਿਡ ਨੇਸ਼ਨ ਦੀਆਂ ਗੱਲਾਂ ਕਿ ਨਹੀਂ ਜੀ, ਟੇਬਲ ਟਾਕ ਹਰ ਇੱਕ ਖਿੱਤੇ 'ਚ ਮੁਹਿੰਮਾਂ ਉੱਠਦੀਆਂ ਨੇ, ਅਤੇ ਉਹਨਾਂ ਨੂੰ ਵਾਇਲੈਂਟ ਕਹਿ ਕੇ ਇਹ ਕਾਤਲ ਨੇ ਜੀ, ਸਿਰ ਫਿਰੇ ਨੇ, ਇਹ ਸ਼ਬਦ ਨੇ ਜਿਹੜੇ ਅਕਸਰ ਸ਼ਾਸਕ ਵਰਤਦੇ ਆ, ਅਤੇ ਫਿਰ ਉਸ ਨੂੰ ਸਨੱਬ ਕੀਤਾ ਜਾਂਦਾ ਬਹੁਤ ਬਰੂਟਲੀ, ਬੁਲਟ ਫਾਰ ਬੁਲਟ ਕਿਹਾ ਜਾਂਦਾ।
ਤਾਲਿਬਾਨਾਂ ਨੇ ਸ਼ਰੀਆ ਦਾ ਲਾਅ ਲੈ ਕੇ 94 ਤੋਂ 2001 ਤੱਕ ਛਿੱਲ ਲਾਤੀ ਅਫਗਾਨੀ ਲੋਕਾਂ ਦੀ, ਤੇ ਔਰ ਦੁਨੀਆ ਨੇ ਉਹਨਾਂ ਨੂੰ ਕਿਹਾ ਹੋਇਆ ਵੀ ਇਹ ਅੱਤਵਾਦੀ ਨੇ। ਤੇ ਫਿਰ ਕਿਸ ਤਰ੍ਹਾਂ ਦੋਹਾ ਦੇ ਵਿੱਚ ਬਹਿ ਕੇ ਸਲਵਾਰ ਕਮੀਜ਼ ਪਾ ਕੇ ਤੇ ਉੱਚੀ ਉਹ ਗਿੱਟਿਆਂ ਨੰਗੇ ਕਰਕੇ ਤੇ ਬਾਸਕਟਾਂ ਪਾ ਕੇ ਕਿਸ ਤਰ੍ਹਾਂ ਸੰਯੁਕਤ ਤੇ ਯੂਨਾਈਟਿਡ ਨੇਸ਼ਨ ਤੇ ਇਹ ਜਿਹੜੀਆਂ ਜਥੇਬੰਦੀਆਂ ਨੇ ਕਿਵੇਂ ਫਿਰ ਉਹ ਟੇਬਲ ਤੇ ਬੈਠ ਕੇ ਜੀ ਆ ਕੇ ਇਹ ਚੀਜ਼ਾਂ ਕਿਵੇਂ ਵਰਕਆਊਟ ਹੋ ਜਾਂਦੀਆਂ ਫਿਰ? ਗਿਲ ਸਾਹਿਬ, ਜਿਹਨੂੰ ਆਪਾਂ ਟੇਬਲ ਟਾਕ ਕਹਿੰਦੇ ਆ, ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀ, ਟੇਬਲ ਟਾਕ ਆਮ ਆਪਾਂ ਆਪਣੇ ਕਹਾਵਤ ਵੀ ਕਹੀ ਜਾਂਦੀ ਹੈ ਕਿ ਟੇਬਲ ਤੇ ਅਸੀਂ ਹਾਰ ਗਏ ਜੀ, ਜਾਂ ਫਲਾਨੀ ਥਾਂ ਅਸੀਂ ਹਾਰ ਗਏ ਜਾਂ ਜਿੱਤ ਗਏ ਦੂਜਾ ਜਣਾ। ਟੇਬਲ ਦੇ ਉੱਤੇ ਤਾਂ ਜੋ ਜੰਗ ਦੇ ਮੈਦਾਨ ਦੇ ਵਿੱਚ ਹੋ ਰਿਹਾ ਹੁੰਦਾ ਉਹਦਾ ਸਮਝੋ ਲਓ ਲਿਖਤੀ ਤਰਜਮਾ ਹੀ ਕੀਤਾ ਹੁੰਦਾ, ਜੋ ਜਿੱਤ ਹਾਰ ਜਾਂ ਜੋ ਫੈਸਲਾ ਹੋਣਾ ਹੁੰਦਾ, ਠੀਕ ਹੈ ਜੀ। ਸੋ ਟੇਬਲ ਦੇ ਉੱਤੇ ਤਾਂ ਬੈਠ ਕੇ ਜੇ ਕਹੀਏ ਆਪਾਂ ਟੇਬਲ ਟਾਕਸ ਨਾਲ ਕੋਈ ਮਸਲਾ ਹੱਲ ਹੋ ਜਾਂਦਾ, ਉਹ ਨਹੀਂ ਹੱਲ ਹੋਇਆ। ਤਾਲਿਬਾਨ ਵਾਲੀ ਲੜਾਈ ਨੇ ਅਮਰੀਕਾ ਨਾਲ ਬਿਲਕੁਲ ਸਾਫ਼ ਸ਼ੋ ਕਰਤਾ। ਤੁਸੀਂ ਵੇਖੋ 2-3 ਸਾਲ ਉਹ ਲਗਾਤਾਰ ਲੜਦੇ ਰਹੇ, ਪਰ ਉਹਨਾਂ ਨੇ ਸੀਜ਼ ਫਾਇਰ ਨਹੀਂ ਕੀਤਾ। ਉਹ ਕਹਿੰਦੇ ਭਾਈ ਇੱਕ ਪਾਸੇ ਲੜਾਈ ਚੱਲਦੀ ਰਹੂਗੀ, ਦੂਜੇ ਪਾਸੇ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ। ਆਮ ਤੌਰ ਤੇ ਕਈ ਵਾਰੀ ਵੱਡੀਆਂ ਜਿਹੜੀਆਂ ਤਾਕਤਾਂ ਹੁੰਦੀਆਂ ਉਹ ਛੋਟੀ ਤਾਕਤ ਨੂੰ ਜਿਹੜੀ ਉਹਦੇ ਉਲਟ ਲੜ ਰਹੀ ਹੁੰਦੀ ਉਹਨੂੰ ਕਹਿੰਦੀ ਭਾਈ ਪਹਿਲਾਂ ਆਪਣਾ ਸੀਜ਼ ਫਾਇਰ ਕਰ, ਜਿਵੇਂ ਭਾਰਤ ਨੇ ਨਾਗਾਲੈਂਡ ਦੇ ਵਿੱਚ ਕੀਤਾ। 2005 ਦੇ ਉਹ ਫੈਸਲਾ ਕਰਨ ਲੱਗੇ ਆ, ਸੀਜ਼ ਫਾਇਰ ਕਰਵਾਤਾ। ਸੀਜ਼ ਫਾਇਰ 15 ਸਾਲ ਚੱਲਦਾ ਰਿਹਾ। ਅੱਜ ਭਾਰਤ ਨੇ ਮਤਲਬ ਝੱਗਾ ਚੱਕ ਕੇ ਉਠਾਤਾ ਵੀ ਅਸੀਂ ਨਹੀਂ ਫੈਸਲਾ ਕਰ ਦਿੱਤਾ, ਬਿਕੋਜ਼ ਇੰਨੇ ਦੇਰ ਸੀਜ਼ ਫਾਇਰ ਦੇ ਵਿੱਚ ਜਿਹੜੀਆਂ ਫੋਰਸਿਸ ਆ ਖੁੱਲੀਆਂ ਹੋ ਗਈਆਂ, ਠੀਕ ਹੈ ਜੀ, ਜਿਹੜੀਆਂ ਉਹਨਾਂ ਨੇ ਉਲਟ ਲੜ ਰਹੀਆਂ ਸੀ। ਪਰ ਤਾਲਿਬਾਨਾਂ ਨੇ ਉਹ ਚੀਜ਼ ਨਹੀਂ ਹੋਣ ਦਿੱਤੀ ਤੇ ਉਹ ਲਗਾਤਾਰ ਟੇਬਲ ਟਾਕ ਦੇ ਉੱਤੇ ਤਾਂ ਗਿਲ ਸਾਹਿਬ ਟੇਬਲ ਟਾਕ ਦਾ ਕੋਈ ਮਕਸਦ, ਟੇਬਲ ਟਾਕ ਦਾ ਮਤਲਬ ਇਹ ਹੁੰਦਾ ਕਿ ਹਾਂ ਵੀ ਜੋ ਜੰਗ ਦੇ ਮੈਦਾਨ ਦੇ ਵਿੱਚ ਹੋ ਰਿਹਾ, ਜੋ ਉੱਥੇ ਫੋਰਸਿਸ ਜਿਵੇਂ ਕਰ ਰਹੀਆਂ, ਤਾਂ ਉਹਦਾ ਆਪਾਂ ਤਰਜਮਾ ਉਹਦੀ ਤਰਜਮਾਨੀ ਜਾਂ ਉਹਦਾ ਕਹਿ ਲਓ ਉਹਨੂੰ ਲਿਖਤੀ ਰੂਪ ਚ ਟ੍ਰਾਂਸਫਰ ਕਰ ਦਿੰਦੇ ਆ। ਅੱਜ ਜੋ ਅਫਗਾਨਿਸਤਾਨ ਦੇ ਵਿੱਚ ਹੋਇਆ ਤਾਂ ਇੱਕ ਤਰ੍ਹਾਂ ਅਮਰੀਕਾ ਨੇ ਉਸ ਜਗ੍ਹਾ ਨੂੰ ਛੱਡ ਕੇ ਉਹਨੂੰ ਖਾਨਾ ਜੰਗੀ ਦੇ ਸਪੁਰਦ ਕਰਕੇ ਉੱਥੋਂ ਨਿਕਲ ਗਏ ਆ। ਤਾਂ ਉਹ ਜੀ ਕੰਟੀਨਿਊ ਕਰੋ ਜੀ। ਹਾਂਜੀ, ਤਾਂ ਖਾਨਾ ਜੰਗੀ ਦੇ ਵਿੱਚੋਂ ਹੁਣ ਉਹਨਾਂ ਨੇ ਇੱਕ ਤਰ੍ਹਾਂ ਇਹ ਕਰਤਾ ਕਿ ਵੀ ਆਸੇ ਪਾਸੇ ਆਈਆਂ ਤਾਕਤਾਂ ਉੱਥੇ ਕਿਹੜੀਆਂ ਫਸ ਜਾਣਗੀਆਂ ਆ ਕੇ। ਉਹ ਇਕੱਲੀ ਤਾਲਿਬਾਨ ਨੂੰ ਨਹੀਂ ਉੱਥੇ ਟਾਰਗੇਟ ਕਰ ਰਹੀ ਹੈ, ਅਫਗਾਨਿਸਤਾਨ ਨੂੰ ਟਾਰਗੇਟ ਕਰ ਰਹੀ। ਉੱਥੇ ਜਿਹੜਾ ਫਸਦਾ ਜਾਊਗਾ ਨਾ ਜੀ, ਜਿਵੇਂ ਇਰਾਨ ਫਸ ਸਕਦਾ ਉਹਦੇ ਵਿੱਚ ਆ ਕੇ, ਰਸ਼ੀਆ ਫਸ ਸਕਦਾ ਹੈ, ਉਹਨਾਂ ਦੀ ਮਜਬੂਰੀ ਵੀ ਹੈ ਫਸਣਾ, ਮਤਲਬ ਉਹਨੂੰ ਇੰਟਰਫੇਅਰ ਕਰਨਾ ਪਊਗਾ। ਪਰ ਜਿਹੜਾ ਵੀ ਉੱਥੇ ਫਸਦਾ ਜਾਊਗਾ ਉਹਦਾ ਨੁਕਸਾਨ ਵੀ ਹੋ ਸਕਦਾ, ਉਹਦਾ ਫਾਇਦਾ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ। ਪਰ ਸਾਰਿਆਂ ਦਾ ਫਾਇਦਾ ਤਾਂ ਨਹੀਂ ਨਾ ਹੋਊਗਾ, ਉਹਨਾਂ 'ਚੋਂ ਕਈ ਨੁਕਸਾਨ ਲੈ ਕੇ ਨਿਕਲਣਗੇ, ਇੱਕ ਅੱਧਾ ਫਾਇਦਾ ਲੈ ਕੇ ਨਿਕਲਣਗੇ। ਸੋ ਇਹ ਜਿਹੜੀ ਅਮਰੀਕਾ ਜਿਹੜੀ ਉੱਥੇ ਗੇਮ ਖੇਡ ਕੇ ਗਿਆ, ਇਹ ਇੰਨੀ ਸਿੰਪਲ ਨਹੀਂ ਜੀ ਕਿ ਵੀ ਉੱਥੋਂ ਹਾਰ ਕੇ ਗਿਆ। ਉਹ ਐਕਚੁਅਲੀ ਉਸ ਵਰਟੈਕਸ ਦੇ ਵਿੱਚ ਜਾਂ ਉਸ ਦਲਦਲ ਦੇ ਵਿੱਚ ਬਾਕੀਆਂ ਨੂੰ ਵੀ ਫਸਾ ਕੇ ਨਿਕਲ ਗਿਆ ਉੱਥੇ। ਇਹ ਜਿਹੜੀਆਂ ਇਹ ਵੱਡੇ ਦੇਸ਼ ਨੇ ਜੀ, ਜਾਂ $1 ਟ੍ਰਿਲੀਅਨ ਦੇ ਕਰੀਬ ਖਰਚ ਦਿੱਤੇ ਜੀ ਅਮਰੀਕਾ ਨੇ, ਇਹ ਵੱਡੀਆਂ ਜਿਹੜੀਆਂ ਸ਼ਕਤੀਆਂ ਨੇ $1 ਟ੍ਰਿਲੀਅਨ ਦਾ ਖਾਤਾ ਫਿਰ ਕਿੱਥੇ ਪਾਉਂਦੀਆਂ ਜੀ? ਇਹਦੇ ਇਵਜ਼ ਦੇ ਵਿੱਚ ਮਿਲਿਆ ਕੀ ਉੱਥੋਂ? ਜਿਹੜਾ ਜੀ ਗਿਲ ਸਾਹਿਬ ਜਿਹੜੀ ਜੰਗਾਂ ਦੀ ਫੰਡਿੰਗ ਹੈਗੀ ਆ ਨਾ ਜੀ, ਇਹ ਬਹੁਤ ਵੱਡਾ ਕੰਪਲੈਕਸ ਬਿਜ਼ਨਸ ਹੈਗਾ ਤੇ ਇਹਦੀ ਜਿਹੜੀ ਰੂਟਸ ਹੈਗੀਆਂ ਇਹ ਬਹੁਤ 16ਵੀਂ ਸਦੀ ਦੇ ਯੂਰਪ 'ਚ ਜਾਂਦੀਆਂ, ਜਦੋਂ ਨੀਦਰਲੈਂਡ ਤੇ ਸਵੀਡਨ ਦੇ ਜਿਹੜੇ ਰਾਜੇ ਸੀ ਉਹ ਉੱਥੋਂ ਦੇ ਯਹੂਦੀ ਵਪਾਰੀਆਂ ਤੋਂ ਕਰਜ਼ੇ ਤੇ ਪੈਸਾ ਚੱਕਦੇ ਸੀ ਤੇ ਜੰਗਾਂ ਲੜਦੇ ਸੀ ਤੇ ਫਿਰ ਉਹ ਕਰਜ਼ੇ ਸਮੇਤ ਵਾਪਸ ਦਿੰਦੇ ਸੀਗੇ, ਮਤਲਬ ਵਿਆਜ ਸਮੇਤ ਵਾਪਸ ਦਿੰਦੇ ਸੀ। ਹੌਲੀ ਹੌਲੀ ਇੰਗਲੈਂਡ ਜਿਹੜਾ ਸੀ ਉਹਦੀ ਜਿਹੜੀ ਜੰਗਾਂ ਜਿੱਤਣ ਦੀ ਕਪੈਸਿਟੀ ਵੱਧਦੀ ਗਈ ਤੇ ਉਹ ਪੱਕੇ ਤੌਰ ਤੇ ਜਿਹੜਾ ਤੋਂ ਪੈਸਾ ਚੱਕਦਾ ਸੀ ਤੇ ਵਚਨਬੱਧ ਹੁੰਦੇ ਸੀ ਤੇ ਪ੍ਰੋਪਰ ਤਰੀਕੇ ਨਾਲ ਦਿੰਦੇ ਸੀ। ਇੱਕ ਬੜੀ ਇੰਟਰਸਟਿੰਗ ਗੱਲ ਕੀ ਜਾਂਦੀ ਹੈ ਕਿ ਵਾਟਰਲੂ ਦੀ ਬੈਟਲ ਦੇ ਉੱਤੇ ਦੋਨੇ ਪਾਸੇ ਰੌਥਸ਼ੀਲਡ ਦੇ ਪੈਸਾ ਲੱਗਾ ਸੀ। ਹੋ ਸਕਦਾ ਕੌਨਸਪੀਰੇਸੀ ਹੋਵੇ ਪਰ ਕਿਹਾ ਜਾਂਦਾ, ਠੀਕ ਹੈ ਜੀ। ਤਾਂ ਇਹ ਜੰਗਾਂ ਦੇ ਉੱਤੇ ਪੈਸਾ ਲੱਗਦਾ ਆ। ਉਸ ਤੋਂ ਬਾਅਦ ਤੁਸੀਂ ਸੁਣਿਆ ਹੋਣਾ, ਜਦੋਂ ਆਪਣੇ ਬਜ਼ੁਰਗ ਵੀ ਦੱਸਦੇ ਹੁੰਦੇ ਆ ਕਿ ਵੀ ਜਦੋਂ ਦੂਜੀ ਜੰਗ ਤੇ ਹੋਈ ਨਾ ਜੀ, ਉਦੋਂ ਪਹਿਲਾਂ ਇੰਗਲੈਂਡ ਨੇ ਜ਼ਿਮੀਂਦਾਰਾਂ ਤੋਂ ਵੀ ਪੈਸਾ ਤੇ ਆਪਣੇ ਆੜ੍ਹਤੀਆਂ ਤੋਂ ਵੀ ਪੈਸਾ ਚੁੱਕਿਆ ਸੀ ਤੇ ਵਿਆਜ ਸਮੇਤ ਪੈਸਾ ਮੋੜਿਆ ਤੇ ਇਸ ਕਰਕੇ ਉਹਨਾਂ ਨੂੰ ਸਸਤਾ ਪੈਸਾ ਮਿਲ ਜਾਂਦਾ ਸੀ। ਪਰ ਅਮਰੀਕਾ ਨੇ ਇਸ ਗੇਮ ਨੂੰ ਬਿਲਕੁਲ ਡਿਫਰੈਂਟ ਟਰਨ ਦੇਤੀ ਹੈ ਜੀ, ਪੈਟਰੋ ਡਾਲਰ ਦੇ ਨਾਲ। ਅਮਰੀਕਾ ਚਾਹੇ ਕਿੰਨਾ ਮਰਜ਼ੀ ਪੈਸਾ ਚੱਕ ਜੇ ਵਰਲਡ ਦੇ ਵਿੱਚ, ਜਿੰਨਾ ਮਰਜ਼ੀ ਕਰਜ਼ਾ ਖਰਚ ਜੇ, ਉਹ ਅੱਜ ਕੱਲ੍ਹ ਬੈਨੀਫਿਟ 'ਚ ਨਿਕਲਦਾ ਲੜਾਈ 'ਚੋਂ। ਬੈਨੀਫਿਟ 'ਚ ਐਂ ਨਿਕਲਦਾ ਹੈ ਕਿ ਵੀ ਲੜਾਈ ਦੀ ਉਹਦੀ ਕੀਮਤ ਪਰ ਕੈਪੀਟਲ ਸਸਤੀ ਹੁੰਦੀ ਜਾ ਰਹੀ ਹੈ। ਜਿਹੜਾ 91 'ਚ ਉਹਨੇ ਜੰਗ ਲੜੀ ਸੀ ਇਰਾਕ ਦੀ, ਉਹ ਮਹਿੰਗੀ ਸੀ। ਉਦੋਂ ਅਗਲੀ ਜੰਗ ਹੋਰ ਪਰ ਕੈਪੀਟਲ ਸਸਤੀ ਪਈ। ਹੁਣ ਤਾਂ ਆਲਮੋਸਟ
ਉਹ ਥੋੜੀ ਬਹੁਤ ਇਨਫਲੇਸ਼ਨ ਲਿਆ ਕੇ ਡਾਲਰ, ਕਿਉਂਕਿ ਵਰਲਡ ਓਵਰ ਇਨਫਲੇਸ਼ਨ ਜਾਂਦੀ ਹੈ ਤਾਂ $1 ਟ੍ਰਿਲੀਅਨ ਅਮਰੀਕਾ ਦੇ ਨਹੀਂ ਲੱਗੇ ਹੁੰਦੇ, ਆਪਣੇ ਸਾਰਿਆਂ ਦੇ ਲੱਗ ਗਿਆ ਹੁੰਦਾ ਪੈਸਾ ਉਸ ਜੰਗ ਦੇ, ਕਿਉਂਕਿ ਡਾਲਰ ਤਾਂ ਆਲਮੋਸਟ ਵਰਲਡ ਦੀ ਕਰੰਸੀ ਹੈ ਨਾ, ਵਰਲਡ ਦੀ ਕਰੰਸੀ ਜੀ ਜੀ। ਹਾਂਜੀ, ਉਹ ਤਾਂ ਮਾਈਨਰ ਦੀ ਇਨਫਲੇਸ਼ਨ ਲਿਆਉਣਗੇ ਤੇ ਜ਼ਿਆਦਾ ਛਾਪਣਗੇ ਤਾਂ ਸਾਰੀ ਵਰਲਡ ਨੇ ਸਭ ਨੂੰ ਕੰਟਰੀਬਿਊਟ ਕੀਤਾ ਹੈ। ਅਫਗਾਨਿਸਤਾਨ ਨੇ ਵੀ, ਤਾਲਿਬਾਨਾਂ ਨੇ ਵੀ ਕੰਟਰੀਬਿਊਟ ਕੀਤਾ ਆਪਦੇ ਉੱਤੇ ਹਮਲੇ ਦਾ ਪੈਸਾ, ਸਮਝੋ ਇੱਕ ਤਰ੍ਹਾਂ। ਉਹਨਾਂ ਦਾ ਜੀ $1.5 ਬਿਲੀਅਨ ਰੈਵਨਿਊ, ਬੜੀ ਵੱਡੀ ਇਹ ਵੱਡੀ ਗੱਲ ਹੈ ਕਿ ਉਹਨਾਂ ਨੇ ਡਾਲਰ ਨੂੰ, US ਡਾਲਰ ਜਿਹੜਾ ਉਹ ਵਰਲਡ ਦੀ ਕਰੰਸੀ ਬਣ ਗਈ ਹੈ, ਤੇ ਉਹ ਵਰਲਡ ਦੀ ਕਰੰਸੀ ਹੈ ਤਾਂ ਉਹਨੇ ਆਪਦਾ ਡੈਟ ਵੀ ਤਾਂ ਡਾਲਰ 'ਚ ਪੇ ਕਰਨਾ ਨਾ, ਉਹਦੇ ਵਾਸਤੇ ਤਾਂ ਜੇ ਥੋੜਾ ਬਹੁਤ ਛਾਪ ਲੂਗਾ ਤਾਂ ਉਹਨੂੰ ਕੀ ਪ੍ਰੋਬਲਮ ਹੈਗੀ ਉਹਦੇ ਵਿੱਚ। ਉਹ ਤਾਂ ਇਨਫਲੇਸ਼ਨ ਨਾਲ ਸਾਡੇ ਤੇ ਅਸਰ ਸਾਰਿਆਂ ਤੇ ਪੈਣਾ। ਅੱਛਾ, ਨਾਲ ਨੈਕਸਟ ਹੁਣ ਆਪਾਂ ਅੱਗੇ ਨੂੰ ਮੂਵ ਕਰਨਾ ਹੈ। ਰੂਸ, ਪੁਤਿਨ ਜਿਹੜਾ ਪੁਤਿਨ ਮੇਜਰ ਪਲੇਅਰ, ਮੈਂ ਕਦੇ ਕਦੇ ਦੇਖਦਾ ਕਿ ਯੂਕਰੇਨ ਨੂੰ ਇਨਵੇਡ ਕਰੇਗਾ, ਕ੍ਰਾਈਮੀਆ ਦੇ ਵਿੱਚ ਬੜਿਆ ਬੈਠਾ, ਜਿਹੜੀ ਪਾਣੀ ਆ ਰੋਕੀ ਬੈਠਾ ਯੂਕਰੇਨ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਜਾਣ ਨਹੀਂ ਦਿੰਦਾ, ਮਤਲਬ ਕਿਰਕ ਦੀ ਜਿਹੜੀ ਖਾੜੀ ਹੈ ਉੱਥੇ ਘੇਰੀ ਬੈਠਾ। ਰੂਸ ਅਫਗਾਨਿਸਤਾਨ ਦੇ ਵਿੱਚ ਕੁਝ ਇੰਟਰਫੀਅਰ ਕਰ ਸਕਦਾ ਜੀ ਆਉਣ ਵਾਲੇ ਸਮੇਂ 'ਚ? ਪਹਿਲੀ ਗੱਲ ਤਾਂ ਜੀ ਆਪਾਂ ਨਾ ਰੂਸ ਦੀ ਜਿਹੜੀ ਡਿਫੈਂਸ ਨੂੰ ਸਮਝੀਏ ਕਿ ਰੂਸ ਕਿਵੇਂ ਆਪਦੇ ਆਪ ਨੂੰ ਡਿਫੈਂਡ ਕਰਦਾ ਜਾਂ ਕੀ ਕਰਦਾ। ਆਲਰੇਡੀ ਤਰੀਕੇ ਦੇ ਡਿਫੈਂਸ ਹੁੰਦੇ ਹਨ। ਅਮਰੀਕਾ ਜਦੋਂ ਆਪਾਂ ਦੇਖੋ ਕਿਲਾ ਹੁੰਦਾ, ਕਿਲੇ ਦੇ ਆਸੇ ਪਾਸੇ ਆਪਾਂ ਬਹੁਤ ਡੂੰਘਾਈ ਨਾਲ ਕਨਾਲ ਪੱਟ ਦਿੰਦੇ ਹਾਂ, ਨਹਿਰ ਪੱਟ ਦਿੰਦੇ ਹਾਂ, ਤੇ ਕਿਲੇ ਦੇ ਅੰਦਰ ਨਹੀਂ ਐਂਟਰ ਕਰ ਸਕਦੇ ਹੁੰਦੇ, ਠੀਕ ਹੈ ਨਾ। ਇੱਕ ਤਰੀਕਾ ਡਿਫੈਂਸ ਤੇ ਹੁੰਦਾ। ਇਸੇ ਤਰ੍ਹਾਂ ਇਹਨੂੰ ਵੱਡਾ ਕਰ ਲਈਏ ਤਾਂ ਦੇਸ਼ਾਂ ਦੀ ਡਿਫੈਂਸ ਆਈ ਹੁੰਦੀ ਹੈ ਕਿ ਅਮਰੀਕਾ ਇੱਕ ਜਿਹੜਾ ਬੈਠਾ, ਅਮਰੀਕਾ ਦੇ ਦੋ ਪਾਸੇ ਵੱਡੇ ਸਮੁੰਦਰ ਆ ਤੇ ਉਹਨਾਂ ਤੋਂ ਹਮਲਾ ਹੋਣਾ ਔਖਾ ਹੈ, ਠੀਕ ਹੈ ਨਾ। ਤੇ ਦੂਸਰਾ ਤਰੀਕਾ ਹੁੰਦਾ ਜੀ ਕਿਸੇ ਡਿਫੈਂਸ ਦਾ, ਜਿਹੜਾ ਕਿ ਆਪਾਂ ਲੰਬਾ ਮੈਦਾਨ ਛੱਡ ਦਈਏ, ਸਾਹਮਣੇ ਬਹੁਤ ਲੰਬੀ ਧਰਤੀ ਖਾਲੀ ਪਈ ਹੋਵੇ ਤਾਂ ਕਿ ਜੇ ਦੂਰੋਂ ਕੋਈ ਆਉਂਦਾ ਹੋਵੇ ਤਾਂ ਆਪਾਂ ਉਹਨੂੰ ਹਿੱਟ ਕਰ ਸਕਦੇ ਹਾਂ, ਠੀਕ ਹੈ ਨਾ। ਇਹਨੂੰ ਮੈਦਾਨ ਕਹਿੰਦੇ ਹੁੰਦੇ ਸੀ। ਬ੍ਰਿਟਿਸ਼ ਕੰਟੋਨਮੈਂਟਸ ਦੇ ਵਿੱਚ ਆਮ ਹੀ ਮੈਦਾਨ ਹੁੰਦੇ ਸੀ, ਖਾਲੀ ਜਗ੍ਹਾ ਛੱਡੀ ਹੁੰਦੀ ਸੀ ਤਾਂ ਕਿ LNG ਫਾਇਰ ਜਾਂ ਬੰਦੂਕ ਦਾ ਫਾਇਰ ਮਾਰਿਆ ਜਾ ਸਕੇ। ਹੁਣ ਇਸੇ ਨੂੰ ਦੇਸ਼ ਦੇ ਉੱਤੇ ਲੈ ਜਾਓ, ਜਦੋਂ ਮੰਗੋਲਾਂ ਦੇ ਹਮਲੇ ਹੋਏ ਰੂਸ ਦੇ ਉੱਤੇ, ਤਾਂ ਰੂਸ ਨੇ ਇੱਕ ਗੱਲ ਸਿੱਖੀ ਕਿ ਸਾਨੂੰ ਵੱਡੀ ਧਰਤੀ ਕਬਜ਼ੇ ਕਰਨੀ ਪਊ, ਲੰਬੀਆਂ ਪਲੇਨਸ ਹੋਣਗੀਆਂ, ਲੰਬੀਆਂ ਮਤਲਬ ਖੁੱਲੀ ਧਰਤੀ ਹੋਵੇ ਸਾਹਮਣੇ, ਤਾਂ ਕਿ ਦੁਸ਼ਮਣ ਦੂਰੋਂ ਆਉਂਦਾ ਸਾਰੇ ਸਪੌਟ ਕਰ ਸਕੀਏ ਤੇ ਉਹਨੂੰ ਦੂਰੋਂ ਟੱਕਰ ਸਕੀਏ। ਜਾਂ ਜੇ ਪਿਛਾਂਹ ਹਟ ਵੀ ਆਈਏ ਤਾਂ ਕਾਫੀ ਡੀਪ ਅੰਦਰ ਹਟ ਜਾਈਏ ਤੇ ਵੀ ਉਹ ਆਪਦੀ ਉਹਦੀ ਲਾਈਨ ਹੀ ਟੁੱਟ ਜੇ, ਲੌਜਿਸਟਿਕ ਲਾਈਨ। ਤੇ ਯੂਕਰੇਨ ਇਸ ਕਰਕੇ ਰੂਸ ਵਾਸਤੇ ਜਦੋਂ ਉਹਨੇ ਆਪਣਾ ਯੂਰਪ ਤੋਂ ਡਿਫੈਂਡ ਕਰਨਾ ਆਪਦੇ ਆਪ ਨੂੰ, ਗਿਲ ਸਾਹਿਬ, ਤਾਂ ਉਹਨੂੰ ਯੂਕਰੇਨ ਸਭ ਤੋਂ ਕ੍ਰਿਟੀਕਲ ਹੈ ਜੀ। ਯੂਕਰੇਨ ਦੇ ਉੱਤੇ ਜਰਮਨੀ ਦਾ ਜਾਂ ਫਰਾਂਸ ਦਾ ਕਬਜ਼ਾ ਹੋ ਜਾਂਦਾ ਹੈ ਤਾਂ ਰਸ਼ੀਆ ਆਪਦੇ ਆਪ ਨੂੰ ਥ੍ਰੈਟਨਡ ਫੀਲ ਕਰਦਾ, ਉਹ ਸੋਚਦਾ ਵੀ ਇਹ ਮੇਰੇ ਤੇ ਹਮਲਾ ਹੈ। ਤੇ ਇਸ ਕ੍ਰਿਟੀਕਲ ਚੀਜ਼ ਨੂੰ ਕਾਬੂ ਕਰਨ ਵਾਸਤੇ ਉਹਨੇ ਕੀ ਰਿਸੋਰਸ ਜਿਹੜਾ ਯੂਕਰੇਨ ਦਾ, ਕ੍ਰੀਮੀਆ, ਉਹ ਹੱਥ ਕਬਜ਼ੇ 'ਚ ਕੀਤਾ ਰਿਹਾ। ਜਿਹੜਾ ਪੂਰਬੀ ਯੂਕਰੇਨ ਆ ਉਹ ਰਸ਼ੀਅਨ ਟਾਈਪ ਹੈਗਾ, ਜਿਹੜਾ ਪੱਛਮੀ ਯੂਕਰੇਨ ਉਹ ਜ਼ਿਆਦਾ ਯੂਰਪੀਅਨ ਟਾਈਪ ਹੈਗਾ, ਠੀਕ ਹੈ। ਹਾਂਜੀ, ਤਾਂ ਯੂਕਰੇਨ ਬੜਾ ਕ੍ਰਿਟੀਕਲ ਹੈ। ਜਿੱਦਣ ਯੂਕਰੇਨ ਦੇ ਉੱਤੇ ਜਰਮਨੀ ਜਾਂ ਫਰਾਂਸ ਕਾਬਜ਼ ਹੋ ਜੀ, ਉਹਦਾ ਇਨਫਲੂਐਂਸ ਵਾਜੂ ਤਾਂ ਰਸ਼ੀਅਨ ਸਿਕਿਉਰਿਟੀ ਦੇ ਉੱਤੇ ਅਟੈਕ ਆ। ਹੁਣ ਇਸੇ ਤਰੀਕੇ ਨਾਲ ਹੀ ਹੁਣ ਆਪਾਂ ਦੂਜੇ ਪਾਸੇ ਆ ਜਾਈਏ, ਜਿਹੜਾ ਰਸ਼ੀਆ ਹੈ ਉਹ ਕਿਸੇ ਤਰੀਕੇ ਨਾਲ ਵੀ ਗਰਮ ਸਮੁੰਦਰ 'ਚ ਨਿਕਲਣਾ ਚਾਹੁੰਦਾ ਤੇ ਉਹਦੀ ਇਹ ਸਟ੍ਰੈਟੇਜਿਕ ਨੀਡ ਆ ਪਿਛਲੇ 300 ਸਾਲ ਤੋਂ ਉਹ ਲੱਗਿਆ ਹੋਇਆ ਕਿ ਕਿਵੇਂ ਨਾ ਕਿਵੇਂ ਮੈਂ ਅਫਗਾਨਿਸਤਾਨ ਦੇ ਵਿੱਚ ਆਪਦਾ ਇਨਫਲੂਐਂਸ ਰੱਖਾਂ। ਤੇ ਅਮਰੀਕਾ ਨੂੰ ਉੱਥੋਂ ਘੇਰਨ ਦੀ ਕੋਸ਼ਿਸ਼ ਕਰਦਾ। ਅਮਰੀਕਾ ਨੇ ਹੁਣ ਵੀ ਇੱਕ ਉੱਥੇ ਆਪਣਾ ਲੈਪਸ ਲੂਜ਼ਾਲੀ ਕਿਹਾ, ਮਤਲਬ ਨਗਾਂ ਦੇ ਨਾਂ ਤੇ ਇੱਕ ਰੋਡ ਬਣਾਈ ਹੈ ਜਿਹੜੀ ਕਿ ਆਪਣਾ ਨਾਰਦਰਨ, ਜਿੱਥੇ ਹੁਣ ਤਾਲਿਬਾਨ ਕਾਬਜ਼ ਕਰ ਗਿਆ, ਅੱਜ ਜਿੱਥੇ ਲੜਾਈ ਚੱਲਦੀ ਪਈ ਹੈ, ਬਦਗਿਸ ਪ੍ਰੋਵਿੰਸ ਹੈਗੀ ਆ, ਉੱਥੋਂ ਸੜਕ ਨਿਕਲਣੀ ਸੀ ਤੇ ਸੜਕ ਨਿਕਲਦੀ ਹੋਈ ਟਰਕੀ ਤੋਂ ਜਾਣੀ ਸੀ। ਉਹ ਸੜਕ ਨੂੰ ਰੋਕਣਾ ਰੂਸ ਨੇ ਤੇ ਅਮਰੀਕਾ ਨੇ ਉਹਨੂੰ ਬਣਾਉਣਾ। ਇਹ ਸੈਂਟਰਲ ਏਸ਼ੀਆ ਦੀ ਪੌਂਪਾਈ ਦੀ ਪਾਲਿਸੀ ਆ ਤੇ ਰੂਸ ਉਹਦੇ ਵਿੱਚ ਇਨਵੋਲਵ ਹੋਊਗਾ ਹੀ ਹੋਊਗਾ ਜੀ। ਰੂਸ ਤੇ ਚਾਰਾ ਕੋਈ ਨਹੀਂ। ਤੇ ਇਸੇ ਕਰਕੇ ਹੀ ਜੈ ਸ਼ੰਕਰ ਅੱਜ ਰਸ਼ੀਆ ਗਏ ਆ ਗੱਲਬਾਤ ਕਰਨ ਕਿ ਵੀ ਆਪਾਂ ਤਾਲਿਬਾਨਾਂ ਦੀ ਗਰੋਥ ਨੂੰ ਕਿਵੇਂ ਰੋਕੀਏ। ਅੱਛਾ, ਹੁਣ ਅੱਜ ਜੀ ਚੀਨ ਤੇ ਆਪਾਂ ਬਹੁਤ ਤੁਸੀਂ ਡਿਟੇਲ 'ਚ ਸ਼ੋਅ ਕੀਤੇ ਜਦ ਪਿਛਲੀ ਜਿਹੜੀ ਕਨਫਲਿਕਟ ਹੋਇਆ। ਅੱਛਾ, ਹੁਣ ਜਿਹੜੀਆਂ ਫੌਜਾਂ
ਕਿ ਇੱਕ ਲੇਟਲੀ ਕੀ ਕੀਤਾ ਹੈ, ਇੰਟਰਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਆਪਣਾ ਬਣਾਉਣਾ ਸ਼ੁਰੂ ਕਰ ਦਿੱਤਾ। 3 ਐਸਟਰੋਨੌਟ ਉਹਦੇ ਬੈਠੇ ਨੇ, ਸਪੇਸ ਵਾਕ ਪਿਛਲੇ ਦਿਨ ਕੀਤੀ ਆ ਉਹਨੇ। ਤੇ ਹੁਣ ਇਸ ਵਾਰਫੇਅਰ ਦੀ ਗੱਲ ਚੱਲ ਰਹੀ ਹੈ ਕਿ ਖਲਾ ਦੇ ਵਿੱਚੋਂ, ਪੁਲਾੜ ਦੇ ਵਿੱਚੋਂ ਲੜਾਈਆਂ ਲੜੀਆਂ ਜਾ ਸਕਦੀਆਂ, ਸੈਟੇਲਾਈਟਸ ਜੇ ਤਬਾਹ ਕਰ ਦਿੱਤੀਆਂ ਜਾਣ। ਸੈਟੇਲਾਈਟਸ ਨਾਲ ਇਹ ਸਾਰਾ ਕੁਛ ਆ ਤੇ ਥੱਲੇ ਕੱਖ ਨਹੀਂ ਹੋਣਾ ਹੁਣ ਜੇ ਸੈਟੇਲਾਈਟਸ ਨੂੰ ਕੋਈ ਟੇਕ ਓਵਰ ਕਰ ਲਵੇ। ਐਨੀਵੇਜ਼ ਉਹ ਇੱਕ ਅਲੱਗ ਫੀਲਡ ਹੈ। ਚਾਈਨਾ ਬਹੁਤ ਬਿਲਡ ਕਰ ਰਿਹਾ। ਆਪਾਂ ਜਿਹੜਾ ਸਾਊਥ ਚਾਈਨਾ ਸੀ ਦੀ ਗੱਲਬਾਤ ਆਪਾਂ ਕੀਤੀ ਹੈ ਤੇ ਬਈ ਉੱਥੇ ਉਹ ਕੀ ਮੈਨ ਮੇਡ ਉਹਨੇ ਜਿਹੜੀਆਂ ਆਈਲੈਂਡਸ ਬਣਾਈਆਂ। ਅੱਛਾ ਜੀ, ਹੁਣ ਜਿਹੜਾ ਭਾਰਤ ਨਾਲ ਉਹਦਾ ਅੰਕੜਾ ਹੈ ਉਹ ਕਿੱਧਰ ਨੂੰ ਆ? ਹੁਣ ਅਸੀਂ, ਸਾਡੀਆਂ ਫੌਜਾਂ ਕਿਉਂ ਜਾ ਰਹੀਆਂ ਉਸ ਏਰੀਏ 'ਚ ਦੁਬਾਰਾ? ਉਹਦਾ ਮੇਰੀ ਮੁੱਖ ਉਹਦੇ ਦੋ ਹੈਗੇ, ਇੱਕ ਤਾਂ ਸ਼ਾਰਟ ਟਰਮ ਰੀਜ਼ਨ ਆਪਾਂ ਦੱਸ ਸਕਦੇ ਹਾਂ ਤੇ ਇੱਕ ਲੌਂਗ ਟਰਮ ਰੀਜ਼ਨ ਆ। ਜੇ ਸ਼ਾਰਟ ਟਰਮ ਰੀਜ਼ਨ ਤਾਂ ਇਹ ਸੀਗਾ ਕਿ ਜੂਨ ਦੇ ਵਿੱਚ 1 ਸਾਲ ਹੋ ਗਿਆ ਸੀਗਾ ਉਹਨਾਂ ਦੇ ਪਿਛਲੇ ਇਨਕਰਸ਼ਨ ਨੂੰ, ਜਦੋਂ ਗਲਵਾਨ ਘਾਟੀ ਦੇ ਵਿੱਚ ਝਗੜਾ ਹੋਇਆ, ਸਕਰਮਿਸ਼ਸ ਹੋਈਆਂ ਜਿਹਦੇ ਵਿੱਚ ਡੈਥਸ ਹੋਈਆਂ ਜੀ, ਠੀਕ ਹੈ ਨਾ। ਤਾਂ ਜਦੋਂ 1 ਸਾਲ ਪੂਰਾ ਹੋਇਆ ਤਾਂ ਚੀਨ ਦੇ ਜਿਹੜਾ ਕਮਾਂਡਰ, ਜਿਹੜਾ ਉਸ ਦਿਨ ਉੱਥੇ ਉਸ ਗਰੁੱਪ ਦਾ ਕਮਾਂਡਰ ਸੀਗਾ, ਉਹ ਸ਼ੀ ਜਿਹੜਾ ਸੀਗਾ, ਉਹ ਸ਼ੀ ਜਿਨਪਿੰਗ ਨਹੀਂ, ਉਹ ਵੀ ਸ਼ੀ ਸੀਗਾ ਜਿਹੜਾ ਸਮਥਿੰਗ। ਤੇ ਉਹ ਬੰਦਾ ਜਿਹੜਾ ਕਮਾਂਡਰ ਸੀ, ਉਹਨੇ ਇੱਕ ਉੱਥੇ ਮੀਟਿੰਗ ਕੀਤੀ ਤੇ ਉਹਨਾਂ ਆਪਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਹਨੇ ਬਹੁਤ ਹੀ ਗਰਮ ਲੈਕਚਰ ਦਿੱਤਾ ਸੀ ਜੀ ਉੱਥੇ, ਠੀਕ ਹੈ ਜੀ। ਜਿਹੜਾ ਕਿ ਜਿਹਦੇ ਕਰਕੇ ਫੀਲਿੰਗ ਹੋਈ ਕਿ ਜਦੋਂ ਉਹਨੇ ਆਖਿਆ ਵੀ ਅਸੀਂ 1 ਇੰਚ ਵੀ ਆਪਦੀ ਟੈਰੀਟਰੀ ਨਹੀਂ ਦੇਵਾਂਗੇ ਤੇ ਦੁਸ਼ਮਣ ਦੇ ਕੋਲ ਜਿਹੜੀ ਵੀ ਜ਼ਮੀਨ ਸਾਡੀ ਹੈਗੀ ਅਸੀਂ ਖੋਹ ਲਾਂਗੇ ਵਾਪਸ। ਤਾਂ ਉਹ ਭਾਵਨਾ, ਉਹ ਸਿਗਨਲ ਨੂੰ ਇੰਟਰਪ੍ਰੀਟ ਇਸ ਤਰੀਕੇ ਨਾਲ ਕੀਤਾ ਗਿਆ ਕਿ ਹੋ ਸਕਦਾ ਕੱਲ੍ਹ ਨੂੰ ਇੱਥੇ ਟੈਨਸ਼ਨ ਵੱਧ ਜੇ ਤੇ ਭਾਰਤ ਨੇ ਉੱਥੇ 10,000 ਟਰੂਪਸ, ਸਮਝ ਲਓ, ਇਹ ਲਾ ਲਓ ਕਿ ਇੱਕ ਡਿਵੀਜ਼ਨ ਫੌਜ ਉੱਥੇ ਹੋਰ ਐਡ ਕੀਤੀ ਹੈ ਜੀ, ਠੀਕ ਹੈ ਜੀ, ਟੂ ਸਟਰੈਂਥਨ ਦੈਟ ਏਰੀਆ, ਕਿ ਵੀ ਹੋ ਸਕਦਾ 1 ਸਾਲ ਦੇ ਕਰਕੇ। ਇਹ ਤਾਂ ਸਮਝੋ ਸਿਪਾਹੀ ਇੱਕ ਟੈਕਟੀਕਲ ਜੀ ਮੂਵ ਹੈਗੀ ਹੈ ਜੀ। ਪਰ ਨਾਲ ਦੀ ਨਾਲ ਇਹ ਕੀ ਗੱਲ ਹੈ ਕਿ ਜਿਹੜਾ ਤਿੱਬਤ ਹੈਗਾ ਉਹਦੇ ਵਿੱਚ ਚੀਨ ਨੇ ਆਪਦਾ ਇਕੋ ਸਿਸਟਮ ਪੂਰਾ ਤਿਆਰ ਕਰ ਲਿਆ। ਉੱਥੇ ਤਕਰੀਬਨ 2 ਲੱਖ ਫੌਜ ਉਹਨਾਂ ਦੀ ਉੱਥੇ ਹੈਗੀ ਆ। ਉੱਥੇ ਉਹਨਾਂ ਨੇ ਫਸਲਾਂ ਉਗਾਉਣੀਆਂ ਸ਼ੁਰੂ ਕਰਤੀਆਂ ਤਾਂ ਕਿ ਉਹਨਾਂ ਨੂੰ ਸਪਲਾਈ ਲਾਈਨ ਜਾਂ ਸਪਲਾਈ ਚੇਨ ਨਾ ਟੁੱਟੇ। ਸੋ ਲੌਂਗ ਟਰਮ ਉਹ ਸਟਰੋਂਗ ਹੁੰਦਾ ਜਾ ਰਿਹਾ ਡੇ ਬਾਏ ਡੇ। ਜਿਵੇਂ ਤੁਸੀਂ ਸੈਟਲਾਈਟ ਵਾਲੀ ਗੱਲ ਕੀਤੀ, ਉਹ 6 ਡੋਮੇਨਸ ਦੇ ਉੱਤੇ ਆਪਣਾ 6 ਡੋਮੇਨਸ ਦੇ ਉੱਤੇ ਲੜਾਈ ਲੜਨ ਨੂੰ ਤਿਆਰ ਹੈਗਾ। ਕੱਲੀ ਜਿਹੜੀ ਬੁਨਿਆਦੀ ਜਿਹੜੀ ਮੈਨ ਟੂ ਮੈਨ ਲੜਾਈ ਆ ਜਾਂ ਆਰਟਿਲਰੀ ਵਾਲੀ ਲੜਾਈ ਨੂੰ ਸਾਈਬਰ ਦੇ ਵਿੱਚ ਵੀ ਹੈਗਾ, ਉਹ ਸੈਟਲਾਈਟ ਦੇ ਵਿੱਚ ਵੀ ਆ। ਬੜੇ ਤਰੀਕੇ ਨਾਲ ਉਹਨੇ ਇੱਕ ਦੂਜੇ ਨੂੰ ਇੰਟੈਗਰੇਟ ਕੀਤਾ ਗਿਆ। ਅੱਛਾ ਜੀ, ਭਵਿੱਖ ਹੈ ਜਿਹੜਾ ਬੜਾ ਔਖਾ ਹੁੰਦਾ ਹੈ ਇਹ ਕਿਸੇ ਵੀ ਐਕਸਪਰਟ ਵੱਲੋਂ ਚਿਤਵਣਾ। ਵਰਲਡ ਲੈਵਲ ਤੇ ਜਿਹੜੀਆਂ ਟ੍ਰਾਂਜੀਸ਼ਨਸ ਹੋ ਰਹੀਆਂ ਨੇ, ਇਹ ਮੈਂ ਯੂਰਪ ਨੂੰ ਦੇਖਦਾ ਜੀ, ਯੂਰਪ ਚੁੱਪ ਹੈ। ਯੂਰਪ ਕਿਤੇ ਵੀ ਕੁਛ ਕਰ ਨਹੀਂ ਰਿਹਾ, ਪਤਾ ਨਹੀਂ ਕੀ ਹੋ ਗਿਆ। ਖਾਨੀ ਤਾਂ ਆਰਥਿਕ ਦਾ ਤੌਰ ਤੇ ਡਾਮਾਡੋਲ ਹੈ। ਵੱਡੇ ਦੇਸ਼ ਯੂਰਪ ਦੇ ਉਹ ਹਿਲ ਜੁਲ ਨੇ। ਵੱਡੇ ਪਲੇਅਰ ਜਿਹੜੇ ਨੇ ਉਹ 'ਚ ਰੂਸ, ਚੀਨ ਤੇ ਅਮਰੀਕਾ, ਇਹ ਤਿੰਨਾਂ ਦੀ ਉਹ ਗੱਲ ਚੱਲ ਰਹੀ ਆ ਵਰਲਡ ਲੈਵਲ ਤੇ। ਮੈਨੂੰ ਲੱਗਦਾ ਸਰਦਾਰੀ ਵੀ ਇਹਨਾਂ ਦੀ ਹੋਈ ਹੈ। ਸੋ ਭਵਿੱਖ ਜਿਹੜਾ ਹੈ ਉਹ ਤਾਂ ਹੈ ਨਹੀਂ ਕੁਛ ਕਿ ਵਰਲਡ ਵਾਰ ਵੱਲ ਨੂੰ ਅਸੀਂ ਚੱਲੇ ਹਾਂ। ਨਾ ਹੀ ਕੋਈ ਅਫੋਰਡ ਕਰ ਸਕਦਾ ਹੈ, ਨਾ ਹੀ ਲੱਗ ਸਕਦੀ ਹੈ। ਯੈਸ, ਕੁਛ ਜਿਹੜੇ ਟੈਰੀਟੋਰੀਅਲ ਕਨਫਲਿਕਟਸ ਰਹਿਣਗੇ। ਸੋ ਜੇ ਇਸ ਨੂੰ ਸਮ ਅਪ ਕਰਨਾ ਹੋਵੇ, ਅਫਗਾਨਿਸਤਾਨ 'ਚੋਂ ਅਮਰੀਕਾ ਦਾ ਨਿਕਲਣਾ, ਰਸ਼ੀਆ ਦਾ ਕ੍ਰਾਈਮੀਆ ਵੱਲ ਨੂੰ ਤੇ ਯੂਕਰੇਨ ਵੱਲ ਨੂੰ, ਤੇ ਭਾਰਤ ਤੇ ਚੀਨ ਦਾ ਆਪਣੇ ਵਾਲੇ ਪਾਸਿਓਂ, ਜਾਂ ਚੀਨ ਦਾ ਐਕਸਪੈਂਡ ਕਰਕੇ ਸਿਲਕ ਰੋਡ ਜਿਹੜਾ ਗਵਾਦਰ ਤੱਕ, ਤੇ ਜਾਂ ਫਿਰ ਸ਼੍ਰੀਲੰਕਾ ਦੇ ਵਿੱਚ ਇੱਕ ਪੋਰਟ ਟਾਊਨ ਵਸਾਉਣਾ ਤੇ ਆਲੇ ਦੁਆਲੇ, ਉਹਦੇ ਬਾਅਦ ਅਫਰੀਕਾ ਦੇ ਵਿੱਚ ਸਾਰੇ ਬੇਸਿਕਲੀ ਵੱਡੇ ਪੋਰਟਸ ਤੇ ਜਿਹੜੀਆਂ ਸੜਕਾਂ ਬਣਾ ਕੇ, ਟੋਲ ਬ੍ਰਿਜ ਬਣਾ ਕੇ ਚੀਨ ਦਾ ਐਕਸਪੈਂਡ ਕਰਨਾ। ਜੇ ਦੋਨੇ ਵੱਡੇ ਦੇਸ਼ ਅਮਰੀਕਾ ਤੇ ਰੂਸ ਨੂੰ ਦੇਖਿਆ ਜਾਵੇ, ਚੀਨ ਬਹੁਤ ਫਾਸਟ ਗਰੋਥ ਕਰ ਰਿਹਾ ਜੀ, ਗਰੋ ਕਰ ਰਿਹਾ। ਸੋ ਭਵਿੱਖ ਤਿੰਨਾਂ ਨੂੰ ਜੇ ਅਸੀਂ ਸਮ ਅਪ ਕਰਨਾ ਹੋਵੇ, ਕਿੱਧਰ ਨੂੰ ਗੱਲ ਜਾ ਸਕਦੀ ਹੈ ਜੇ ਤੁਸੀਂ ਥੋੜਾ ਜਿਹਾ ਬਹੁਤ ਪ੍ਰੈਡਿਕਟ ਕਰੋ? ਗਿਲ ਸਾਹਿਬ, ਦੇਖੋ ਇਹ ਪ੍ਰੈਡਿਕਟ ਕਰਨਾ ਬਹੁਤ ਡਿਫਿਕਲਟ ਹੈ, ਬਿਕੋਜ਼ ਦੇਖੋ ਦੋ ਕੰਟਰੀਜ਼ ਆਲਮੋਸਟ ਬ੍ਰਿੰਕ ਆਫ ਵਾਰ ਦੇ ਉੱਤੇ ਹੈਗੀਆਂ ਇਹ ਲੜਨ ਤੇ। ਬਟ ਇੱਕ ਇੰਟਰਸਟਿੰਗ ਗੱਲ ਦੱਸਦੇ ਕਿ ਆਮ ਤਾਂ ਆਪਾਂ ਲੋਕ ਕਹਿੰਦੇ ਵੀ ਹਿਸਟਰੀ ਰਿਪੀਟਸ ਇਟਸੈਲਫ, ਤੇ ਵੀ ਇਹ ਬੜਾ ਲੋਕਾਂ ਨੇ ਕੋਈ ਪੈਲੋਪੋਨੇਸ਼ੀਅਨ ਵਾਰਸ, ਕੋਈ ਹੋਰ ਲੜਾਈਆਂ ਦਾ ਦਿੰਦੇ ਆਏ। ਬਟ ਜਿਹੜੀ ਕੋਲਡ ਵਾਰ ਜਿਵੇਂ ਖਤਮ ਹੋਈ ਹੈ ਤੇ ਰੂਸ ਨੇ ਜਿਵੇਂ ਉਸ ਗੱਲ ਨੂੰ ਪਹਿਲਾਂ ਹੀ ਭਾਪ ਲਿਆ ਤੇ ਲੜਾਈ ਨਹੀਂ ਕੀਤੀ, ਉਹ ਇਨਸਾਨੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਕਿ
ਇਸ ਇੰਨੀ ਨੇੜੇ ਆ ਕੇ ਲੜਾਈ ਦੇ ਦੋ ਵੱਡੇ ਮੁਲਕ ਟਕਰਾਏ ਨਹੀਂ। ਇਹਦਾ ਮਤਲਬ ਨਿਊਕਲੀਅਰ ਡੈਟਰੈਂਸ ਨੇ ਉੱਥੇ ਕੰਮ ਕੀਤਾ। ਸੋ ਆਪਾਂ ਇੱਥੇ ਵੀ ਕੁਝ ਨਹੀਂ ਕਹਿ ਸਕਦੇ, ਪਰ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਛੋਟੇ ਨੇਸ਼ਨਸ ਇਮਰਜ ਹੋਣਗੇ ਜੀ, ਤੇ ਉਹਦੇ ਵਿੱਚ ਜਿਵੇਂ ਆਪਾਂ ਰੂਸ ਨੂੰ ਇੰਪਲੋਡ ਹੁੰਦੇ ਵੇਖਿਆ ਤਾਂ ਵੱਡੀਆਂ ਜਿਹੜੀਆਂ ਇਕੋਨਮੀਜ਼ ਆ ਜਾਂ ਵੱਡੀਆਂ ਕੰਟਰੀਜ਼ ਆ ਉਹ ਅੰਦਰੋਂ ਟੁੱਟ ਸਕਦੀਆਂ, ਪਰ ਉਹਨਾਂ ਦਾ ਟੁੱਟਣ ਦਾ ਮੁੱਖ ਕਾਰਨ ਆਰਥਿਕਤਾ ਹੋਊਗੀ। ਆਪਾਂ ਦੇਖੋ ਸਾਰੇ ਵਰਲਡ ਦੀ ਤਾਂ ਆਪਣਾ ਪ੍ਰੀਵਿਊ ਇਸ ਟਾਈਮ ਉਵੇਂ ਆਪਾਂ ਨਹੀਂ ਗੱਲ ਕਰ ਸਕਦੇ, ਪਰ ਮੋਟਾ ਮੈਂ ਜੇ ਭਾਰਤ ਨੂੰ ਲੈ ਕੇ ਗੱਲ ਕਰਾਂ ਤਾਂ ਜਿਹੜਾ ਹੁਣ ਜੋ ਹੋ ਰਿਹਾ ਹੈ ਅਫਗਾਨਿਸਤਾਨ ਦੇ ਵਿੱਚ, ਇਹਦਾ ਸਿੱਧਾ ਅਸਰ ਕਸ਼ਮੀਰ ਤੇ ਥੋੜਾ ਬਹੁਤ ਅਸਰ ਇਹਦਾ ਪੰਜਾਬ ਤੇ ਵੀ, ਭਾਰਤੀ ਪੰਜਾਬ ਤੇ ਵੀ ਪਊਗਾ। ਕਸ਼ਮੀਰ ਤੇ ਅਸਰ ਤਾਂ ਪੈਂਦਾ ਨਜ਼ਰ ਹੀ ਆ ਰਿਹਾ ਆਪਾਂ ਨੂੰ, ਜੋ ਐਕਟੀਵਿਟੀਜ਼ ਉੱਥੇ ਹੋ ਰਹੀਆਂ, ਤੇ ਡਰ ਵੀ ਹੈ ਕਿ ਜੇ ਤਾਲਿਬਾਨ ਉੱਥੇ ਕਾਬਜ਼ ਹੋ ਜਾਂਦੇ ਤਾਂ ਉਹਦਾ ਅਸਰ ਉਹਦੇ ਨਾਲ ਕਸ਼ਮੀਰੀ ਜਿਹੜੀ ਸਟਰਗਲ ਆ ਆਜ਼ਾਦੀ ਦੀ ਉਹਦੇ ਵਿੱਚ ਉਹ ਜ਼ਿਆਦਾ ਵਾਇਲੈਂਟ ਹੋ ਸਕਦੀ ਆ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਕਸ਼ਮੀਰ ਦੀ ਲੜਾਈ ਆ ਉਹ ਲੜਾਈ ਲੜੀ ਜਾ ਰਹੀ ਆ ਅਸਲ 'ਚ ਕਾਬਲ ਦੀਆਂ ਪਹਾੜੀਆਂ ਦੇ ਵਿੱਚ ਜਾਂ ਅਫਗਾਨਿਸਤਾਨ ਦੀਆਂ ਪਹਾੜੀਆਂ ਦੇ ਵਿੱਚ। ਤਾਂ ਦੂਸਰੀ ਗੱਲ ਜਿਹੜੀ ਹੈ ਕਿ ਹੁਣ ਆਪਾਂ ਪੰਜਾਬ ਨੂੰ ਲਈਏ ਤਾਂ ਪੰਜਾਬ ਦੇ ਉੱਤੇ ਵੀ ਭਾਰਤ ਦੀ ਜਿਹੜੀ ਹੈਗੀ ਆ ਉਹ ਡਿਪੈਂਡੈਂਸ ਵਧੂਗੀ। ਮੈਂ ਕਈ ਵਾਰੀ ਪਹਿਲਾਂ 2-3 ਸਾਲ ਤੋਂ ਇੱਕੋ ਗੱਲ ਕਹਿੰਦਾ ਆ ਰਿਹਾ ਕਿ ਜੋ ਸਿਚੁਏਸ਼ਨ ਬਣਦੀ ਜਾ ਰਹੀ ਆ ਉਹ ਆਲਮੋਸਟ ਹੁਣ ਬਣ ਹੀ ਗਈ ਆ ਕਿ ਵੀ ਪੰਜਾਬ ਦੀ ਜੇ ਹੁਣ ਲੀਡਰਸ਼ਿਪ ਸਿਆਣੀ ਹੋਊਗੀ ਤਾਂ ਬਹੁਤ ਮਸਲੇ ਉਹ ਭਾਰਤ ਨਾਲ ਬੈਠ ਕੇ ਹੱਲ ਕਰ ਸਕਦੀ ਆ। ਉਹ ਇੰਡੀਅਨ ਸਟੇਟ ਥੋੜੀ ਬਹੁਤ ਅਪੀਜ਼ਮੈਂਟ ਦੀ ਪਾਲਿਸੀ ਵੀ ਕਰ ਸਕਦੀ ਆ। ਇਹ ਨਹੀਂ ਮੈਂ ਕਹਿੰਦਾ ਕਿ ਕੋਈ ਰੈਡੀਕਲ ਫੈਸਲੇ ਹੋ ਜਾਣਗੇ, ਪਰ ਕਈ ਜਿਹੜੇ ਇਰੀਟੈਂਟਸ ਆ, ਜਿਹੜੇ ਜਿਵੇਂ ਕੋਈ ਪੰਜਾਬੀ ਬੋਲਦੇ ਇਲਾਕੇ ਆ ਜਾਂ ਕੋਈ ਚੰਡੀਗੜ੍ਹ ਦਾ ਮਸਲਾ ਹੈ ਜਾਂ ਪਾਣੀ ਦਾ ਮਸਲਾ ਹੈ, ਉਹ ਕੰਪਲੀਟਲੀ ਨਾ ਹੱਲ ਹੋਣ ਤਾਂ ਪਾਰਸ਼ਲੀ ਹੱਲ ਹੋ ਜਾਣਗੇ। ਉਹ ਅਵੋਇਡ ਕਰੂਗੀ ਇਸ ਟਾਈਮ ਇੰਡੀਅਨ ਸਟੇਟ ਕਿ ਕੋਈ ਇੱਥੇ ਕੌਨਫਲਿਕਟ ਖੜਾ ਹੋਵੇ ਜਾਂ ਕੁਛ ਹੋਵੇ, ਤੇ ਉਹ ਕੋਸ਼ਿਸ਼ ਕਰੂਗੀ ਕਿ ਵੀ ਇਸ ਖਿੱਤੇ ਨੂੰ ਕਿਵੇਂ ਨਾ ਕਿਵੇਂ ਮੈਂ ਅਪੀਜ਼ ਵਰਡ ਯੂਜ਼ ਕਰਦੇ ਆ ਭਾਈ, ਵੀ ਥੋੜਾ ਬਹੁਤ ਇਹਨਾਂ ਨੂੰ ਕੁਛ ਸਮੇਂ ਵਾਸਤੇ ਖੁਸ਼ ਰੱਖਾਂ ਤਾਂ ਕਿ ਇਹ ਕੋਈ ਪ੍ਰੋਬਲਮ ਨਾ ਹੋਵੇ, ਕਿਉਂਕਿ ਬਹੁਤ ਹੀ ਸਟ੍ਰੈਟਜੀਕਲੀ ਲੋਕੇਟਡ ਪ੍ਰੋਵਿੰਸ ਹੈਗੀ ਆ ਪੰਜਾਬ ਦੀ ਜਿਹੜੀ ਸੂਬਾ ਇਸ ਟਾਈਮ, ਜੋ ਕਮਾਂਤਰੀ ਹਾਲਾਤ ਬਣਦੇ ਪਏ ਉਹਦੇ ਸਾਹ। ਦੁਨੀਆ ਦੇ ਵਿੱਚ ਪਾਲਿਸੀਜ਼ ਵਧੀਆ ਲੱਗਦੀਆਂ ਨੇ, ਪਰ ਜਿਹੜਾ ਹੈੱਡ ਆਫ ਸਟੇਟ ਹੈ ਜੀ ਉਹਦੇ ਤੇ ਬੜਾ ਮੁਦੱਸਰ ਹੈ। ਤੁਸੀਂ 747 ਤੇ ਉਹਨੂੰ ਪੂਰਾ ਸੈੱਟ ਕਰਕੇ ਆਪਾਂ ਸਾਰਾ ਬਹਿੰਦੇ ਆ, ਪੂਰਾ ਰਾਊਟ ਉਹਦਾ ਸੈੱਟ ਕਰਕੇ ਕਿੰਨੇ ਹਜ਼ਾਰ ਫੁੱਟ ਤੇ ਉੱਡਣਾ ਹੈ ਤੇ ਕਿਹੜੇ ਤੇ ਉਹਨੇ ਰੁੜਨਾ, ਕਿੱਥੇ ਉਹਨੂੰ ਬਾਬਰੋਲਾ ਮਿਲਣਾ। ਪਰ ਫਿਰ ਵੀ ਕਈ ਵਾਰ ਪਾਇਲਟ ਕਈ ਖੁਰਾਪਾਤੀ ਹੁੰਦੇ ਨੇ ਜਿਹੜੇ ਆਪਣੇ ਹਿਸਾਬ ਨਾਲ ਉਹਨੂੰ ਇੱਧਰ ਉੱਧਰ ਕਰਨਾ ਚਾਹੁੰਦੇ ਨੇ। ਹੈੱਡ ਆਫ ਸਟੇਟ ਜਿਹੜਾ ਪੁਤਿਨ ਆ ਜਾਂ ਪ੍ਰੈਜ਼ੀਡੈਂਟ ਸ਼ੀ ਹੈ, ਇਹਨਾਂ ਦਾ ਜਿਹੜਾ ਕਰੂਰਾ ਹੈ, ਚਾਹੇ ਇਹਨਾਂ ਨੂੰ ਖੈਰ ਕਦੇ ਇਹਨਾਂ ਨੂੰ ਦੋਨਾਂ ਨੂੰ ਇਉਂ ਦੋ ਦੇਖਣ ਲੱਗ ਜਾਂਦੇ ਆ ਵੀ ਪੁਤਿਨ ਤੇ ਪ੍ਰੈਜ਼ੀਡੈਂਟ ਸ਼ੀ ਆ ਜਿਹੜਾ ਹੈ ਉਹ ਸਾਰਾ ਕੁਝ ਖੁਦ ਹੀ ਕਰਦੇ ਆ। ਕੀ ਜੀ ਉਹ ਸਾਰਾ ਕੁਝ ਖੁਦ ਕਰਦੇ ਆ ਕਿ ਉਹਨਾਂ ਦੇ ਪਿੱਛੇ ਵੀ ਕੋਈ ਲਗਾਮ ਹੈ, ਕੋਈ ਹੈ ਉਹਨਾਂ ਦੇ ਪਿੱਛੇ ਜਿਹੜਾ ਕੰਡਿਆਲਾ ਉਹਨਾਂ ਨੂੰ ਵੀ ਦਿੰਦਾ? ਬਹੁਤ ਹੱਦ ਤੱਕ ਆਪਾਂ ਇਹ ਮੰਨ ਸਕਦੇ ਜੀ ਸਾਰਾ ਕੁਝ ਕਰਦੇ। ਐਕਚੁਅਲੀ ਕੀ ਹੋਇਆ ਕਿ ਪਹਿਲਾਂ ਆਪਣਾ ਸੈਂਟਰਲਾਈਜੇਸ਼ਨ ਆਫ ਪਾਵਰ ਹੋਈ ਆ, ਫਿਰ ਪਰਸਨਲਾਈਜੇਸ਼ਨ ਆਫ ਪਾਵਰ ਹੋ ਗਈ ਅੱਜ ਦੇ ਡੇਟ 'ਚ। ਜਿਹੜੀ ਪਰਸਨਲਾਈਜੇਸ਼ਨ ਆਫ ਪਾਵਰ ਹੋਈ ਆ ਉਹਦੇ ਵਿੱਚੋਂ ਕੋਈ ਪੁਤਿਨ ਨਿਕਲਿਆ, ਉਹਦੇ ਚੋਂ ਸ਼ੀ ਨਿਕਲਿਆ, ਉਹ ਚੋਂ ਆਪਣਾ ਆਪਣੇ ਮੋਦੀ ਸਾਹਿਬ ਹੈਗੇ ਆ, ਤੇ ਉਹਦੇ ਚੋਂ ਹੀ ਹੁਣ ਈਰਾਨ ਦੇ ਵਿੱਚ ਜਿਹੜਾ ਨਵੇਂ ਲੀਡਰ ਆਏ ਉਹ ਅਲਟਰਾ ਕੰਜ਼ਰਵੇਟਿਵ ਲੀਡਰ ਆਏ ਆ। ਸੋ ਇੱਕ ਤਰ੍ਹਾਂ ਦੀ ਹਵਾਈ ਚੱਲ ਇਹ ਤਰੀਕਾ, ਇਹ ਸਿਸਟਮ ਹੀ ਸਮਝ ਲਓ ਚੱਲ ਪਿਆ। ਤੇ ਇਹ ਧਰਤੀ ਤੇ ਉਦੋਂ ਹੁੰਦਾ ਹੀ ਹੈ ਜੀ ਜਦੋਂ ਜ਼ਿਆਦਾ ਡਿਸਟਰਬ ਜਾਂ ਜ਼ਿਆਦਾ ਇਨਸਿਕਿਉਰਿਟੀਜ਼ ਹੋਣੇ। ਵਰਲਡ ਵਾਰ 2 ਤੋਂ ਪਹਿਲਾਂ ਵੀ ਹੋਇਆ, ਇਹ ਵਰਲਡ ਵਾਰ 1 ਤੋਂ ਪਹਿਲਾਂ ਵੀ ਹੋਇਆ, ਤੇ ਇਹ ਹੁਣ ਵੀ ਜਦੋਂ ਸਥਿਤੀ ਹੋ ਰਿਹਾ ਮਤਲਬ ਨੇੜੇ ਇੱਕ ਦੂਜੇ ਦਾ ਮੁਕਾਬਲਾ ਵੱਧਦਾ ਜਾਂਦਾ ਹੈ, ਇਨਸਿਕਿਉਰਿਟੀਜ਼ ਵੱਧਦੀਆਂ ਜਾਂਦੀਆਂ, ਤੇ ਇਹ ਜੀ ਆਟੋਕ੍ਰੈਟਿਕ ਪਾਵਰ ਜਿਹੜੇ ਜਾਂ ਜਿਹਨੂੰ ਆਪਾਂ ਆਪਣਾ ਫਾਸਿਜ਼ਮ ਕਹਿ ਲੈਂਦੇ ਆ ਜਾਂ ਜੋ ਮਰਜ਼ੀ ਵਰਡ ਹੋਈ ਹੈ ਕਿ ਸੈਂਟਰਲਾਈਜੇਸ਼ਨ ਤੋਂ ਪਰਸਨਲਾਈਜੇਸ਼ਨ ਆਫ ਪਾਵਰ ਹੋ ਜਾਂਦੀਆਂ। ਤੇ ਇਹ ਹੁੰਦੀਆਂ ਵੀ ਆ, ਬਟ ਇਹ ਕਹਿ ਦੇਣਾ ਵੀ ਇਕੱਲੇ ਬੰਦੇ ਹੀ ਕੁਛ ਕਰ ਰਹੇ ਇਹ ਨਹੀਂ ਹੁੰਦਾ। ਇਹਨਾਂ ਦੀ ਕਿਚਨ ਕੈਬਨਿਟ ਜਾਂ ਹੁੰਦੀ ਹੈ, ਬਟ ਡੈਫੀਨੇਟਲੀ ਜਿਹੜੀ ਡੈਮੋਕ੍ਰੈਟਿਕ ਮੀਨਸ ਆ ਜਾਂ ਡੈਮੋਕ੍ਰੈਟਿਕ ਮੈਥਡ ਦਾ ਉਹ ਘਟਦੇ ਜਾਂਦੇ ਆ। ਤੇ ਪਿੱਛੇ ਰਿਪੋਰਟ ਵੀ ਛਪੀ ਸੀ ਜਿਹਦੇ ਚ ਆਇਆ ਸੀਗਾ ਕਿ ਵੀ ਭਾਰਤ ਦੇ ਵਿੱਚ ਵੀ ਉਹਨਾਂ ਨੇ ਛਾਪੀ ਸੀ ਕਿ ਵੀ ਜਿਹੜੀ ਡੈਮੋਕ੍ਰੇਸੀ ਆ ਉਹ ਬੈਕਸਲਾਈਡਿੰਗ ਹੋਈ ਆ। ਤੇ ਇਕੱਲੇ ਭਾਰਤ 'ਚ ਨਹੀਂ ਹੋਈ, ਵਰਲਡ ਓਵਰ ਹੀ ਹੋਈ ਆ, ਤੇ ਹੰਗਰੀ 'ਚ ਹੋਈ ਆ ਬਹੁਤ ਬੁਰੀ ਤਰ੍ਹਾਂ। ਕੁਛ ਡਿਜ਼ੀਜ਼ ਨੇ ਕਰਤੀ ਆ, ਤੇ ਇਹ ਪਰਸਨਲਾਈਜੇਸ਼ਨ ਆਫ ਪਾਵਰ ਹੋਈ ਆ। ਬਟ ਪੁਤਿਨ, ਸ਼ੀ, ਮੋਦੀ ਇਹ ਤਾਂ ਐਕਸਟ੍ਰੀਮ ਐਗਜ਼ਾਮਪਲਸ ਆ ਉਸ ਚੀਜ਼ ਦੇ, ਤੇ ਲੋਕੀ ਫੇਥ ਵੀ ਕਰ ਰਹੇ ਆ। ਲਾਰਜ ਸੈਕਸ਼ਨ ਆਫ ਪੋਪੂਲੇਸ਼ਨ ਜਿਹੜੀ ਆ ਉਹ ਕਮਲੀ ਹੋ ਕੇ ਉਹਨਾਂ ਦੇ ਮਗਰ ਲੱਗੀ ਹੋਈ ਆ ਬਹੁਤ ਬੁਰੀ ਤਰ੍ਹਾਂ, ਤੇ ਇਹ ਹਾਨੀਕਾਰਕ ਹੋ ਸਕਦਾ ਦੁਨੀਆ ਤੇ ਜੀ ਬਹੁਤ ਜ਼ਿਆਦਾ। ਵਿਅਕਤੀ ਵਿਸ਼ੇਸ਼ ਦੀ ਜਿਹੜੀ ਨੀਤੀ ਕੀ ਹੈ, ਸੈਂਟਰਲਾਈਜ਼ਡ ਪਾਵਰ ਕੀ ਹੈ, ਉਹਦਾ ਤੁਸੀਂ ਐਗਜ਼ਾਮਪਲ ਦੇ ਕੇ ਹਟੇ ਹੋ। ਪੰਜਾਬ ਦਾ ਜਾਂਦੇ
ਕਿਉਂਕਿ ਅਸੀਂ ਉੱਠਦੇ ਬਹਿੰਦੇ ਅਸੀਂ ਝਾਕਦੇ ਹੀ ਪੰਜਾਬ ਵੱਲ ਨੂੰ ਆ, ਚਾਹੇ ਤੀਜੀ ਪੀੜ੍ਹੀ ਦੂਜੀ ਪੀੜ੍ਹੀ ਹੋ ਗਈ, ਪੰਜਾਬ ਬਿਨਾਂ ਵਸਦੇ ਨਹੀਂ, ਕਿਉਂਕਿ ਮਹਿਲ ਮਾੜੀਆਂ ਬਣਾ ਸਕਦੇ ਹਾਂ ਪਰ ਸ਼੍ਰੀ ਦਰਬਾਰ ਸਾਹਿਬ ਅਸੀਂ ਕੈਨੇਡਾ 'ਚ ਨਹੀਂ ਬਣਾ ਸਕਦੇ। ਸੋ ਅਸੀਂ ਸਾਰੇ ਪੰਜਾਬ ਵੱਲ ਝਾਕਦੇ ਹਾਂ। ਅੱਛਾ, ਹੁਣ ਅਖੀਰ ਦੇ ਵਿੱਚ ਪਲੀਜ਼ ਇਹ ਦੱਸ ਕੇ ਜਾਇਓ ਕਿ ਸਭ ਆਪੋ ਧਾਪੀ 'ਚ ਤੁਰੇ ਫਿਰਦੇ ਆ ਵੀ ਮੈਨੂੰ ਕੀ ਆ ਅਤੇ ਮੈਨੂੰ ਕੀ ਆ ਅਤੇ ਮੈਨੂੰ ਕੀ ਆ। ਬਸ ਸਾਰੀਆਂ ਪਾਰਟੀਆਂ ਰਿਗਾਰਡਲੈਸ, ਇੱਕ ਪਾਰਟੀ ਨੂੰ ਹਲੇ ਪਾਵਰ ਨਹੀਂ ਮਿਲੀ, ਉਹ ਬੰਨੇ ਤੇ ਖੜ ਕੇ ਲਲਕਰੇ ਜਿੰਨੇ ਮਰਜ਼ੀ ਮਾਰ ਸਕਦੀ ਆ ਆਮ ਆਦਮੀ ਪਾਰਟੀ, ਕਿਉਂਕਿ ਸਿਸਟਮ ਦੇ ਵਿੱਚ ਨਹੀਂ ਆਈ। ਦਿੱਲੀ ਦਾ ਮਾਡਲ ਉਹ ਦੇ ਚੁੱਕੇ ਨੇ। ਦਿੱਲੀ ਇੱਕ ਸ਼ਹਿਰ ਹੈ, ਪੰਜਾਬ ਇੱਕ ਸੂਬਾ ਹੈ। ਪੰਜਾਬ 'ਚ ਰਹਿਣ ਵਾਲੇ ਹੋਰ ਨੇ, ਦਿੱਲੀ 'ਚ ਰਹਿਣ ਵਾਲੇ ਹੋਰ ਨੇ, ਪਰ ਕਿਤੇ ਨਾ ਕਿਤੇ ਗੱਲਬਾਤ ਇਹ ਪੰਜਾਬ ਦੇ ਵਿੱਚ ਤੁਰੀ ਜਾਂਦੀ ਆ ਵੀ ਯਾਰ ਇਹਨਾਂ ਨੂੰ ਵੇਖੀਏ, ਇੱਕ ਵਾਰ ਇਹਨਾਂ ਨੂੰ ਵੇਖੀਏ, ਪਤਾ ਨਹੀਂ ਕੀ ਹੋਣਾ 6 ਮਹੀਨਿਆਂ 'ਚ। ਹੁਣ ਜਿਵੇਂ ਤੁਸੀਂ ਕਿਹਾ ਵੀ ਇਸ ਸਮੇਂ 'ਚ ਜਦ ਆਲੇ ਦੁਆਲੇ ਕਸ਼ੀਦਗੀ ਬਹੁਤ ਹੁੰਦੀ ਆ, ਬੈਠ ਕੇ ਕਿਤੇ ਕੁਛ ਨਾ ਚੀਜ਼ਾਂ, ਕੁਛ ਜਾਂਦੇ ਚੋਰ ਦੀ ਤੜਾਗੀ ਵਾਂਗੂ ਕੁਛ ਨਾ ਕੁਛ ਹੱਥ 'ਚ ਲੈ ਸਕਦੇ ਹੋ ਤੁਸੀਂ, ਪਰ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਅਸਥਿਰਤਾ ਹੈ, ਜਿਹਨੂੰ ਬਣਾਉਣਾ ਅਸੀਂ ਹੋਈ ਹੈ, ਲੋਕਾਂ ਨੇ ਬਣਾਉਣਾ ਹੈ, ਉਹ ਅਸਥਿਰਤਾ ਕਿੱਧਰ ਨੂੰ ਲੈ ਜੂ ਜੀ? ਜੇ ਪਾਰਟੀਆਂ ਦੇ ਤੌਰ 'ਤੇ ਤੁਸੀਂ ਗੱਲਬਾਤ ਕਰੋ ਅਗਲੇ 5-4 ਮਹੀਨੇ 'ਚ ਕੀ ਹੋ ਸਕਦਾ ਹੈ, ਕਿੱਧਰ ਨੂੰ ਜਾਏਗੀ ਇਲੈਕਸ਼ਨ 22 ਦੀ? ਪਹਿਲੀ ਗੱਲ ਤਾਂ ਗਿਲ ਸਾਹਿਬ ਦੀ ਬਹੁਤ ਦੁੱਖ ਵਾਲੀ ਗੱਲ ਹੈ ਕਿ ਵੀ ਜਦੋਂ ਕੌਮਾਂਤਰੀ ਹਾਲਾਤ ਇੰਨੇ ਫਲੂਇਡ ਬਣੇ ਹੋਏ ਆ ਤੇ ਇਹ ਜਿਹੇ ਹਾਲਾਤ ਹੈ ਕਿ ਜਿੱਥੇ ਸਾਡੀ ਲੀਡਰਸ਼ਿਪ ਸਾਨੂੰ ਕੁਝ ਡਿਲੀਵਰ ਕਰ ਸਕਦੀ ਸੀ ਤਾਂ ਅਸੀਂ ਸਾਡੀ ਬਹੁਤ ਹੀ ਜਿਹਨੂੰ ਇੰਟੈਲੈਕਚੁਅਲੀ ਪਿਗਮੀਜ਼ ਕਹੋ ਜਾਂ ਬੌਣੇ ਲੀਡਰ ਸਾਡੇ ਪੈਦਾ ਹੈਗੇ ਆ ਤੇ ਇੱਕ ਦੂਜੇ ਨਾਲ ਸਹਿਬੜ ਰਹੇ ਆ ਇੱਕ ਪੰਜਾਬ ਦੀ ਸੱਤਾ ਤੇ ਕਬਜ਼ਾ ਕਰਨ ਨੂੰ। ਉਹ ਕੌਮ ਨੂੰ ਕੀ ਡਾਇਰੈਕਸ਼ਨ ਦਿਖਾਉਣੀ ਹੈ ਜਾਂ ਕਿੱਧਰ ਲਿਜਾ ਸਕਦੇ ਸੀ, ਉਸ ਪਾਸੇ ਤਾਂ ਕੋਈ ਸੋਚ ਹੀ ਹੈ ਨਹੀਂ ਗੀ। ਦੂਸਰੀ ਵੱਡੀ ਗੱਲ ਪ੍ਰੋਬਲਮ ਇਹ ਹੈ ਕਿ ਜਿੰਨੇ ਲੀਡਰ ਇੱਕ ਦੂਜੇ ਨਾਲ ਲੜਾਈਆਂ ਲੜ ਰਹੇ ਆ ਜਾਂ ਲੀਡਰਸ਼ਿਪ ਲੜ ਰਹੀ ਹੈ ਨਿੱਜੀ ਤੌਰ ਤੇ ਜਾਂ ਪਾਰਟੀਆਂ ਲੜ ਰਹੀਆਂ ਇੱਕ ਦੂਜੇ ਨਾਲ, ਉਹਨਾਂ ਦਾ ਤੁਸੀਂ ਜੇ ਨੋਟ ਕਰੋ ਉਹਨਾਂ ਦਾ ਪੰਜਾਬ ਕਿੱਧਰ ਜਾ ਸਕਦਾ, ਪੰਜਾਬ ਦੇ ਹੱਕ ਕਿਹੜੇ ਲਏ ਜਾ ਸਕਦੇ ਆ, ਪੰਜਾਬ ਵਾਸਤੇ ਸੈਂਟਰ ਤੋਂ ਕੀ ਕੰਸੈਸ਼ਨ ਲਈ। ਜਦੋਂ ਕੋਈ ਗੱਲ ਨਹੀਂ, ਕੋਈ ਰੇਤ ਮਾਫੀਆ ਦੀ ਗੱਲ ਕਰ ਲਈ, ਕਿਸੇ ਨੇ ਗੱਲ ਕਰ ਲਈ ਫਲਾਣੇ ਨੂੰ ਜੇਲ੍ਹ ਨਹੀਂ ਕੀਤਾ, ਕਿਸੇ ਨੇ ਕਿਹਾ ਬਿਜਲੀ ਠੱਗੀ ਮਾਰ ਗਿਆ ਤੂੰ, ਮਤਲਬ ਬਹੁਤ ਨਿੱਕੇ ਨਿੱਕੇ ਝਗੜਿਆਂ ਤੇ ਲੱਗੇ ਹੋਏ। ਹਾਲਾਂਕਿ ਵੱਡੇ ਜਿਹੜੇ ਮਸਲੇ ਆ ਜਿਹੜੇ ਪੰਜਾਬ ਦੇ ਬੁਨਿਆਦੀ ਹੱਕ ਆ ਜਿਹੜੇ ਕੇਂਦਰ ਖੋ ਕੇ ਬੈਠਾ ਹੋਇਆ, ਉਹਨਾਂ ਦੇ ਉੱਤੇ ਕੋਈ ਗੱਲ ਨਹੀਂ ਹੋ ਰਹੀ। ਪੰਜਾਬ ਦਾ ਜਿਹੜਾ ਸਸਟੇਨੇਬਲ ਨਹੀਂ ਰਿਹਾ ਇਨਵਾਇਰਮੈਂਟ, ਉਹਦੇ ਤੇ ਕੋਈ ਗੱਲ ਨਹੀਂ ਹੋ ਰਹੀ। ਸਾਡਾ ਪ੍ਰਵਾਸ ਐਡੇ ਵੱਡੇ ਤੌਰ ਤੇ ਹੋ ਰਿਹਾ, ਉਹਦੇ ਤੇ ਨਹੀਂ ਗੱਲ ਹੋ ਰਹੀ। ਬਾਹਰੋਂ ਆ ਕੇ ਲੋਕ ਵਸ ਰਹੇ ਇੱਥੇ, ਉਹਨੂੰ ਨਹੀਂ ਰੋਕਿਆ ਜਾ ਰਿਹਾ। ਮਤਲਬ ਬਹੁਤ ਕ੍ਰਿਟੀਕਲ ਚੀਜ਼ਾਂ ਨੂੰ ਛੱਡ ਕੇ ਬਹੁਤ ਹੀ ਵਿਚਕਾਨਾ ਲੜਾਈਆਂ ਲੜ ਰਹੇ। ਸਾਡੇ ਵਾਸਤੇ ਬਹੁਤ ਦੁੱਖ ਦੀ ਗੱਲ ਆ ਜੀ। ਸੋ ਇਹਨਾਂ ਚੋਂ ਕੋਈ ਵੀ ਜਿੱਤ ਕੇ ਆ ਜਾਏ ਗਿੱਲ ਸਾਹਿਬ, ਕਿਸੇ ਨੇ ਪਾਰ ਨਹੀਂ ਲਾਉਣਾ। ਇਹ ਸਾਰੇ ਇਸ ਟਾਈਮ ਬਹੁਤ ਹੈਗੇ ਆ ਤੇ ਸਾਨੂੰ ਕਿਤੇ ਨਾ ਕਿਤੇ ਇਹ ਹੈ ਕਿ 1960 ਤੋਂ ਪਹਿਲਾਂ ਵਾਲੀ ਜਾਂ ਕਹਿ ਲਓ 1970 ਤੋਂ ਪਹਿਲਾਂ ਵਾਲੀ ਰਾਜਨੀਤੀ ਵੱਲ ਮੋੜਨਾ ਪਊਗਾ। ਜਦੋਂ ਅਸੀਂ ਸੈਂਟਰ ਸਟੇਟ ਰਿਲੇਸ਼ਨਸ਼ਿਪਸ ਦੀ ਗੱਲ ਕਰਦੇ ਸੀ, ਆਪਦੇ ਹੱਕਾਂ ਦੀ ਗੱਲ ਕਰਦੇ ਸੀ, ਪੰਜਾਬੀ ਬੋਲਦੇ ਇਲਾਕੇ ਆਪਦੇ ਚਾਹੁੰਦੇ ਸੀ, ਤਾਂ ਉਸ ਲੈਵਲ ਦੀ ਥਾਟ ਬਣਾਉਣੀ ਪਊਗੀ ਜਾਂ ਉਦੋਂ ਵੀ ਵੱਧ ਕੁਛ ਮੰਨਣਾ ਪਊਗਾ ਕਿ ਜਿਹਦੇ ਨਾਲ ਅਸੀਂ ਆਪਦਾ ਸੁਧਾਰ ਕਰ ਸਕੀਏ, ਆਪਦੇ ਹਾਲਾਤਾਂ ਨੂੰ ਠੀਕ ਕਰ ਸਕੀਏ। ਅੱਜ ਤਾਂ ਇੱਕ ਬੈਗਿੰਗ ਬਾਊਲ ਲੈ ਕੇ ਜਾਂ ਇੱਕ ਕਟੋਰਾ ਲੈ ਕੇ ਆਪਾਂ ਸੈਂਟਰ ਕੋਲ ਖੜੇ ਹਾਂ। ਤੁਸੀਂ ਪਿਛਲੇ ਬਜਟ ਨੂੰ ਜੇ ਪੜ੍ਹੋਗੇ, ਰੈਵਨਿਊ ਡੈਫਿਸਿਟ ਦੇ ਵਿੱਚ 38,000 ਕਰੋੜ ਸੈਂਟਰ ਨੇ ਦਿੱਤਾ ਕਿਉਂਕਿ ਪੰਜਾਬ ਹੁਣ ਜਿੱਥੇ ਪਰ ਕੈਪੀਟਾ ਇਨਕਮ ਚ ਪਹਿਲੇ ਨੰਬਰ ਦਾ ਸੂਬਾ ਸੀ, ਅੱਜ 15ਵੇਂ ਨੰਬਰ ਤੇ ਆ ਗਈ ਹੈ ਕਮਾਈ ਦੇ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਪੰਜਾਬ। ਸੋ ਆਪਾਂ ਉਹ ਗ੍ਰਾਂਟਾਂ ਦੇ ਬਿਹਾਰ ਯੂਪੀ ਨੂੰ ਗ੍ਰਾਂਟਾਂ ਦੇ ਹੱਕਦਾਰ ਬਣ ਗਏ ਜਿਹੜੇ ਕਿ ਗਰੀਬਾਂ ਨੂੰ ਮਿਲਣੇ ਚਾਹੀਦੀਆਂ। ਸੋ ਇਹ ਆਪਣੇ ਵਾਸਤੇ ਬਹੁਤ ਦੁੱਖਦਾਈ ਗੱਲ ਹੈ। ਧੰਨਵਾਦ ਸਰਾਰ ਸਾਹਿਬ, ਤੁਸੀਂ ਸਮਾਂ ਕੱਢਿਆ ਤੇ ਜਿੰਨੀ ਕੁ ਸਾਡੀ ਵਿਦਵਤਾ ਉਹਦੇ ਹਿਸਾਬ ਨਾਲ ਝਾਤ ਪਵਾਈ ਤੇ ਆਉਣ ਵਾਲੇ ਸਮੇਂ 'ਚ ਫਿਰ ਜਦ ਰਾਜਨੀਤੀ ਦਾ ਕੰਮ ਨੇੜੇ ਆ ਗਿਆ ਫਿਰ ਆਪਾਂ ਇੱਕ ਲੜੀ ਦੇ ਤੌਰ ਤੇ ਗੱਲਬਾਤ ਕਰਨੀ ਸ਼ੁਰੂ ਕਰਾਂਗੇ ਕਿ ਕਿਸ ਤਰ੍ਹਾਂ ਸੋਚਣਾ ਚਾਹੀਦਾ, ਮੁੱਦੇ ਕੀ ਚਾਹੀਦੇ ਨੇ। ਤੇ ਸਦਾ ਹੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਅਜੇਪਾਲ ਸਿੰਘ ਬਰਾੜ ਗੱਲਬਾਤ ਕਰ ਰਹੇ ਸੀ ਪੰਜਾਬ ਤੋਂ। ਉੱਘੇ ਭੂ ਰਾਜਨੀਤੀ ਦੇ ਚਿੰਤਕ ਨੇ ਉਹ ਤੇ ਪਕੜ ਹੈ ਸ਼ਬਦ ਨੇ ਉਹਨਾਂ ਦੇ ਤੇ ਆਪਣੀ ਊਰਜਾ ਹੁਣ ਉਹ ਪੰਜਾਬ ਦੇ ਨਾਂ, ਪੰਜਾਬ ਦੇ ਬਾਰੇ ਲਾ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ। ਫੇਸਬੁੱਕ ਦਾ ਪੇਜ ਵੀ ਉਹਨਾਂ ਦਾ ਅਜੇਪਾਲ ਸਿੰਘ ਬਰਾੜ, ਤੁਸੀਂ ਉਹਨਾਂ ਦੇ ਲੇਖ ਵੀ ਪੜ੍ਹ ਸਕਦੇ ਹੋ। ਅੰਗਰੇਜ਼ੀ ਦੀ ਕਿਤਾਬ ਉਹ ਤੇ ਸਤਿਕਾਰਯੋਗ ਭੈਣ ਜੀ ਨੇ ਰਲ ਕੇ ਉਹਨਾਂ ਨੇ ਲਿਖੀ ਸੀ ਕਿ ਅਬਦਾਲੀ ਦੀ ਜਦ ਪਾਲ ਕੀ ਹਿੱਲੀ, ਵੈਨ ਅਬਦਾਲੀਜ਼ ਪੈਲਨਕੋਇਨ ਸ਼ੁਕ। ਤੇ ਸਰਾ ਬਰਾੜ ਤੇ ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਡੇ ਲਈ 8-10 ਮਿੰਟ ਦਾ ਸਮਾਂ ਹੋਏਗਾ, ਕੋਈ ਵਿਸ਼ੇ ਤੇ ਤੁਸੀਂ ਗੱਲਬਾਤ ਕਰ।
ਕਾਜ਼ੀ ਨੂਰ ਮੁਹੰਮਦ ਨੇ ਜਿਹੜਾ ਜੰਗਨਾਮਾ ਲਿਖਿਆ ਉਹ ਅਬਦਾਲੀ ਦਾ ਕਵੀ ਸੀ। ਅਬਦਾਲੀ ਦੇ ਨਾਲ 64 ਤੇ 65 ਦੇ ਵਿੱਚੋਂ ਭਾਰਤ ਆਇਆ। ਸਿੱਖਾਂ ਬਾਰੇ ਲਿਖਦਾ ਹੈ, ਜਿਨ੍ਹਾਂ ਨੂੰ ਦੁਨੀਆ ਨਹੀਂ ਹਰਾ ਸਕੀ, ਮੁਗਲ ਤੇ ਅਫਗਾਨਾਂ ਨੂੰ। ਉਹ ਕਹਿੰਦਾ ਬਈ ਸਿੱਖ ਨੇ ਨਾ ਜਿਹੜੇ, ਉਹ ਲੜਾਈ ਦੇ ਵਿੱਚ ਸ਼ੇਰ ਨੇ। ਕਹਿੰਦਾ ਜਦ ਉਹਨਾਂ ਦੀਆਂ ਕਿਰਪਾਨਾਂ ਸਿੱਧੀਆਂ ਹੁੰਦੀਆਂ ਨੇ ਨਾ, ਪਹਾੜਾਂ ਨੂੰ ਖਾਕ ਬਣਾਉਂਦੇ ਨੇ। ਜਦ ਕਹਿੰਦਾ ਤੀਰਾਂ ਦੀ ਤੰਦੀ ਖਿੱਚਦੇ ਨੇ ਨਾ ਕੰਨ ਦੇ ਕੋਲੋਂ ਸਿੱਧੀ ਕਰਕੇ, ਕਹਿੰਦਾ ਅਸਮਾਨ ਤੇ ਧਰਤੀ ਦਾ ਮੇਲ ਕਰਾ ਦਿੰਦੇ ਨੇ। ਸ਼ੇਰਾਂ ਦੀ ਉਹ ਕੌਮ ਹੈ। ਕਿਹਦਾ ਉਹ ਕਵੀ ਆ ਤੇ ਕਿਹਦੇ ਲਈ ਲਿਖ ਰਿਹਾ? ਤੇ ਧਰਤੀ ਅਸਮਾਨ ਇੱਕ ਕਰ ਦਿੰਦੇ ਨੇ, ਪਹਾੜ ਢਾਹ ਦਿੰਦੇ ਨੇ ਜਦ ਉਹਨਾਂ ਦੀ ਸ੍ਰੀ ਸਾਹਿਬਾਂ ਸਿੱਧੀਆਂ ਹੁੰਦੀਆਂ ਨੇ। ਕਿਸੇ ਦੀ ਇਸਤਰੀ, ਚਾਹੇ ਉਹ ਰਾਣੀ ਆ ਚਾਹੇ ਉਹ ਕੋਈ ਗੁਲਾਮ ਹੈ, ਕੁਛ ਨਹੀਂ ਕਹਿੰਦੇ, ਬੁੜੀਆਂ ਕਹਿੰਦੇ ਨੇ ਸਭ ਨੂੰ। ਤੇ ਰਾਜੇ ਨੇ ਉਹ। ਕਾਜ਼ੀ ਨੂਰ ਮੁਹੰਮਦ ਨੇ ਲਿਖਿਆ ਜੰਗਨਾਮੇ 'ਚ, ਪੜ੍ਹਨ ਵਾਲਾ ਹੈ। ਪਰ ਵੇਖ ਲਓ ਦੁਨੀਆ ਦੀਆਂ ਵੱਡੀਆਂ ਤਾਕਤਾਂ ਉੱਥੋਂ ਹਾਰ ਗਈਆਂ। ਫਰੂਟੀ ਕਹਿਣਾ ਛਿੱਤਰ ਐਨਵਲਵੇ ਸਰੀ ਦੇ ਵਿੱਚ ਕਲਾਸ ਬੰਦ ਦਾ, ਜੇ ਤੁਸੀਂ ਡਰਾਈਵਰ ਹੋ, ਕੰਮ ਕਰਨਾ ਚਾਹੁੰਦੇ ਹੋ ਫਰੂਟੀ ਕਹਿਣਾ, ਤੇ ਜਾ ਸਕਦੇ ਹੋ ਤੇ ਅਪਲਾਈ ਕਰ ਸਕਦੇ ਹੋ। ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ 604 503 8787। ਜੰਗਨਾਮਾ ਤੁਹਾਨੂੰ ਮੈਂ ਸੁਣਾਉਣਾ ਹੈ, ਉਹਦਾ ਤਰਜਮਾ ਜਿਹੜਾ ਕਰ ਰਹੇ ਹਾਂ ਅੰਗਰੇਜ਼ੀ, ਕਿਉਂਕਿ ਤਾਂ ਪਰਸ਼ੀਅਨ 'ਚ ਲਿਖਿਆ, ਅੰਗਰੇਜ਼ੀ ਦੇ ਵਿੱਚੋਂ ਪੰਜਾਬੀ ਦੇ ਸ਼ਬਦ ਬਣਾ ਕੇ ਤੁਹਾਡੇ ਸਨਮੁਖ ਕਰੂੰਗਾ ਮੈਂ ਜ਼ਰੂਰ। ਇੰਨਾ ਕੁ ਮੈਂ ਤੈਨੂੰ ਵੀ ਮੁਗਲ ਅਤੇ ਅਫਗਾਨਸ ਦੀ ਉਹਨੇ ਗੱਲ ਕੀਤੀ ਸੀ। ਕਾਜ਼ੀ ਨੂਰ ਮੁਹੰਮਦ ਨੇ ਸਿੱਖਾਂ ਦੇ ਬਾਰੇ ਲਿਖਿਆ, ਚਾਹੇ ਉਹ ਗਲਤ ਵੀ ਲਿਖਦਾ, ਉਹ ਕਹਿੰਦਾ ਐਡੇ ਸ਼ੇਰ ਨੇ। ਕਹਿੰਦਾ ਜਦ ਸ੍ਰੀ ਸਾਹਿਬ ਸਿੱਧੀ ਕਰਦੇ ਨੇ ਨਾ, ਪਹਾੜੀਆਂ ਨੂੰ ਖਾਕ ਬਣਾ ਦਿੰਦੇ ਨੇ। ਅਤੇ ਕਹਿੰਦੇ ਨਾ ਚੋਰ ਨੇ, ਨਾ ਚੋਰ ਚੱਕਾ ਉਹਨਾਂ ਨਾਲ ਰਹਿ ਸਕਦਾ। ਜੰਗ 'ਚੋਂ ਭੱਜੇ ਦਾ ਕਿਸੇ ਦਾ ਪਿੱਛਾ ਨਹੀਂ ਕਰਦੇ, ਜੰਗ 'ਚੋਂ ਭੱਜੇ ਨੂੰ ਕਿਸੇ ਨੂੰ ਮਾਰਦੇ ਨਹੀਂ। ਜੰਗ ਦੇ ਵਿੱਚ ਜਿੱਤ ਕੇ ਰੋਟੀ ਖਾਣ ਜੋਗੇ ਦਾਣੇ ਉਸ ਰਾਜੇ ਨੂੰ ਛੱਡ ਕੇ ਜਾਂਦੇ ਨੇ। ਇਹ ਆ ਕਰੈਕਟਰ। 604 503 8787। ਜਦ ਤੱਕ ਆਪਣੇ ਤੇ ਕੌਮ ਮਾਣ ਨਹੀਂ ਕਰੇਗੀ, ਕੱਖ ਨਹੀਂ ਹੁੰਦਾ। 78 128 ਸਟਰੀਟ ਤੇ ਡੇ ਟੂ ਡੇ ਹੋਲਸੇਲ ਕੈਸ਼ ਐਂਡ ਕੈਰੀ, ਤਾਜ਼ੇ ਫਲ ਤਾਜ਼ੀਆਂ ਸਬਜ਼ੀਆਂ ਤੁਸੀਂ ਲੈ ਸਕਦੇ ਹੋ। ਭੁਲਿੰਦਰਪਾਲ ਸਿੰਘ ਜੀ, ਭੁਲਿੰਦਰ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ ਜੀ, ਮੈਂ ਤਾਂ ਕਹਿਣਾ ਸੀ ਵੀ ਜਿਵੇਂ ਅਸੀਂ ਹੋਰ ਵੀ ਮਾੜਾ ਮੋਟਾ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਆ, ਅੱਜ ਵੀ ਥੋੜੇ ਜਿਹੇ ਵਿਚਾਰ ਸੁਣੇ, ਮਾਫੀ ਸਮਾਂ ਘੱਟ ਲੱਗਿਆ, ਪਰ ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਸਿੱਧੂ ਸਾਹਿਬ ਆਪਦਾ ਸਟੈਂਡ ਚੱਕੀ ਫਿਰਦੇ ਆ, ਪ੍ਰਗਟ ਸਿੰਘ ਜੀ ਦੀ ਵੀ ਅਸੀਂ ਸਾਰੀ ਗੱਲਬਾਤ ਸੁਣੀ, ਲਗਭਗ ਉਹਨਾਂ ਦਾ ਜਿਹੜਾ ਜੋ ਦਰਦ ਆ, ਜੋ ਉਹਨਾਂ ਨੇ ਅਸਲੀ ਬਿਆਨ ਕੀਤਾ ਵੀ ਆਹ ਚੀਜ਼ ਹੋਣੀ ਚਾਹੀਦੀ, ਆਹ ਹੋ ਰਹੀ ਆ। ਮੈਨੂੰ ਤਾਂ ਜੀ ਐਂ ਲੱਗਦਾ ਵੀ ਇਹ ਕਿਸਾਨੀ ਅੰਦੋਲਨ ਤੋਂ ਬਾਅਦ ਨਾ, ਹਾਲਾਤ ਤਾਂ ਪਹਿਲਾਂ ਵੀ ਬਹੁਤ ਮਾੜੇ ਸੀ। ਹਾਲਾਤ ਤਾਂ ਜਦੋਂ ਦੇ ਅਕਾਲੀ ਸਰਕਾਰ ਦਾ ਉਦੋਂ ਹੀ ਸਾਰੇ ਉਹ ਕਦੋਂ ਦੇ ਮਾੜੇ ਹੋਈ ਆ ਜਾਂਦੇ ਆ। ਕਾਰਪੋਰੇਟ ਘਰਾਣੇ ਨੇ ਮੈਨੂੰ ਲੱਗਦਾ ਵੀ ਸਿਸਟਮ ਨੂੰ ਖੰਡਾਤਾ ਸਾਰਾ, ਉਹਨਾਂ ਨੇ ਆਪਦੇ ਹੱਥ 'ਚ ਲੈ ਲਿਆ। ਸਰਕਾਰਾਂ ਦੇ ਹੱਥ 'ਚ ਕੁਛ ਨਹੀਂ ਹੈਗਾ। ਜਿਹੜੇ ਹਿਸਾਬ ਨਾਲ ਮੇਰੀ ਆਪਦੀ ਨਿੱਜੀ ਰਾਏ ਆ, ਬਹੁਤ ਛੋਟਾ ਜਿਹਾ ਦਿਮਾਗ ਆਪਣਾ ਸੋਚਣ ਦਾ, ਬਈ ਇਹ ਜਿਵੇਂ ਆ ਪੰਪਾਂ ਮੂਹਰੇ ਅਸੀਂ ਬੰਦ ਕਰਤੇ, ਟਾਵਰ ਪੱਟ ਤੇ, ਹਾਲਾਂਕਿ ਦੇਖਣ ਨੂੰ ਕੁਛ ਐਂ ਲੱਗਦਾ ਵੀ ਯਾਰ ਇਹ ਹੁੱਲੜਬਾਜੀ ਆ, ਪਰ ਜਦੋਂ ਬਿਜ਼ਨਸਮੈਨ ਨੂੰ ਨੁਕਸਾਨ ਹੁੰਦਾ, ਬਿਜ਼ਨਸਮੈਨ ਨੇ ਤਾਂ ਉਦੋਂ ਚੀਕ ਮਾਰਨੀ ਆ, ਉਹ ਨਾ ਉਹ ਮੂਹਰੇ ਆ ਸਕਦੇ ਆ। ਮੈਨੂੰ ਤਾਂ ਇਹ ਲੱਗਦਾ ਵੀ ਜਿਵੇਂ ਸਿੱਧੂ ਸਾਹਿਬ ਹੋ ਗਏ, ਪ੍ਰਗਟ ਸਿੰਘ ਹੋ ਗਿਆ, ਆਪਣਾ ਪ੍ਰਗਟ ਸਿੰਘ ਜੀ ਪਦਮ ਸ਼੍ਰੀ, ਹੈ ਨਾ, ਮਾਫੀ ਚਾਹੁੰਦਾ ਜੀ, ਕੈਪਟਨ ਹੋ ਗਿਆ, ਹੋਰ ਵੀ ਜਿੰਨੇ ਬੰਦੇ ਆ, ਮੈਨੂੰ ਲੱਗਦਾ ਵੀ ਇਹ ਇਨਡਾਇਰੈਕਟਲੀ ਹੁਣ ਕਾਰਪੋਰੇਟ ਚਲਾਉਣਗੇ ਇਹਨਾਂ ਨੂੰ, ਵੀ ਤੁਸੀਂ ਜੋ ਚਾਹੁੰਦੇ ਆ ਤੁਸੀਂ ਉਹ ਲੋਕਾਂ ਸਾਹਮਣੇ ਰੱਖੀ ਚੱਲੋ, ਪਰ ਸਾਨੂੰ ਸਾਡਾ ਨੁਕਸਾਨ ਨਾ ਹੋਵੇ। ਵੀ ਕਾਰਪੋਰੇਟ ਘਰਾਣੇ ਹੀ ਇਹਨਾਂ ਨੂੰ ਸਾਰਿਆਂ ਨੂੰ ਸਾਰੇ ਉਹ ਚਲਾ ਰਹੇ ਆ, ਜਿਹੜਾ ਐਂਡ ਆਫ ਦਾ ਡੇ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਕਿਸੇ ਦਾ। ਜੋ ਮਰਜ਼ੀ ਅਸੀਂ ਗੱਲਾਂ ਕਰੀ ਚੱਲੀਏ, ਜੇ ਤੁਸੀਂ ਇਹ ਦੇਖੋ ਵੀ ਜਿਹੜੀ ਗੱਲ ਮੰਨ ਲਓ ਮੈਂ ਕਹਿਣਾ ਕਿ ਯਾਰ ਇਹ ਹੋਣਾ ਚਾਹੀਦਾ, ਕੋਈ ਲੀਡਰ ਆ ਕੇ ਮੋਹਰ ਲਾ ਦੇਵੇ, ਸਿੱਧੂ ਸਾਹਿਬ ਲਾ ਦੇਣ, ਪ੍ਰਗਟ ਸਿੰਘ ਜੀ ਲਾ ਦੇਣ, ਸੁਖਬੀਰ ਬਾਦਲ ਲਾ ਦੇਵੇ ਵੀ ਹਾਂ ਇਹ ਕਰ ਦਾਂਗੇ, ਉਹ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ਾਂ ਇੰਪਲੀਮੈਂਟ ਹੋਣੀਆਂ ਉਹ ਪੋਸੀਬਲ ਹੀ ਨਹੀਂ ਹੈਗੀਆਂ। ਮੈਂ ਕਹਿੰਦਾ ਪੋਸੀਬਲ ਹੀ ਨਹੀਂ। ਜੇ ਤੁਸੀਂ ਉਹਨੂੰ ਕਿਸੇ ਇੱਕ ਚੀਜ਼ ਨੂੰ ਵੀ ਕਰਦੇ ਹੋ ਲਾਗੂ, ਸਾਰਾ ਹੀ ਤਾਣਾ ਬਾਣਾ ਹਿੱਲ ਜਾਣਾ, ਸਰਕਾਰ ਦਾ, ਕਾਰਪੋਰੇਟ, ਕੋਈ ਵੀ ਇੱਕ ਚੀਜ਼ ਲਾ ਲਓ, ਤੁਸੀਂ ਬਿਜਲੀ ਵਾਲਾ ਹੀ ਲਾ ਲਓ ਚਲੋ ਮੁੱਦਾ। ਸੋ ਮੇਰੇ ਹਿਸਾਬ ਨਾਲ ਇਹ ਕਾਰਪੋਰੇਟ ਹੁਣ ਗੇਮ ਘੁਮਾ ਕੇ ਹੌਲੀ ਹੌਲੀ ਦੁਬਾਰੇ ਆਪਦੇ ਗੇੜ 'ਚ ਲੈ ਕੇ ਆਉਣਗੇ। ਤੇ ਇਹ ਸਾਰਾ ਮੈਨੂੰ ਤਾਂ ਲੱਗਦਾ ਜਿਹੜੀ ਲੜਾਈ ਹੈ ਕਾਰਪੋਰੇਟਾਂ ਦੇ ਸਹਿਤੀ ਚੱਲ ਰਹੀ ਹੈ, ਜਿਹੜੀ ਕਿ ਆਪਾਂ ਨੂੰ ਕਦੇ ਨਹੀਂ ਦਿਖਣੇ ਵੀ ਇਹ ਕਿੱਥੋਂ ਸ਼ੁਰੂ ਹੋਈ, ਕਿਹਨੇ ਕੀਤੀ, ਕੀ ਹਿਸਾਬ ਕਿਤਾਬ ਚੱਲ ਰਿਹਾ। ਧੰਨਵਾਦ, ਥੈਂਕ ਯੂ। ਪੰਜਾਬੀਆਂ ਦੇ ਸੁਭਾਅ 'ਚ ਆ ਬਈ, ਪੰਜਾਬੀਆਂ ਦੇ ਸ਼ਬਦ 'ਚ ਜੇ ਕੋਈ ਸਾਈਕਲ ਮੰਗਿਆ ਲੈ ਦੇ ਦੇਵੇ, ਉਹਦਾ ਦੇਣਾ ਨਹੀਂ ਭੁੱਲਦੇ। ਜਿਨ੍ਹਾਂ ਨੇ ਹੈਲੀਕਾਪਟਰ ਦਿੱਤੇ ਹੋਏ ਨੇ, ਹੈਲੀਕਾਪਟਰਾਂ ਵਾਲਿਆਂ ਦਾ ਕਿਵੇਂ ਹਿੱਲ ਜਾਣਗੇ।
ਰੌਲਾ ਨਹੀਂ ਪੈਂਦਾ। ਉਹ ਕਹਿੰਦੇ ਮੋਦੀ ਨੇ ਯਾਰ ਕਿਹਦੇ ਲਈ ਕਰਨਾ, ਨਾ ਰੰਨ ਨਾ ਕੰਨ, ਪਰ ਜਿਨ੍ਹਾਂ ਦੇ ਹੈਲੀਕਾਪਟਰਾਂ 'ਚ ਝੂਟੇ ਲਏ ਨੇ ਉਹਨਾਂ ਨੂੰ ਤਾਂ ਮੋੜਨਾ ਹੈ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਕੱਲ੍ਹ ਨੂੰ ਮੁੜਦੇ ਹਾਂ ਫੇਰ 9:15 ਵਜੇ। ਰੱਬ ਰੱਖਾ।